ਭਾਈ ਜਗਤਾਰ ਸਿੰਘ ਹਵਾਰਾ ਸਾਡੇ ਤੋਂ ਕੁਝ ਹੀ ਫੁੱਟਾਂ ਦੇ ਫਾਸਲੇ ਤੇ ਹੋਣਗੇ। ਸਾਹਮਣੇ ਹੀ ਤਿਹਾੜ ਜੇਲ੍ਹ ਦਾ ਗੇਟ ਹੈਗਾ, ਬਾਹਰ ਅਸੀਂ ਸਿੰਘਾਂ ਦੇ ਨਾਲ ਖੜੇ ਹੈਗੇ ਆ ਤੇ ਮੈਨੂੰ ਲੱਗਦਾ ਕਿ ਜੇ ਜ਼ੋਰ ਦੀ ਇੱਕ ਵਾਰੀ ਜੇ ਸਾਰੇ ਸਿੰਘ ਜੇ ਜੈਕਾਰਾ ਲਾ ਦੇਣਗੇ ਨਾ ਤੇ ਭਾਈ ਜਗਤਾਰ ਸਿੰਘ ਹਵਾਰਾ ਤੱਕ ਜਿਹੜਾ ਨਾ ਜੈਕਾਰੇ ਦੀ ਜਿਹੜੀ ਗੂੰਜ ਜ਼ਰੂਰ ਪਹੁੰਚ ਜਾਏਗੀ। ਮੈਂ ਕਹਾਂਗਾ ਇੱਕ ਵਾਰੀ ਜੈਕਾਰਾ ਲਾਈ ਤਾਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਦੱਸ ਹੀ ਦਿਓ ਕਿ ਸਿੰਘ ਇੱਥੇ ਬਾਹਰ ਮੌਜੂਦ ਹੈਗੇ ਆ। ਬੋਲੇ ਸੋਰੇ ਹਾਲ ਕਿ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਆ, ਉਹ ਇੰਡੀਅਨ ਪ੍ਰਬੰਧਕ ਕਮੇਟੀ ਹੈ। ਇਹ ਸਾਡਾ ਰੋਸ ਇਸ ਲਈ ਸੀਗਾ ਕਿ ਸਾਡੀਆਂ ਹੀ ਵੋਟਾਂ ਤੋਂ ਜਿੱਤੇ ਹੋਏ ਸਾਡੇ ਨਾਲ ਹੀ ਵਾਅਦਾ ਕਰਕੇ ਕਿ ਅਸੀਂ 84 ਦਾ ਆਹ ਕੰਮ ਕਰਾਂਗੇ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਕਹਿ ਰਹੀ ਹੈ ਕਿ ਅਸੀਂ ਕੇਸ ਲੜ ਰਹੇ ਹਾਂ ਜੀ, ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਦਿਵਾਉਣ ਦਾ, ਉਹਨਾਂ ਨੂੰ ਬਾਹਰ ਕਢਾਉਣਾ ਜ਼ਰੂਰੀ ਹੈ ਕਿ ਉਹਨਾਂ ਨੂੰ ਅੰਦਰ ਸਹੂਲਤਾਂ ਦੇਣੀਆਂ। ਕੀ ਉਹ ਅੰਦਰ ਸਹੂਲਤਾਂ ਵਾਸਤੇ ਤੁਹਾਨੂੰ ਬੇਨਤੀਆਂ ਕਰ ਰਹੇ ਨੇ ਕਿ ਤੁਸੀਂ ਸਾਨੂੰ ਸਹੂਲਤਾਂ ਦਿਓ, ਜਾਂ ਤੁਹਾਨੂੰ ਇਹ ਕਰਨਾ ਚਾਹੀਦਾ ਕਿ ਸਾਡਾ ਜਥੇਦਾਰ ਅੰਦਰ ਬੰਦ। ਚਲੋ ਤੁਸੀਂ ਜਥੇਦਾਰ ਨਹੀਂ ਵੀ ਮੰਨਦੇ, ਅਸੀਂ ਤੁਹਾਨੂੰ ਇਹ ਵੀ ਨਹੀਂ ਕਹਿੰਦੇ ਜਥੇਦਾਰ ਮੰਨੋ, ਲੇਕਿਨ ਐਟ ਲੀਸਟ ਤੁਸੀਂ ਬਤੌਰ ਸਿੱਖ ਹੋਣ ਦੇ ਨਾਤੇ ਜੋ ਉਹਨਾਂ ਨੇ ਸੇਵਾ ਨਿਭਾਈ ਹੈ ਉਹਨਾਂ ਦਾ ਇੱਕ ਫੁੱਲ ਤੇ ਕਰਨ ਨੂੰ ਕੁਛ ਤੇ ਉਹਨਾਂ ਨੂੰ ਮੁੱਲ ਪਾ ਦਿਓ, ਕੁਛ ਤੇ ਵਰਤ ਰੱਖੋ ਚੀਜ਼ਾਂ ਦੀ। ਤੁਸੀਂ ਕਿਸੇ ਵੀ ਪਾਰਟੀ ਤੋਂ ਰੱਖਦੇ ਹੋ, ਭਾਵੇਂ ਬੀਜੇਪੀ ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਤੁਸੀਂ ਬੇਤੌਰ ਸਿੱਖ ਆ ਕੇ ਘੱਟੋ ਘੱਟ ਖੜੇ ਤਾਂ ਹੋਵੋ ਇੱਥੇ। ਸਾਡੀ ਨਾ ਹੀ ਕਿਸੇ ਦੇਸ਼ ਨਾਲ ਦੁਸ਼ਮਣੀ ਹੈ, ਸਾਡੀ ਦੁਸ਼ਮਣੀ ਹੈ ਦੇਸ਼ ਦੇ ਸਿਸਟਮ ਨਾਲ। ਦੁਸ਼ਮਣੀ ਵੀ ਨਹੀਂ ਕਹਿ ਸਕਦੇ, ਉਹਨਾਂ ਨਾਲ ਇੱਕ ਰੋਸ਼ ਹੈ। ਜਦ ਤੱਕ ਜਗਤਾਰ ਸਿੰਘ ਹਵਾਰਾ ਜੀ ਪੈਰੋਲ ਤੇ ਬਾਹਰ ਹੈਗੇ ਆ, ਭਾਵੇਂ ਸਾਨੂੰ 10 ਸਿੰਘਾਂ ਨੂੰ ਅੰਦਰ ਅਰੈਸਟ ਕਰਕੇ ਅੰਦਰ ਰੱਖਿਆ ਜਾ ਸਕਦਾ ਹੈ। ਤਿਆਰ ਹੋ ਆਪਣੀ ਅਰੈਸਟ ਦੇ? ਆਪਣੀ ਅਰੈਸਟਿੰਗ ਦੀ ਤਿਆਰ ਆ ਜੀ। ਸਾਨੂੰ ਭਾਵੇਂ 2 ਮਹੀਨੇ ਦੀ ਅਰੈਸਟਿੰਗ ਦੇ ਦਿਓ, ਜਿੰਨੇ ਦੀ ਇਹਦੇ ਵਿੱਚ ਕੋਈ ਨਹੀਂ। ਛਾਤੀ ਠੋਕ ਕਿੰਨੇ ਕੁ ਤਿਆਰ ਨੇ? ਇੱਧਰੋਂ ਪਤਾ ਤਾਂ ਲੱਗਿਆ ਨਾ ਸਾਡੇ ਨਾਲ 10 ਸਿੰਘ ਤਿਆਰ ਆ, ਹੱਥ ਖੜੇ 10 ਤੋਂ ਵੱਧ ਹੀ ਹੋ ਜਾਣਗੇ ਜੀ। ਕਿ ਇਹ ਜਿਹੜੇ ਲੋਕ ਆਏ ਨੇ ਇਹ ਇਸ ਕਰਕੇ ਆਏ ਨੇ ਇੱਥੇ ਕਿ ਇਹਨਾਂ ਦੇ 3573 ਤੋਂ ਵੱਧ ਕੈਦੀਆਂ ਦੇ ਵਿੱਚ ਇਹਨਾਂ ਦੀ ਵੀ ਜਿਹੜੀ ਲੋਕਾਂ ਦੀ ਰਿਹਾਈ ਹੋ ਰਹੀ हैगी है। आप लोग यहाँ पर आए हैं, किस लिए आएंगे, थोड़ा सा बताएंगे? हमारा भाई की पैरोल हुई आज, उसके लिए। आज आपके भाई की पेरोल हुई है? अच्छा, क्या चार्ज क्या था? चार्ज 302 थी, 120 भी थी। अच्छा, 302 100। तो किस बिहाफ पर पैरोल दी गई है उनको? वो तो नहीं पता, कोरोना की वजह से दी हो ना। अच्छा, अप्लाई करी थी मंजूर होगी। अच्छा, मंजूर हो गई। तो पहली बारी में अप्लाई? हाँ, अच्छा, पहली बारी अप्लाई करी और पहली बारी में मंजूर हो गई। दिक्कत थी, अच्छा, उस वजह से उसको पैरोल मिली है, मेडिकल। उसकी वजह से अब पैरोल मिली। इलाज हुआ अंदर के बाहर कराएंगे भी आप? बाहर कराएंगे। अच्छा अच्छा, कितने टाइम से वो थे वैसे? 1.5 साल हो गया। ਕਿ ਇੱਥੋਂ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਵਿਤਕਰਾ। ਬਾਰ-ਬਾਰ ਇਹ ਨਾ ਗੱਲ ਕੀਤੀ ਜਾਂਦੀ ਹੈ ਕਿ ਜਿਹੜੇ ਨਾ ਸਿੰਘ ਨਾ ਐਵੇਂ ਹੀ ਤੱਤੇ ਹੋਏ ਫਿਰਦੇ ਨੇ, ਸਿੰਘ ਐਵੇਂ ਹੀ ਤੱਤੇ ਹੋਏ ਫਿਰਦੇ ਨੇ। ਉਹ ਕਾਰਨ ਦਿਖਾ ਦਿੱਤਾ ਮੈਂ ਤੁਹਾਨੂੰ। ਦਿੱਲੀ ਜੇਲ੍ਹ ਮੈਨੂਅਲ ਇੱਕ ਬੁੱਕ ਲਿਖੀ ਹੋਈ ਹੈ, ਵਕੀਲਾਂ ਦੀ ਬੁੱਕ ਹੈ, ਉਹਦੇ ਵਿੱਚ ਚੈਪਟਰ 13 ਹੈ। ਚੈਪਟਰ 13 ਪੇਜ ਨੰਬਰ 65, ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਕਿ 3 ਸਾਲ ਜਿਸ ਬੰਦੇ ਨੂੰ ਜੇਲ੍ਹ ਦੇ ਅੰਦਰ ਹੋ ਜਾਂਦੇ ਹਨ ਉਸ ਨੂੰ 60 ਦਿਨ ਦੀ ਪੈਰੋਲ ਦੇਣ ਦਾ ਇੱਕ ਲਾਅ ਹੈ। ਲੇਕਿਨ ਉਸ ਬੰਦੇ ਨੂੰ 26 ਸਾਲ ਹੋ ਗਏ, ਕੋਈ ਇੱਕ ਵੀ ਗਿਣਤੀ ਦਿਖਾ ਦਿਆ ਜੇ ਜਿੱਥੇ ਉਹਨੂੰ ਪੈਰੋਲ ਭਾਵੇਂ 2 ਦਿਨ ਦੀ ਮਿਲੀ ਹੋਵੇ। ਪਹਿਲਾ ਮੈਂਬਰ ਦਿੱਲੀ ਕਮੇਟੀ ਦਾ ਦਾਸ ਹੈਗਾ ਜਿਹਨੇ ਅੱਜ ਤੋਂ 3-4 ਸਾਲ ਪਹਿਲੇ ਭਾਈ ਜਗਤਾਰ ਸਿੰਘ ਹਵਾਰਾ ਦੇ ਹੱਕ ਵਿੱਚ ਧਰਨਾ ਮਾਰਿਆ ਸੀ, ਜਦੋਂ ਰੀੜ ਦੀ ਹੱਡੀ ਦੇ ਉਹਨਾਂ ਦੇ ਟ੍ਰੇਨ ਸੀਗੀ। ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਬੰਦੀ ਛੋੜ ਦਿੱਤੇ ਅਸੀਂ 2 ਸਾਲ ਲਗਾਤਾਰ ਜਥੇਦਾਰ ਮਨਜੀਤ ਸਿੰਘ ਦੀ ਅਗਵਾਈ ਹੇਠ ਅਰਦਾਸ ਸਮਾਗਮ ਰੱਖਿਆ। ਭਾਈ ਜਗਤਾਰ ਸਿੰਘ ਹਵਾਰਾ ਨੂੰ ਛੱਡਣ ਵਾਸਤੇ ਤੁਸੀਂ ਵੀ ਤਾਂ ਕੋਈ ਆਪਣੀ ਕੁਰਬਾਨੀ ਦੇਣ ਵਾਸਤੇ ਆਓ। ਇਹ ਯੂਥ ਨੂੰ ਤਾਂ ਤੁਸੀਂ ਅੱਗੇ ਕਰ ਦਿੰਦੇ ਹੈਗੇ ਹੋ। ਮੈਂ ਇਹ ਗੱਲ ਕਹਿਣਾ ਕਿ ਜੇ ਦਿੱਲੀ ਸਰਕਾਰ ਜਿਹੜੀ ਛੱਡ ਸਕਦੀ, ਜਿਨ੍ਹਾਂ ਨੇ 3573 ਕੈਦੀਆਂ ਨੂੰ ਰਿਹਾ ਕੀਤਾ, ਜੇ ਉਹਨੂੰ ਜਗਤਾਰ ਸਿੰਘ ਹਵਾਰਾ ਤੇ ਬੰਦੀ ਸਿੰਘਾਂ ਤੋਂ ਕੋਈ ਖਤਰਾ ਤਾਂ ਫਿਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਐਜ ਏ ਜ਼ਮਾਨਤ ਚਾਹੀਦਾ ਜਗਤਾਰ ਸਿੰਘ ਹਵਾਰਾ ਜਦ ਤੱਕ ਪਰੋਲ ਆ 2 ਮਹੀਨੇ 4 ਮਹੀਨੇ 6 ਮਹੀਨੇ ਤਦ ਤੱਕ ਅਸੀਂ 5 ਸਿੰਘ ਮੇਰੇ ਸਮੇਤ, ਪਹਿਲਾ ਨਾਮ ਮੇਰਾ ਹੋਏਗਾ, 5 ਸਿੰਘ ਅਸੀਂ ਅੱਜ ਜ਼ਮਾਨਤ ਤਿਹਾੜ ਜੇਲ੍ਹ ਚ ਰਹਿਣ ਨੂੰ ਤਿਆਰ। ਜਦ ਤੱਕ ਜਗਤਾਰ ਸਿੰਘ ਹਵਾਰਾ ਬਾਹਰ ਰਹਿਣਗੇ ਤਦ ਤੱਕ ਅਸੀਂ ਅੰਦਰ ਰਵਾਂਗੇ। ਹਿੰਦੁਸਤਾਨ ਦੇ ਵਿੱਚ ਹਰ ਜਿਹੜੇ ਭੁੱਖੇ ਬੰਦੇ ਸੀਗੇ, ਜਿਨ੍ਹਾਂ ਨੂੰ 2 ਵਕਤ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ ਸੀ, ਉਹਨਾਂ ਲਈ ਲੰਗਰ ਲਾਏ, ਰਸਦਾਂ ਦਾ ਪ੍ਰਬੰਧ ਕੀਤਾ, ਖੂਨਦਾਨ ਕੀਤਾ, ਉਸ ਤੋਂ ਬਾਅਦ ਸੈਨੀਟਾਈਜੇਸ਼ਨ ਸੇਵਾ, ਜਿਹੜੀ ਮਰਜ਼ੀ ਸੇਵਾ ਉਹ ਸਿੱਖ ਕੌਮ ਨੇ ਕੀਤੀ ਹੈ। ਤੇ ਇਹ ਸਿੱਖ ਕੌਮ ਦੀ ਸਰਵੋੱਚ ਜਿਹੜੀ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਹੈ, ਤੇ ਪੂਰੀ ਕੌਮ ਵੱਲੋਂ ਥਾਪੇ ਜਥੇਦਾਰ ਹੈਗੇ ਆ, ਤੇ ਪੂਰੀ ਕੌਮ ਦਾ ਇਹ ਫਰਜ਼ ਬਣਦਾ ਹੈ ਕਿ ਅੱਗੇ ਆਣ। ਸਰਕਾਰ ਨੂੰ ਇਹ ਆਪ ਹੀ ਚਾਹੀਦਾ ਕਿ ਸਿੱਖ ਕੌਮ ਜਿਹੜੀ ਇੰਨੀ ਸੇਵਾ, ਇੰਨਾ ਸਭ ਕੁਝ ਕਰ ਰਹੀ ਹੈ, ਸੰਸਾਰ ਦੇ ਵਿੱਚ ਇਹਦੀ ਮਾਨਤਾ ਹੋ ਰਹੀ ਹੈ,
ਤੇ ਉਹਦਾ ਕੀਤਾ ਇਹੀ ਹੋਏਗਾ ਹਿੰਦੁਸਤਾਨ ਦੀ ਸਰਕਾਰ ਲਈ ਕਿ ਉਹਨਾਂ ਨੂੰ ਆਪ ਚਾਹੀਦਾ ਹੈ ਕਿ ਜਥੇਦਾਰ ਹਵਾਰਾ ਸਾਹਿਬ ਨੂੰ ਰਿਹਾ ਕਰਨ ਤੇ ਸਿੱਖ ਕੌਮ ਨੂੰ ਜਿਹੜਾ ਇਹ ਬਹੁਤ ਵੱਡੀ ਉਹਨਾਂ ਦੀ ਸਰਕਾਰ ਦੀ ਦੇਣ ਹੈ। ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹਨਾ ਸਰਕਾਰਾਂ ਨੂੰ, ਜੇ ਤੁਸੀਂ ਇੰਨੇ ਕੈਦੀ ਛੱਡ ਰਹੇ ਹੋ, 3500 ਤੋਂ ਵੱਧ ਤੁਸੀਂ ਬੰਦੇ ਛੱਡੇ, ਸਾਡਾ ਹਵਾਰਾ ਮਾੜਾ ਸੀ ਜਿਹਨੂੰ ਤੁਸੀਂ ਛੱਡਿਆ ਨਹੀਂ। ਜਗਤਾਰ ਸਿੰਘ ਹਵਾਰਾ ਜੀ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ? ਸਿਰਫ ਇਸ ਲਈ ਨਹੀਂ ਛੱਡਿਆ ਜਾ ਰਿਹਾ, ਉਹਨਾਂ ਦੇ ਸਿਰ ਤੇ ਪਗੜੀ ਹੈ। ਹੁਣੇ ਮੇਰੇ ਸਾਹਮਣੇ ਖੜੇ ਨੇ, ਉਹਨਾਂ ਨੇ 4 ਮਰਡਰ ਕੀਤੇ ਹੋਏ ਨੇ। ਉਹ ਕਹਿੰਦੇ ਜੀ ਚੂੜੇ ਹੋ ਕੇ ਕਹਿ ਰਹੇ ਨੇ ਸਾਡਾ ਬੰਦਾ ਵਾਪਸ ਆ ਰਿਹਾ, ਉਹਦੀ ਰੀੜ੍ਹ ਦੀ ਹੱਡੀ ਦੇ ਵਿੱਚ ਗੈਪ ਆ ਗਿਆ ਹੈ, ਗੈਪ ਦੇ ਕਰਕੇ ਉਹਨੂੰ ਛੱਡਿਆ ਜਾ ਰਿਹਾ। ਔਰ ਸਾਡੇ ਭਾਈ ਸਾਹਿਬ ਦੀ ਰੀੜ੍ਹ ਦੀ ਹੱਡੀ ਦਾ ਇਲਾਜ ਹੀ ਨਹੀਂ ਹੋਇਆ ਅੰਦਰ। ਜਿਹੜੇ ਨਗਰ ਕੀਰਤਨਾਂ 'ਚ ਅਸੀਂ ਵੇਖਦਾ ਕਿੰਨਾ ਇਕੱਠ ਹੁੰਦਾ ਸਾਡੀ ਸਿੱਖ ਕੌਮ ਦਾ, ਜਾਂ ਨਗਰ ਕੀਰਤਨਾਂ ਦੀ ਗੱਲ ਲਾ ਲਓ, ਕੀਰਤਨ ਦਰਬਾਰਾਂ ਦੀ, ਮਾਫੀ ਚਾਹੁੰਦਾ ਸੱਚ ਕੋੜ ਹੈ। ਉਹ ਸਿੱਖ ਕੌਮ ਸਾਡੀ ਇਸ ਵੇਲੇ ਜਿਹੜੀ ਇਸ ਮੁੱਦੇ ਤੇ ਉਹ ਕਿੱਥੇ ਗੈਪ ਹੋ ਜਾਂਦੀ ਹੈ, ਕਿੱਥੇ ਜਾਂਦੀ ਹੈ, ਮੈਂ ਮਾਫੀ ਚਾਹੁੰਦਾ ਇਹ ਲਫ਼ਜ਼ ਵਰਤ ਰਿਹਾ, ਲੇਕਿਨ ਸੱਚ ਕੋੜ ਹੈ। ਤੇ ਕੇਜਰੀਵਾਲ ਦਿੱਲੀ ਦੇ ਵਿੱਚ ਸਰਕਾਰ ਬਣੀ ਆ, ਸਿੱਖਾਂ ਨੇ ਪੂਰਾ ਜ਼ੋਰ ਲਾ ਕੇ ਆਪਣੀ ਸਰਕਾਰ ਬਣਾਈ ਹੈ। ਅੱਜ ਅਸੀਂ ਕਹਿੰਨੇ ਕਿ ਅੱਜ ਕੇਜਰੀਵਾਲ ਆ ਕੰਮ ਕਰ ਦੇਵੇ, ਮਗਰ ਅੱਜ ਉਹਨਾਂ ਨੇ ਵੀ ਆਪਣੇ ਰੰਗ ਦਿਖਾਤੇ। ਅਸੀਂ ਘੱਟੋ ਘੱਟ 100 ਤੋਂ 150 ਈਮੇਲਾਂ ਉਹਨਾਂ ਨੂੰ ਪਵਾਈਆਂ, ਜਿੱਥੇ ਤੱਕ ਕਿ ਅਸੀਂ ਉਹਨਾਂ ਨੂੰ ਮਿਲਣਾ ਵੀ ਚਾਹਿਆ, ਉਹਨਾਂ ਨੇ ਮਿਲਣ ਤੋਂ ਸਾਫ਼ ਮਨਾ ਕਰਤਾ। ਉਸ ਤੋਂ ਬਾਅਦ ਕੋਈ ਜਵਾਬ ਨਹੀਂ ਆਇਆ। ਵਾਹਿਗੁਰੂ 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 ਵਾਹਿਗੁਰੂ। ਅਰਦਾਸ ਓਂਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਤੇ ਗੁਰੂ ਅਮਰਦਾਸ ਗੁਰੂ ਰਾਮਦਾਸੇ ਹੋਏ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਦਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਏ, ਕਰ ਨੌ ਨਿਦਾਵੇ ਤਾਏ, ਸਭ ਥਾਈ ਹੋਏ ਸਹਾਏ। ਦਸਮ ਪਾਤਸ਼ਾਹ ਪੰਥ ਦੇ ਵਾਲੀ, ਸਰਬਸ ਦਾਨੀ, ਅੰਮ੍ਰਿਤ ਦੇ ਦਾਤੇ, ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹਾਂ ਦੀ ਜੋਤ, ਕਲਯੁਗ ਦੇ ਬਹੁਤ ਨਾਮ ਦੇ ਜਾਤ, ਹਲਤ ਪਲਟ ਕੇ ਰੱਖੀਏ। ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਰਾਤ ਦਾ ਧਿਆਨ ਕਰਕੇ ਬੋਲੋ ਜੀ। ਆਪ ਜੀ ਦੇ 5 ਪਿਆਰੇ, 4 ਸਾਹਿਬਜ਼ਾਦੇ, 40 ਮੁਕਤੀਆਂ, ਹੱਤੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਹਾਈ, ਦੇਖ ਕੇ ਅੰਡਟ ਕੀਤਾ, ਤਿੰਨਾਂ ਪਿਆਰਿਆਂ ਸੱਚਿਆਨੰਦ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਨ ਕਟਾਏ, ਖੋਪੜੇ ਲੋਹੀਆਂ, ਚਰਖੀਆਂ ਤੇ ਚਰੇ ਤਨ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸਵਾਸਾਂ ਨਾਲ ਨਿਭਾਈ, ਤਿੰਨਾਂ ਸੀਸ ਸਿੰਘਾਂ ਸਿੰਘਣੀਆਂ ਭੁਜੰਗਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ, ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। चितावे चितावन का सदका सर्व सुख होवे, जहाँ जहाँ खालसा जी साहब तां रखिया रियायत, देख देख फतेह पिसकी वह पंथ की जी, श्री साहब जी सहाय, खालसा जी के बोल बाले बोलो जी। सिखा नूं सिक्खी दान, केस दान, रहत दान, विवेक दान, विसाह दान, भरोसा दान, दाना सिर दान, नाम दान, श्री अमृतसर जी दे दर्शन इशनान, चौंकियां झंडे बूंगे, जुगो जुगो टल, धर्म का जयकार बोलो जी। सिखां दा मन्नेवा मत उची मत पदा राखा आप वाहिगुरू। हे अकाल पुरख अपने पंथ दे सदा साई दा तार जियो। श्री ननकाना साहिब ते होर गुरुद्वारिਆਂ गुरधामां दे जिन्हां नूं पंथ नूं विछोड़िया गया है, खुले दर्शन दीदार ते सेवा संभाल दा दान खालसा पंथ नूं बख्शियो। हे निमाणे दे मान, निताणे दे तान, नियोटिਆਂ ਦੀ ਓਟ, ਨਿਆਸਰੇ ਦੇ ਆਸਰੇ। हे सच्चे पिता वाहिगुरू। हे धन धन बंदी छोड़ दाता जी, धन धन श्री हरगोबिंद सिंह जी महाराज साहब जीओ, धन धन श्री गुरु ग्रंथ साहिब जी महाराज जीओ। ਆਪ ਜੀ ਦੇ ਜਿਹੜੇ ਸਿੰਘ ਬੰਦੀ ਜੇਲ੍ਹਾਂ ਦੇ ਵਿੱਚ ਹੈ, ਉਹਨਾਂ ਦੀ ਰਿਹਾਈ ਤੇ ਆਪਣਾ ਮੇਰਾ ਭਰਿਆ ਹੱਥ ਰੱਖੋ। ਅਕਾਲ ਤਖਤ ਸਾਹਿਬ ਦੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੀ ਰਿਹਾਈ ਤੇ ਉਹਨਾਂ ਦੇ ਤੇ ਆਪਣਾ ਮੇਰਾ ਭਰਿਆ ਹੱਥ ਰੱਖਿਓ। ਜਿਹੜੇ ਵਿੱਚ ਬੰਦੀ ਹੈ, ਇਹ ਬੰਦੀ ਛੋੜ ਦਾਤਾ, ਉਹਨਾਂ ਦੀ ਰਿਹਾਈ ਤੇ ਆਪਣਾ ਮੇਰਾ ਭਰਿਆ ਰੱਖਿਓ। ਸਮੂਹ ਖਾਲਸੇ ਪੰਥ ਨੂੰ ਅੰਮ੍ਰਿਤ ਦੇ ਜਾਗਣੇ ਨਿਤਨੇਮ ਕਰਨ ਦਾ ਬਲ ਉਦਮ ਬਖਸ਼ਣਾ ਵਾਹਿਗੁਰੂ ਜੀਓ। ਜਥਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਮੂਹ ਸਿੰਘਾਂ, ਸਮੂਹ ਪਰਿਵਾਰਾਂ ਤੇ ਆਪਣਾ ਮੇਰਾ ਭਰਿਆ ਹੱਥ ਰੱਖਿਓ। ਅਸੀਂ ਆਪ ਜੀ ਦਾ ਓਟ ਆਸਰਾ ਲੈ ਕੇ ਇਦਾਂ ਹੀ ਵਾਹਿਗੁਰੂ ਜੀ ਅੱਗੇ ਚੱਲਦੇ ਰਹੀਏ। ਆਪਣਾ ਮੇਰਾ ਭਰਿਆ ਹੱਥ ਰੱਖਿਓ। ਦੁਕਾਲਨ ਪਰਾਸੇ ਦਿਆਲਨ ਸਰੂਪੇ, ਸਦਾ ਅੰਗ ਸੰਗੇ, ਅਭੰਗਮ ਵਿਭੁਕਤੇ ਦੇ ਮੁੱਖ ਵਾਕਾਂ ਅਨੁਸਾਰ ਆਪ ਜੀ ਹਮੇਸ਼ਾ ਅੰਗ ਸੰਗ ਸਹਾਈ ਰਹਿਣਾ ਵਾਹਿਗੁਰੂ ਜੀਓ। ਆਖਰ ਵਾਦਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਰਵਕਾਰ ਰਾਸ ਕਰਨੇ, ਸਿਆਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੰਦ ਦੇਖ ਰਹੇ ਦਰਸ਼ਕਾਂ ਦਾ ਦਾਸ ਗੁਰਪ੍ਰੀਤ ਸਿੰਘ ਕੋਈ ਸਵਾਗਤ ਕਰਦਾ। ਸੰਗਤ ਜੀ ਆਪ ਜੀ ਨਾਲ ਜੁੜੇ ਹੋਏ ਆ। ਇਸ ਟਾਈਮ ਅਸੀਂ ਮੌਜੂਦ ਹੈਗੇ ਆ ਦਿੱਲੀ ਦੀ ਤਿਹਾੜ ਜੇਲ੍ਹ ਦੇ ਬਾਹਰ। ਤੁਸੀਂ ਦੇਖੋਗੇ ਸਾਹਮਣੇ ਹੀ ਦਿੱਲੀ ਦੀ ਤਿਹਾੜ ਜੇਲ੍ਹ ਜਿਹੜੀ ਹੈਗੀ ਤੁਹਾਨੂੰ ਇੱਥੇ ਦਿਖਾਈ ਦੇਗੀ ਔਰ ਉਸ ਦਾ ਜੋ ਕਿ ਸੰਖਿਆ 1 3 5 6 7 8 9 ਤੇ ਇਹ ਜਿਹੜੇ ਜੇਲ੍ਹਾਂ ਦੇ ਜਿਹੜੇ ਨੰਬਰ ਨੇ ਇੱਥੇ ਹੈਗੇ ਆ ਉਸ ਦੇ ਬਾਹਰ ਜਿਹੜਾ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਰਿਹਾਈ ਵਾਸਤੇ ਤੇ ਜਿਹੜਾ ਹੈਗਾ ਇੱਕ ਅਰਦਾਸ ਕੀਤੀ ਜਾ ਰਹੀ ਹੈਗੀ ਆ। ਆਓ ਜਿਹੜੇ ਬੰਦੀ ਸਿੰਘ ਇੱਥੇ ਉਹਨਾਂ ਦੀ ਰਿਹਾਈ ਵਾਸਤੇ ਜੋ ਅਰਦਾਸ ਜਿਹੜੀ ਸੰਗਤਾਂ ਕਰ ਰਹੀ ਹੈਗੀਆਂ ਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ, ਵਿਚਾਰਾ ਕਰਾਂਗੇ। ਜੋ ਸੰਗਤਾਂ ਇੱਥੇ ਮੌਜੂਦ ਹੈਗੀਆਂ ਸੰਗਤਾਂ ਦੇ ਨਾਲ ਵੀ ਅਸੀਂ ਵਿਚਾਰਾ ਕਰਾਂਗੇ, ਗੱਲਬਾਤ ਕਰਾਂਗੇ। ਆਓ ਸੰਗਤਾਂ ਦੇ ਨਾਲ ਅਸੀਂ ਪਹਿਲੇ ਜੁੜਦੇ ਹਾਂ ਕਿ ਜਿਹੜੇ ਇੱਥੇ ਸਿੰਘ ਇੱਥੇ ਮੌਜੂਦ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਮੰਗ ਹੈ ਜੀ ਆਪ ਜੀ ਦੀ? ਤੇ ਜੀ ਸਾਡੇ ਜਿਹੜੇ ਸਿੱਖ ਬੰਦੀ ਸਿੱਖ ਹੈਗੇ ਉਹਨਾਂ ਦੀ ਰਿਹਾਈ ਵਾਸਤੇ ਖੜੇ ਹਾਂ ਤੇ ਉਹਨਾਂ ਨੂੰ ਰਿਹਾ ਕੀਤਾ ਜਾਏ ਤੇ ਕਾਫੀ ਦਿਨ ਹੋ ਗਏ ਉਹਨਾਂ ਨੂੰ, ਹੋਰ ਕੁਝ ਨਹੀਂ ਹੈਗਾ ਸਾਡਾ ਕੰਮ। ਠੀਕ ਹੈ ਜੀ, ਬਿਲਕੁਲ ਬੰਦੀ ਸਿੰਘਾਂ ਦੀ ਰਿਹਾਈ ਦੀ ਜਿਹੜੀ ਮੰਗ ਹੈ ਉਹ ਕੀਤੀ ਜਾ ਰਹੀ ਹੈਗੀ ਆ। ਤੁਹਾਨੂੰ ਲਗਾਤਾਰ ਇਸ ਪ੍ਰੋਗਰਾਮ ਦੇ ਨਾਲ ਜੋੜਦੇ ਹੈਗੇ ਆ ਹੋਰ ਤੁਹਾਨੂੰ ਅਸੀਂ ਲਾਈਵ ਵੀ ਔਰ ਜੇਲ੍ਹ ਦੇ ਬਾਹਰ ਤਿਹਾੜ ਜੇਲ੍ਹ ਦੇ ਬਾਹਰੋਂ ਹੀ ਅਸੀਂ ਤੁਹਾਨੂੰ ਜੋੜਾਂਗੇ। ਸਾਡੇ ਨਾਲ ਜੋ ਸਿੱਖ ਸੰਗਤਾਂ ਜਿੱਥੇ ਮੌਜੂਦ ਨੇ ਔਰ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਦੇ ਹੋਏ ਇਹ ਪ੍ਰੋਗਰਾਮ ਕੀਤੇ ਜਾ ਰਹੇ ਨੇ। ਤੁਹਾਨੂੰ ਇਹਦੇ ਨਾਲ ਅਸੀਂ ਜੋੜਦੇ ਆ ਜੀ। ਜੀ ਸੰਗਤ ਜੀ ਲਗਾਤਾਰ ਸਿੰਘਾਂ ਦੇ ਨਾਲ ਗੱਲਬਾਤ ਕਰਦੇ ਪਏ ਹੈਗੇ। ਤਿਹਾੜ ਜੇਲ੍ਹ ਦੇ ਬਾਹਰ ਤੋਂ ਹੀ ਰਿਪੋਰਟਿੰਗ ਕਰ ਰਹੇ ਹੈਗੇ। ਅਕਾਲ ਚੰਦ ਟੀਮ ਇੱਥੇ ਮੌਜੂਦ ਹੈਗੀ ਔਰ ਐਸੇ ਤਿਹਾੜ ਜੇਲ੍ਹ ਦੇ ਵਿੱਚ ਭਾਈ ਜਗਤਾਰ ਸਿੰਘ ਜੀ ਹਵਾਰਾ ਆਪਣੀ ਜੋ ਕਿ ਜੇਲ੍ਹ ਦੀ ਸਜ਼ਾ ਜਿਹੜੀ ਹੈਗੀ ਕੱਟਦੇ ਪਏ ਨੇ। 3573 ਤਾਂ ਰਿਹਾ ਕਰ ਦਿੱਤੇ ਪਰ ਇੱਕ ਭਾਈ ਹਵਾਰੇ ਦੇ ਨਾਂ ਤੇ ਕਿਉਂ ਸੋਚਣਾ ਪੈ ਰਿਹਾ ਸਰਕਾਰ ਨੂੰ? ਇਹੀ ਸਵਾਲ ਲੈ ਕੇ ਜਿਹੜੇ ਸਿੰਘ ਨੇ ਪਿੱਛੇ ਮੌਜੂਦ ਨੇ ਹੋਰ ਲਗਾਤਾਰ ਅਰਦਾਸਾਂ ਕਰ ਰਹੇ ਨੇ। ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਵੀ ਉਹਨਾਂ ਨੇ ਜੋਦੜੀ ਜਿਹੜੀ ਹੈਗੀ ਪਿਛਲੇ ਕੁਝ ਦਿਨਾਂ ਪਹਿਲੇ ਕੀਤੀ ਸੀਗੀ। ਉਸ ਤੋਂ ਬਾਅਦ ਵੀ ਇੱਕ ਵਾਰੀ ਰਿਹਾਈ ਦੀ ਅਰਦਾਸ ਕੀਤੀ ਸੀਗੀ। ਅੱਜ ਫੇਰ ਅਰਦਾਸ ਕਰਨ ਵਾਸਤੇ ਇਕੱਠੇ ਹੋਏ ਨੇ ਹੋਰ ਹਲੂਣਾ ਵੀ ਦੇ ਰਹੇ ਨੇ ਸਾਰੇ ਰਾਜਨੀਤਿਕ ਪਾਰਟੀਆਂ ਨੂੰ ਕਿ ਉਹ ਵੀ ਆਣ। ਚਲੋ ਚੰਗੀ ਗੱਲ ਹੈ ਕਿ ਕੁਝ ਪਾਰਟੀ ਇਹਨਾਂ ਦੇ ਨਾਲ ਆ ਕੇ ਜੁੜ ਵੀ ਰਹੀਆਂ ਨੇ। ਸਭ ਤੋਂ ਪਹਿਲੇ ਭਾਈ ਗੁਰਪਾਲ ਸਿੰਘ ਜੀ ਇੱਥੇ ਮੌਜੂਦ ਨੇ ਜੱਥਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਔਰ ਇਕੱਲਾ ਜੱਥਾ ਸ਼੍ਰੀ ਅਕਾਲ ਤਖਤ ਸਾਹਿਬ ਵੀ ਨਹੀਂ ਹੋਰ ਵੀ ਜਿਹੜੀ ਦਿੱਲੀ ਦੀ ਸੰਗਤ ਹੈਗੀ ਉਹ ਵੀ ਇੱਥੇ ਮੌਜੂਦ ਹੈਗੀ ਹੈ ਕਿਉਂਕਿ ਜਿਹੜੀ ਵੀ ਇਹ ਨਹੀਂ ਕਿ ਇੱਕ ਜਥੇਬੰਦੀ ਸਿਰਫ ਜਿਹੜੀ ਹੈਗੀ ਭਾਈ ਹਵਾਰੇ ਨੂੰ ਸਪੋਰਟ ਕਰਦੀ ਹੈ। ਕੋਈ ਵੀ ਜਿਹੜਾ ਹੈਗਾ ਉਹਨਾਂ ਨੂੰ ਪਿਆਰ ਕਰਨ ਵਾਲਾ ਇੱਥੇ ਆ ਕੇ ਖੜਾ ਹੋ ਸਕਦਾ। ਕੋਈ ਜੱਥੇ 'ਚ ਹੋਵੇ ਨਾ ਹੋਵੇ ਪਰ ਜੇ ਉਹਨਾਂ ਨੂੰ ਪਿਆਰ ਕਰਦਾ ਤੇ ਇੱਥੇ ਆ ਕੇ ਖੜਾ ਹੈਗਾ। ਭਾਈ ਗੁਰਪਾਲ ਸਿੰਘ ਜੀ ਲਗਾਤਾਰ ਅਰਦਾਸਾਂ ਜੋਦੜੀਆਂ ਕੀਤੀ ਜਾ ਰਹੀ ਹੈ। ਕੀ ਕਹਿਣਾ ਚਾਹੋਗੇ ਸੰਗਤ ਨੂੰ ਕਿ ਪ੍ਰਵਾਨ ਤਾਂ ਹੋਣੀ ਵੀ ਸ਼ੁਰੂ ਹੋ ਵੀ ਰਹੀ ਹੈ ਕਿ ਬੰਦੀ ਸਿੰਘਾਂ ਵਾਸਤੇ ਜਿਸ ਤਰ੍ਹਾਂ ਕਿ ਭਾਈ ਹਰਨੇਵ ਸਿੰਘ ਭਾਖਰੀ ਵੀ ਉਹ 28 ਦਿਨ ਉਹਨਾਂ ਨੂੰ ਜਿਹੜੀ ਹੈਗੀ ਹੈ ਪੈਰੋਲ ਮਿਲੀ ਸੀਗੀ। ਭਾਈ ਜਗਤਾਰ ਸਿੰਘ ਹਵਾਰਾ ਵਾਸਤੇ ਵੀ ਬੇਨਤੀ ਕੀਤੀ ਜਾ ਰਹੀ ਹੈ। ਬਿਲਕੁਲ ਆਪਾਂ ਜੇ ਗੱਲ ਕਰੀਏ ਤਾਂ ਭਾਈ ਜਗਤਾਰ ਸਿੰਘ ਹਵਾਰਾ ਸਾਡੇ ਤੋਂ ਕੁਝ ਹੀ ਫੁੱਟਾਂ ਦੇ ਫਾਸਲੇ ਤੇ ਹੋਣਗੇ। ਸਾਹਮਣੇ ਹੀ ਤਿਹਾੜ ਜੇਲ੍ਹ ਦਾ ਗੇਟ ਹੈਗਾ। ਬਾਹਰ ਅਸੀਂ ਸਿੰਘਾਂ ਦੇ ਨਾਲ ਖੜੇ ਹੈਗੇ ਆ ਤੇ ਮੈਨੂੰ ਲੱਗਦਾ ਕਿ ਜੇ ਜ਼ੋਰ ਦੀ ਇੱਕ ਵਾਰੀ ਜੇ ਸਾਰੇ ਸਿੰਘ ਜੇ ਜੈਕਾਰਾ ਲਾ ਦੇਣਗੇ ਨਾ ਤੇ ਭਾਈ ਜਗਤਾਰ ਸਿੰਘ ਹਵਾਰਾ ਤੱਕ ਜਿਹੜਾ ਨਾ ਜੈਕਾਰੇ ਦੀ ਜਿਹੜੀ ਗੂੰਜ ਜ਼ਰੂਰ ਪਹੁੰਚ ਜਾਏਗੀ। ਮੈਂ ਕਹਾਂਗਾ ਇੱਕ ਵਾਰੀ ਜੈਕਾਰਾ ਲਾਈ ਤਾਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਦੱਸ ਹੀ ਦਿਓ ਕਿ ਸਿੰਘ ਇੱਥੇ ਬਾਹਰ ਮੌਜੂਦ ਹੈਗੇ ਆ। ਬੋਲੇ ਸੋ ਨਿਹਾਲ। ਸਤਿ ਸ਼੍ਰੀ ਅਕਾਲ। ਜੀ ਬਿਲਕੁਲ ਮੈਨੂੰ ਲੱਗਦਾ ਕਿ ਜ਼ਰੂਰ ਉੱਥੇ ਪਹੁੰਚ ਗਈ ਹੋਏਗੀ ਉਹਨਾਂ ਤੱਕ ਆਵਾਜ਼ ਕਿਉਂਕਿ ਫਾਸਲਾ ਕੁਝ ਹੀ ਫੁੱਟਾਂ ਦਾ ਹੈਗਾ। ਵੀਰ ਜੀ ਕੀ ਕਹਿਣਾ ਚਾਹੋ? ਭਾਈ ਸਾਹਿਬ ਗੁਰਪ੍ਰੀਤ ਸਿੰਘ ਜੀ ਸਭ ਤੋਂ ਪਹਿਲੀ ਗੱਲ ਅਸੀਂ ਕਿਸੇ ਨੂੰ ਆਪਣਾ ਦੁਸ਼ਮਣ ਨਹੀਂ ਸਮਝਦੇ ਕਿ ਜਿੱਦਾਂ ਕਿ ਬੰਦੇ ਕਈ ਸੋਚ ਰਹੇ ਕਿ ਬਾਰ-ਬਾਰ ਗੁਰਦੁਆਰਾ ਪ੍ਰਬੰਧਕ ਕਮੇਟੀ ਈਵਨ ਕਿ ਗੁਰਪਾਲ ਸਿੰਘ ਨੇ ਇੰਨਾ ਵੀ ਕਹਿ ਦਿੱਤਾ ਸੀਗਾ ਸਾਡੇ ਜਥੇ ਨੇ ਕਿ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਆ, ਉਹ ਇੰਡੀਅਨ ਪ੍ਰਬੰਧਕ ਕਮੇਟੀ ਆ। ਇਹ ਸਾਡਾ ਰੋਸ ਇਸ ਲਈ ਸੀਗਾ ਕਿ ਸਾਡੀਆਂ ਹੀ ਵੋਟਾਂ ਤੋਂ ਜਿੱਤੇ ਹੋਏ ਸਾਡੇ ਨਾਲ ਹੀ ਵਾਅਦਾ ਕਰਕੇ ਕਿ ਅਸੀਂ 84 ਦਾ ਆਹ ਕੰਮ ਕਰਾਂਗੇ। ਹੁਣ ਦੇਖੋ ਜੀ ਸਾਡੀ ਉਮਰ ਵੀ 40 ਸਾਲ ਹੋ ਗਈ। ਜਦੋਂ 84 ਸੀ ਉਦੋਂ ਦਾਸ ਦੀ ਉਮਰ 4.5 ਸਾਲ ਸੀ ਜਦੋਂ ਆਪਣਾ ਪਿਤਾ ਖੋਇਆ ਸੀ ਤੇ ਸਾਡੀ ਉਮਰ ਵੀ 40 ਸਾਲ ਹੋ ਗਈ। ਅੱਜ ਮੇਰੇ ਭੁਜੰਗੀ ਦੀ ਵੀ ਉਮਰ 12 ਸਾਲ ਹੋ ਗਈ। ਈਵਨ ਕਿ ਇਹਨਾਂ ਨੇ ਜਦੋਂ ਸੀਟਾਂ ਤੱਕ ਲਿੱਤੀਆਂ ਗਈਆਂ ਸਾਡੇ ਨਾਲ ਪ੍ਰੋਮਿਸ ਕੀਤੇ ਸੀਗੇ
ਕਿ ਚਲੋ ਹੁਣ ਤੁਹਾਡੀਆਂ ਉਮਰਾਂ ਤਾਂ ਲੰਘ ਗਈਆਂ, ਤੁਹਾਨੂੰ ਕੋਈ ਨੌਕਰੀ ਨਹੀਂ ਮਿਲ ਸਕਦੀ। ਈਵਨ ਕਿ ਅਸੀਂ ਇੰਨਾ ਕਰ ਸਕਦੇ ਕਿ ਆਪ ਜੀ ਦੇ ਬੱਚਿਆਂ ਨੂੰ ਜਿਹੜੀ ਪੜ੍ਹਾਈ ਹੈ ਉਹ ਫ੍ਰੀ ਕੀਤੀ ਜਾਏਗੀ। ਤੇ ਚਲੋ ਅਸੀਂ ਇੰਨਾ ਲਾਲਚਾਂ ਦੇ ਵਿੱਚ ਨਹੀਂ ਆਉਣ ਵਾਲੇ, ਮਗਰ ਸਾਡੀ ਕਿਸੇ ਨਾਲ ਦੁਸ਼ਮਣੀ ਨਹੀਂ। ਅਸੀਂ ਕਹਿੰਦੇ ਆ ਕਿ ਤੁਸੀਂ ਕਿਸੇ ਵੀ ਪਾਰਟੀ ਤੋਂ ਰੱਖਦੇ ਹੋ, ਭਾਵੇਂ ਬੀਜੇਪੀ ਹੈ, ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ, ਤੁਸੀਂ ਬਤੌਰ ਸਿੱਖ ਆ ਕੇ ਘੱਟੋ ਘੱਟ ਖੜੇ ਤਾਂ ਹੋਵੋ ਇੱਥੇ। ਸਾਡੀ ਕਿਸੇ ਨਾਲ, ਸਾਡੀ ਨਾ ਹੀ ਕਿਸੇ ਦੇਸ਼ ਨਾਲ ਦੁਸ਼ਮਣੀ ਹੈ, ਸਾਡੀ ਦੁਸ਼ਮਣੀ ਹੈ ਦੇਸ਼ ਦੇ ਸਿਸਟਮ ਨਾਲ। ਦੁਸ਼ਮਣੀ ਵੀ ਨਹੀਂ ਕਹਿ ਸਕਦੇ, ਉਹਨਾਂ ਨਾਲ ਇੱਕ ਰੋਸ਼ ਹੈ ਕਿ ਜੇ 3573 ਸਿੰਘ ਹਫ਼ਤੇ ਪਹਿਲਾਂ ਛੱਡੇ ਤੇ ਅੱਜ ਉਹਨਾਂ ਦੀ ਗਿਣਤੀ ਮੇਰੇ ਖਿਆਲ ਨਾਲ 3700 ਕੈਦੀਆਂ ਦੀ ਹੋ ਚੁੱਕੀ ਹੋਏਗੀ। ਕਿਉਂਕਿ ਅੱਜ ਆਪ ਜੀ ਵੀ ਕੈਮਰਾ ਘੁਮਾ ਕੇ ਦੇਖ ਸਕਦੇ ਹੋ, ਕਈ ਹੋਰ ਵੀਰ ਵੀ ਆਏ ਹੋਏ ਆ ਜਿਨ੍ਹਾਂ ਦੇ ਅੱਜ ਕੁਝ ਮੈਂਬਰ ਰਿਹਾ ਹੋਣੇ ਆ, ਪੈਰੋਲ ਤੇ ਬਾਹਰ ਆਣੇ ਆ। ਈਵਨ ਕਿ ਕਈ ਕਾਤਿਲ ਵੀ ਹੈਗੇ, ਉੱਚ ਬਲਾਤਕਾਰੀ ਵੀ ਆ। ਅਗਲੇ ਮਾਨ ਨਾਲ ਠੋਕ ਕੇ ਕਹਿੰਦੇ ਕਿ ਸਾਡੇ ਭਰਾ ਨੇ ਕੰਮ ਕੀਤੇ ਆ, 4-4 ਮਰਡਰ ਮਾਰੇ ਆ ਸਾਰਾ। ਅੱਜ ਉਹ ਬੰਦੇ ਬਾਹਰ ਆ ਰਹੇ ਆ। ਇੱਕ ਜਗਤਾਰ ਸਿੰਘ ਹਵਾਰਾ ਜਾਂ ਸਾਡੇ ਹੋਰ ਜਿਹੜੇ ਸਿੰਘ ਜਿਹੜੇ ਹੋਰ ਕਾਫੀ ਅੰਦਰ, ਬੱਗਾ ਸ਼ੇਰਾ, ਜੱਗੀ ਜੋਲ ਵਗੈਰਾ ਕਾਫੀ ਸਿੰਘ ਹੈਗੇ ਅੰਦਰ, ਕਿ ਉਹਨਾਂ ਦੀ ਪੈਰੋਲ ਤੇ ਇਹਨਾਂ ਸਰਕਾਰਾਂ ਨੂੰ ਸੱਪ ਕਿਉਂ ਸੂੰਘ ਜਾਂਦਾ ਹੈ। ਈਵਨ ਕਿ ਸਾਰਾ ਜਾਣਦੇ ਕਿ ਜਿਹੜੀ ਕੇਜਰੀਵਾਲ ਦਿੱਲੀ ਦੇ ਵਿੱਚ ਸਰਕਾਰ ਬਣੀ ਆ, ਸਿੱਖਾਂ ਨੇ ਪੂਰਾ ਜ਼ੋਰ ਲਾ ਕੇ ਆਪਣੀ ਸਰਕਾਰ ਬਣਾਈ ਹੈ। ਅੱਜ ਅਸੀਂ ਕਹਿੰਦੇ ਕਿ ਅੱਜ ਕੇਜਰੀਵਾਲ ਇਹ ਕੰਮ ਕਰ ਦੇਵੇ, ਆਉਣ ਵਾਲੇ ਟਾਈਮ ਤੱਕ ਕਿ ਜਦ ਤੱਕ ਸਾਡੇ ਸਵਾਸ ਹੈਗੇ ਆ, ਜਦ ਤੱਕ ਸਿੱਖ ਬਤੌਰ ਹੈਗੇ ਆ, ਕਿ ਉਹਨਾਂ ਦੀ ਸਰਕਾਰ ਤੇ ਹੀ ਅਸੀਂ ਮਤਲਬ ਕਿ ਵਿਸ਼ਵਾਸ ਰੱਖ ਸਕਦੇ ਆ। ਮਗਰ ਅੱਜ ਉਹਨਾਂ ਨੇ ਵੀ ਆਪਣੇ ਰੰਗ ਦਿਖਾਤੇ। ਅਸੀਂ ਘੱਟੋ ਘੱਟ 100 ਤੋਂ 150 ਈਮੇਲਾਂ ਉਹਨਾਂ ਨੂੰ ਪਵਾਈਆਂ, ਜਿੱਥੇ ਤੱਕ ਕਿ ਅਸੀਂ ਉਹਨਾਂ ਨੂੰ ਮਿਲਣਾ ਵੀ ਚਾਹਿਆ, ਉਹਨਾਂ ਨੇ ਮਿਲਣ ਤੋਂ ਸਾਫ਼ ਮਨਾ ਕਰਤਾ। ਉਸ ਤੋਂ ਬਾਅਦ ਕੋਈ ਜਵਾਬ ਨਹੀਂ ਆਇਆ। ਇੰਨੇ ਈਮੇਲ ਆਪਾਂ ਹਰੇਕ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੈਟਰ ਹੈਡ ਪਹੁੰਚਾਏ, ਸਾਰਾ ਕੁਝ ਬਤਾਇਆ ਕਿ ਅਸੀਂ ਕੱਲਾ ਸਾਡਾ ਜੱਥਾ ਸ਼੍ਰੀ ਅਕਾਲ ਤਖਤ ਸਾਹਿਬ ਦਿੱਲੀ ਯੂਨਿਟ ਹੀ ਨਹੀਂ ਚਾਹੁੰਦਾ, ਆਮ ਸਿੱਖ ਵੀ ਜਿਹੜਾ ਹੈਗਾ ਆ, ਅਸੀਂ ਸੌਰੀ ਮੈਂ ਕਹਿ ਰਿਹਾ ਉਹਨਾਂ ਨੂੰ ਆਮ ਸਿੱਖ ਕਹਿ ਰਿਹਾ, ਆਪਣੇ ਲਫ਼ਜ਼ ਅਸੀਂ ਵਾਪਸ ਲੈਂਦੇ ਆ। ਜਿਹੜਾ ਬਤੌਰ ਜਿਹੜਾ ਕੋਈ ਸਿੱਖ ਵੀ ਹੈ ਨਾ, ਹਰੇਕ ਸਿੱਖ, ਕੋਈ ਬੱਚਾ ਹੋਵੇ, ਬਜ਼ੁਰਗ ਹੋਵੇ, ਹਰ ਕੋਈ ਚਾਹੁੰਦਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਵੀ ਪੈਰੋਲ ਮਿਲੇ। ਈਵਨ ਕਿ ਤੁਸੀਂ ਦੇਖਿਆ ਹੋਏਗਾ ਅਰੈਸਟਮੀ ਦੇ ਅਸੀਂ ਉਹ ਫੜੇ ਆ। ਅਸੀਂ ਬਤੌਰ ਲਿਖਣ ਨੂੰ ਵੀ ਤਿਆਰ ਹੈ ਕਿ ਜਦ ਤੱਕ ਜਗਤਾਰ ਸਿੰਘ ਹਵਾਰਾ ਜੀ ਪੈਰੋਲ ਤੇ ਬਾਹਰ ਹੈਗੇ ਆ, ਭਾਵੇਂ ਸਾਨੂੰ 10 ਸਿੰਘਾਂ ਨੂੰ ਅੰਦਰ ਅਰੈਸਟ ਕਰਕੇ ਅੰਦਰ ਰੱਖਿਆ ਜਾ ਸਕਦਾ ਹੈ, ਕਿ ਇਹ ਖਤਰਾ ਨਾ ਹੋਵੇ ਕਿ ਆਪਾਂ ਕਿ ਜਗਤਾਰ ਸਿੰਘ ਹਵਾਰਾ ਬਾਹਰ ਆ ਤੇ ਜਿਹੜੇ ਸਿੰਘ ਇਹਨਾਂ ਨਾਲ ਮਿਲਦੇ ਆ ਉਹ ਵੀ ਬਾਹਰ ਆ, ਕੋਈ ਨਾ ਕੋਈ ਸਾਜ਼ਿਸ਼ ਖੇਲਣਗੇ। ਤੁਸੀਂ ਤਿਆਰ ਹੋ ਆਪਣੀ ਅਰੈਸਟ ਦੇਣ? ਆਪਣੀ ਅਰੈਸਟਿੰਗ ਦੀ ਤਿਆਰ ਆ ਜੀ। ਸਾਨੂੰ ਭਾਵੇਂ 2 ਮਹੀਨੇ ਦੀ ਅਰੈਸਟਿੰਗ ਦੇ ਦਿਓ, ਜਿੰਨੇ ਦੀ ਇਹਦੇ ਵਿੱਚ ਕੋਈ ਨਹੀਂ ਹੈ। ਛਾਤੀ ਕਿੰਨੇ ਕੁ ਤਿਆਰ ਨੇ? ਇੱਧਰੋਂ ਪਤਾ ਤਾਂ ਲੱਗਿਆ ਨਾ। ਸਾਡੇ ਨਾਲ 10 ਸਿੰਘ ਤਿਆਰ ਆ, ਹੱਥ ਖੜੇ। 10 ਤੋਂ ਵੱਧ ਹੀ ਹੋ ਜਾਣਗੇ ਜੀ। 10 ਸਿੰਘ ਤਾਂ ਅਸੀਂ ਆਪਣੇ ਮੂੰਹੋਂ ਤਾਂ ਕਹਿ ਰਹੇ ਹਾਂ ਕਿ ਬਾਕੀ ਦੇਖੋ ਸਿੰਘ ਜਜ਼ਬੇ ਪੂਰੇ ਰੱਖ ਰਹੇ ਆ। ਤੁਸੀਂ ਕੈਮਰਾ ਕਾਓ, ਸਾਰਿਆਂ ਨੇ ਹੱਥ ਖੜੇ ਦੇਖ ਲਓ, ਇਹ ਹੱਥ ਖੜੇ ਨੇ, ਹੋਰ ਇਹ ਗਵਾਹੀ ਦਿੰਦੇ ਨੇ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਤੋਂ ਛੱਡ ਦਿਓ, ਭਾਵੇਂ ਸਾਨੂੰ ਚੱਕ ਲਓ, ਸਾਨੂੰ ਜ਼ਮਾਨਤ ਦੇ ਤੌਰ ਤੇ ਅੰਦਰ ਰੱਖ ਲਓ। ਇਹ ਉਹ ਸਿੰਘਾਂ ਦੀ ਜਿਹੜੀ ਜਾਗਦੀ ਜ਼ਮੀਰ ਦੀ ਜਿਹੜੀ ਉਹਨਾਂ ਦੀ ਆਵਾਜ਼ ਹੈਗੀ ਆ, ਭਾਈ ਹਵਾਰਾ ਦੇ ਬਦਲੇ ਆਪਣੇ ਆਪ ਨੂੰ ਅੰਦਰ ਦੇਣ ਦੇ ਵਾਸਤੇ ਤਿਆਰ ਨੇ। ਇਹ ਵੀ ਤਾਂ ਕਿਸੇ ਮਾਂ ਦੇ ਪੁੱਤ ਹੈਗੇ ਨੇ, ਤੇ ਉਸ ਮਾਂ ਦੇ ਪੁੱਤ ਦੇ ਨਾਲ ਜਿਹੜਾ ਹੈਗਾ ਵਿਤਕਰਾ ਕਿਉਂ ਕੀਤਾ ਜਾ ਰਿਹਾ। ਔਰ ਇੱਥੇ ਪੂਰਾ ਇਹਨਾਂ ਨੇ ਜੋ ਪਲੇ ਕਾਰਡਸ ਜਿਹੜੇ ਲਗਾਏ ਹੋਏ ਆ, ਇਫ ਬੀਇੰਗ ਸਿੱਖ ਇਜ਼ ਅ ਕ੍ਰਾਈਮ ਦੈਨ ਅਰੈਸਟ ਮੀ, ਸਟਾਪ ਡਿਸਕ੍ਰਿਮੀਨੇਸ਼ਨ। ਦਿੱਲੀ ਸਰਕਾਰ 3573 ਕੈਦੀ ਛੱਡ ਸਕਦੀ ਹੈ ਤਾਂ ਜਥੇਦਾਰ ਹਵਾਰਾ ਨੂੰ ਕਿਉਂ ਨਹੀਂ? ਇਹ ਸਵਾਲ ਲੈ ਕੇ ਇਹ ਦਿੱਲੀ ਦੇ ਸਿੰਘ ਖੜੇ ਨੇ, ਪਰ ਇਹਨਾਂ ਦੇ ਜਵਾਬ ਕਿਸੇ ਵੀ ਧਾਰਮਿਕ ਆਗੂ ਕੋਲ ਜਾਂ ਕਿਸੇ ਵੀ ਪੰਥਕ ਲੀਡਰ ਕੋਲ ਜਾਂ ਸਿਆਸੀ ਲੀਡਰ ਕੋਲ ਨਹੀਂ ਹੈਗੇ। ਹਾਂ, ਕੁਝ ਪਾਰਟੀਆਂ ਦੇ ਨੁਮਾਇੰਦੇ ਜ਼ਰੂਰ ਇਹਨਾਂ ਦੇ ਨਾਲ ਖੜੇ ਨੇ, ਇਹਨਾਂ ਨਾਲ ਆ ਵੀ ਰਹੇ ਨੇ। ਥੋੜਾ ਜਿਹਾ ਜਾਣਨਾ ਚਾਹਾਂਗੇ ਕਿ ਜਿਸ ਤਰ੍ਹਾਂ ਦਿੱਲੀ ਕਮੇਟੀ ਦੇ ਮੌਜੂਦਾ ਮੈਂਬਰ ਚਮਨ ਸਿੰਘ ਵੀ ਤੁਹਾਡੇ ਨਾਲ ਆਏ, ਉਦੋਂ ਅਵਤਾਰ ਸਿੰਘ ਕਾਲਕਾ, ਭਾਵੇਂ ਅੱਜ ਉਹ ਕਿਸੇ ਅਹੁਦੇ ਤੇ ਨਹੀਂ ਨੇ, ਪਰ ਉਹ ਤੁਹਾਡੇ ਕੋਲ ਆਏ ਜ਼ਰੂਰ ਹੈ ਨਾ। ਉਸ ਤੋਂ ਇਲਾਵਾ ਹੋਰ ਕਈ ਹੋਰ ਪਾਰਟੀਆਂ ਦੇ ਨਾਲ ਵੀ ਤੁਹਾਡਾ ਸੰਬੰਧ ਜਿਹੜਾ ਇਸ ਬਾਰੇ ਜ਼ਰੂਰ ਰਾਬਤਾ ਹੋਇਆ ਹੋਏਗਾ। ਉਦੋਂ ਵੀ ਇਹੀ ਸਵਾਲ ਸੀਗਾ, 10 ਦਿਨ ਪਹਿਲੇ ਵੀ ਇਹੀ ਸਵਾਲ ਤੁਹਾਨੂੰ ਕੀਤਾ ਸੀਗਾ ਕਿ ਅੱਜ ਜਵਾਬ ਦੇ ਵਿੱਚ ਤੁਸੀਂ ਥੋੜੀ ਜਿਹੀ ਤਬਦੀਲੀ ਕਰੋਗੇ ਕਿ ਅੱਜ ਵੀ ਉਹੀ ਜਵਾਬ ਹੈ ਜੋ ਉਦੋਂ ਦਿੱਤਾ ਸੀਗਾ ਕਿ ਗਿਣਤੀ ਦੇ ਖੜੇ ਨੇ, ਗਿਣਤੀ ਦੇ ਨਹੀਂ ਖੜੇ? ਭਾਈ ਸਾਹਿਬ, ਸਿੱਖਾਂ ਦੇ ਵਿੱਚ ਪਹਿਲੀ ਗੱਲ ਗਿਣਤੀ ਨਹੀਂ, ਕੁਆਲਿਟੀ ਹੋਣੀ ਚਾਹੀਦੀ ਹੈ। ਗਿਣਤੀ ਨਾਲ ਸਿੱਖ ਕਦੀ ਵੀ ਨਹੀਂ ਜਿੱਤਿਆ, ਸਿੱਖ ਹਮੇਸ਼ਾ ਕੁਆਲਿਟੀ ਨਾਲ ਜਿੱਤਿਆ। ਸਾਡੇ ਆਹੀ ਹੈ ਜੀ ਜਵਾਬ ਕਿ ਜਿੱਦਾਂ ਤੁਸੀਂ ਕਿ ਅਵਤਾਰ ਸਿੰਘ ਕਾਲਕਾ ਜੀ ਦਾ ਨਾਮ ਲਿੱਤਾ, ਭਾਈ ਚਮਨ ਸਿੰਘ ਜੀ ਦਾ ਨਾਮ ਲਿੱਤਾ, ਇਕਬਾਲ ਸਿੰਘ ਜੀ ਨੇ ਜਿਨ੍ਹਾਂ ਨੇ ਸਾਨੂੰ ਗੁਰਦੁਆਰਿਆਂ ਤੋਂ ਸਰੂਪ ਦੇਣ ਤੋਂ ਵੀ ਮਨਾ ਕਰਤਾ ਸੀ। ਇਕਬਾਲ ਸਿੰਘ ਜੀ ਜਿਹੜੇ ਹੈਗੇ ਆ ਪ੍ਰਬੰਧਕ ਕਮੇਟੀ ਵਾਲੇ, ਉਹਨਾਂ ਨੇ ਸਾਨੂੰ ਆਪਣੇ ਕੀ ਨਾਮ ਹੈ ਵਿਕਾਸਪੁਰੀ ਤੋਂ ਸਰੂਪ ਦਿੱਤਾ ਉਹਨਾਂ ਨੇ। ਅਸੀਂ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰਕੇ ਸੰਪੂਰਨ ਅਖੰਡ ਪਾਠ ਸਾਹਿਬ ਦਾ ਭੋਗ ਵੀ ਪਾਇਆ
ਕਿ ਕਾਫੀ ਵੀ ਅਸੀਂ ਹੋਰ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਚਲੋ ਪ੍ਰਬੰਧਕ ਕਮੇਟੀ ਕਹਦੀ ਹੈ, ਉਹਨਾਂ ਕੋਲ ਵੀ ਗਏ ਅਸੀਂ। ਮੈਂ ਉਹੀ ਕਹਿ ਰਿਹਾ ਕਿ ਉਦੋਂ ਵੀ ਤੁਸੀਂ ਇਹ ਨਾਮ ਲਏ ਸੀ, ਕੀ ਨਾਮਾਂ ਦੇ ਵਿੱਚ ਕੁਝ ਵਾਧਾ ਹੋਇਆ ਕਿ ਨਹੀਂ ਹੋ ਰਿਹਾ? ਨਾਮਾਂ ਵਿੱਚ ਵਾਧਾ ਨਹੀਂ ਹੋ ਰਿਹਾ ਜੀ, ਨਾਮ ਉੱਥੇ ਦੇ ਉੱਥੇ ਹੀ ਖੜੇ ਆ। ਬਾਕੀ ਕਈਆਂ ਨੇ ਇਹ ਕਹਿਤਾ ਕਿ ਅਸੀਂ ਤਖਤੀ ਫੜ ਕੇ ਫੋਟੋ ਨਹੀਂ ਖਿਚਾਵਾਂਗੇ। ਅਸੀਂ ਉਹਨਾਂ ਨੂੰ ਇਹ ਸਵਾਲ ਵੀ ਪਾਇਆ ਕਿ ਤੁਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਨਹੀਂ ਮੰਨਦੇ, ਤੇ ਉਹ ਕਹਿੰਦੇ ਜੀ ਨਹੀਂ ਮੰਨਦੇ। ਮੈਂ ਕਿਹਾ ਜੀ ਜਿਹੜੇ ਇੱਕ ਤੁਹਾਨੂੰ ਜਿਹੜਾ ਤੁਸੀਂ ਜਥੇਦਾਰ ਬਣਾਇਆ, ਅਸੀਂ ਨਹੀਂ ਕਹਿੰਦੇ ਉਹ ਗਲਤ ਹੈਗਾ, ਉਹਨਾਂ ਨੇ ਤੁਸੀਂ ਕਿੰਨੀ ਗਿਣਤੀ ਦੇ ਵਿੱਚ ਬਣਾਇਆ। ਇੱਕ ਸਰਬਤ ਖਾਲਸਾ 2015 ਵਿੱਚ ਜਿਹੜਾ ਥਾਪਿਆ ਗਿਆ ਸੀ, ਉਹ 'ਚ 7 ਲੱਖ ਤੋਂ ਵੱਧ ਜਿਹੜੀ ਭੀੜ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਨੂੰ ਜਥੇਦਾਰ ਬਣਾਇਆ। ਕਿ ਤੁਸੀਂ ਇਹ ਜਿਹੜਾ ਸਰਬਤ ਖਾਲਸਾ ਹੋਇਆ, ਜਿਹੜਾ ਸਰਬਤ ਖਾਲਸਾ ਦੀ ਰੀਤ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਿਤਾ ਨੇ ਚਲਾਈ ਹੋਈ ਰੀਤ ਹੈ, ਤੇ ਉਹਦੇ ਵਿੱਚੋਂ ਅਕਾਲੀ ਫੁੱਲਾ ਸਿੰਘ ਵਰਗੇ ਨਿਕਲ ਕੇ ਆਏ, ਹੁਣ ਜਥੇਦਾਰ ਜਗਤਾਰ ਸਿੰਘ ਵਰਗੇ ਹੋਰ ਵੀ ਕਾਏ, ਗੁਰਦੇਵ ਸਿੰਘ ਕੌਂਕੇ ਵਰਗੇ ਨਿਕਲ ਕੇ ਆਏ 1986 ਦੇ ਸਰਬਤ ਖਾਲਸਾ ਦੇ ਉੱਤੇ। ਕਿ ਤੁਸੀਂ ਚਲੋ ਮੰਨਦੇ ਆ ਉਹਨਾਂ ਨੂੰ, ਇਹ ਵੀ ਉਹਨਾਂ ਦੇ ਕੰਮ ਤੇ ਵੀ ਫੁੱਲ ਚੜਾਤਾ ਕਿ ਚਲੋ ਤੁਸੀਂ ਨਹੀਂ ਜਥੇਦਾਰ ਜਗਤਾਰ ਸਿੰਘ ਹਵਾਰੇ ਨੂੰ ਜਥੇਦਾਰ ਮੰਨਦੇ। ਯਾਰ ਤੁਸੀਂ ਇੱਕ ਜਗਤਾਰ ਸਿੰਘ ਹਵਾਰਾ ਨੇ ਇੱਕ ਆਮ ਸਿੱਖ ਬਣ ਕੇ ਕਿ ਉਹਨਾਂ ਨੇ ਕੋਈ ਸਿੱਖ ਪੰਥ ਦੀ ਸੇਵਾ ਨਹੀਂ ਕੀਤੀ, ਇੰਨੇ ਵੱਡੇ ਜ਼ਾਲਿਮ ਦਾ ਸੌਦਾ ਲਾਇਆ ਕਿ ਉਹਦੇ ਉੱਤੇ ਤੁਸੀਂ ਉਹਦੇ ਇਨਸਾਫ ਵਾਸਤੇ ਆ ਕੇ ਵੀ ਸਾਡੇ ਨਾਲ ਨਹੀਂ ਖੜੇ ਹੋ ਸਕਦੇ। ਅਸੀਂ ਨਹੀਂ ਤੁਹਾਡੇ ਨੂੰ ਪ੍ਰੈਸ਼ਰਾਈਜ਼ ਕਰ ਰਹੇ ਕਿ ਤੁਸੀਂ ਉਹਨੂੰ ਜਥੇਦਾਰ ਹਵਾਰਾ ਹੀ ਕਹੋ। ਠੀਕ ਹੈ, ਬਿਲਕੁਲ ਵਾਜਿਬ ਸਵਾਲ ਹੈ ਕਿ ਠੀਕ ਹੈ ਕਿ ਇਸ ਮਾਮਲੇ ਦੇ ਵਿੱਚ ਦੋ ਮਤਾਂ ਤੁਹਾਡੀਆਂ ਹੋ ਸਕਦੀਆਂ, ਅਲੱਗ-ਅਲੱਗ ਵਿਰੋਧਾਭਾਸ ਇਹਦੇ ਵਿੱਚ ਹੋ ਸਕਦਾ ਹੈਗਾ ਕਿ ਅਸੀਂ ਤੇ ਹਵਾਰੇ ਨੂੰ ਜਥੇਦਾਰ ਮੰਨਦੇ ਆ ਨਹੀਂ ਮੰਨਦੇ। ਇੱਥੇ ਵੀ ਹੋ ਸਕਦਾ ਕੁਝ ਸਿੰਘ ਐਸੇ ਹੋਣ ਜਿਹਦੇ ਵਿੱਚੋਂ ਇੱਕ ਅੱਧਾ ਕਹਦੇ ਕਿ ਸ਼ਾਇਦ ਮੈਂ ਜਿਹੜਾ ਨਹੀਂ ਮੰਨਦਾ, ਪਰ ਗੱਲ ਉਹ ਇਸ ਕਰਕੇ ਇੱਥੇ ਖੜੇ ਨੇ ਕਿ ਇਨਸਾਨੀਅਤ ਦੇ ਤੌਰ ਤੇ ਆਪਣਾ ਕੌਮੀ ਫਰਜ਼ ਪਛਾਣਦੇ ਹੋਏ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਕੁਰਬਾਨੀਆਂ ਸੀਗੀਆਂ। ਇਹ ਨਹੀਂ ਕਿ ਜੀ 2015 ਵਿੱਚ ਉਹਨਾਂ ਨੂੰ ਜਥੇਦਾਰ ਚੁਣਿਆ ਗਿਆ ਤਾਂ ਇਹ ਲੋਕ ਉਹਨਾਂ ਨੂੰ ਪਿਆਰ ਕਰਨਾ ਸ਼ੁਰੂ ਹੋਇਆ। 2015 ਤੋਂ ਪਹਿਲੇ ਵੀ ਇਹ ਭਾਈ ਜਗਤਾਰ ਸਿੰਘ ਹਵਾਰਾ ਨੂੰ ਉਤਨਾ ਹੀ ਪਿਆਰ ਕਰਦੇ ਸੀ, ਇਸ ਗੱਲ 'ਚ ਕੋਈ ਸ਼ੱਕ ਤਾਂ ਨਹੀਂ? ਕੋਈ ਸ਼ੱਕ ਨਹੀਂ ਜੀ, ਅਸੀਂ ਇਕੱਲੇ ਜਗਤਾਰ ਸਿੰਘ ਹਵਾਰਾ ਜੀ ਨੂੰ ਨਹੀਂ ਜੀ, ਮੈਂ ਸਾਰੇ ਜਿਹੜੇ ਸਿੱਖ ਸਾਡੇ ਬੰਦੀ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਆਪਣਾ ਇੰਨੀਆਂ ਜ਼ਮੀਨਾਂ ਜਾਇਦਾਦ, ਆਪਣੇ ਪਰਿਵਾਰ, ਇੰਨਾ ਵੱਡਾ ਹੱਸਦਾ ਖੇਲਦਾ ਪਰਿਵਾਰ ਨੂੰ ਛੱਡ ਕੇ, ਮਤਲਬ ਕਿ ਇੱਕ ਆਪਣੇ ਆਪ ਨੂੰ ਸਿੱਖ ਸਮਝ ਕੇ ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਅਸੀਂ ਉਹਨਾਂ ਨੂੰ ਹੀ ਸਲੂਟ ਮਾਰਦੇ ਹਾਂ। ਉਹਨਾਂ ਪਿਆਰ ਪਹਿਲਾਂ ਵੀ ਸੀ, ਆਉਣ ਵਾਲੇ ਟਾਈਮ 'ਚ ਵੀ ਉਹਨਾਂ ਨਾਲ ਉਨਾ ਹੀ ਪਿਆਰ ਸਾਡਾ ਬਣਿਆ ਰਹੇਗਾ। ਠੀਕ ਹੈ, ਠੀਕ ਹੈ ਸੰਗਤ ਜੀ, ਕੁਝ ਹੋਰ ਵੀਰਾਂ ਨਾਲ ਵੀ ਇੱਥੇ ਗੱਲਬਾਤ ਕਰਾਂਗੇ। ਇੱਥੇ ਸਿੰਘ ਮੌਜੂਦ ਨੇ। ਵਾਹਿਗੁਰੂ ਜੀ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਤੋਂ ਇੱਕੋ ਹੀ ਗੱਲ ਬੇਨਤੀ ਕਰਨਾ ਚਾਹੁੰਦਾ, ਜਿੰਨੇ ਵੀ ਸਿੱਖ ਸੰਗਤ ਆ ਜਾਂ ਸਰਕਾਰਾਂ ਨੇ, ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਸਰਕਾਰਾਂ ਨੂੰ, ਜੇ ਤੁਸੀਂ ਇੰਨੇ ਕੈਦੀ ਛੱਡ ਰਹੇ ਹੋ, 3500 ਤੋਂ ਵੱਧ ਤੁਸੀਂ ਬੰਦੇ ਛੱਡੇ, ਸਾਡਾ ਹਵਾਰਾ ਮਾੜਾ ਸੀ ਜਿਹਨੂੰ ਤੁਸੀਂ ਛੱਡਿਆ ਨਹੀਂ, ਤੇ ਸਿੱਖ ਆਗੂਆਂ ਨੂੰ ਬੇਨਤੀ ਹੈ ਭਾਈ ਕਿ ਤੁਸੀਂ ਅੱਗੇ ਕਿਉਂ ਨਹੀਂ ਆਉਂਦੇ? ਤੁਹਾਨੂੰ ਆਪਣੀ ਕੁਰਸੀਆਂ ਦਾ ਇੰਨਾ ਡਰ ਪਿਆ ਹੋਇਆ ਕਿ ਜੇ ਹਵਾਰਾ ਵੀਰ ਜੀ ਬਾਹਰ ਆ ਗਏ ਤਾਂ ਤੁਹਾਡੀਆਂ ਜਿਹੜੀਆਂ ਸਰਕਾਰੀ ਕੁਰਸੀਆਂ ਨਾ ਇਹ ਨੱਪੀਆਂ ਜਾਣੀਆਂ ਸਾਰੀਆਂ। ਪਰ ਆਪਣੇ ਅੰਦਰ ਝਾਤੀ ਮਾਰ ਕੇ ਦੇਖੋ, ਮਹਾਂਪੁਰਸ਼ ਇੱਕ ਗੱਲ ਕਹਿੰਦੇ ਸੀ, ਜਿਹੜਾ ਸਿੱਖ ਆ ਉਹ ਡਰਦਾ ਨਹੀਂ ਤੇ ਜਿਹੜਾ ਡਰਦਾ ਉਹ ਸਿੱਖ ਨਹੀਂ। ਅੱਜ ਆਪਣੇ ਘਰਾਂ ਦੇ ਸ਼ੀਸ਼ਾ ਸਾਹਮਣੇ ਖੜੇ ਹੋ ਕੇ ਦੇਖ ਲਿਓ ਕਿ ਜੇ ਤੁਸੀਂ ਸਿੱਖ ਹੋ ਜਾਂ ਨਹੀਂ ਹੋ, ਇਹ ਤੁਹਾਨੂੰ ਆਪਣੇ ਸ਼ੀਸ਼ੇ ਦੇ ਪਤਾ ਲੱਗ ਜਾਣਾ। ਜੇ ਡਰਦੇ ਹੋ ਤੁਹਾਨੂੰ ਆਪਣੀ ਪਛਾਣ ਹੋ ਜਾਣੀ। ਆਪਣੇ ਸ਼ੀਸ਼ੇ ਸਾਹਮਣੇ ਫੱਟੀ ਲਾ ਕੇ ਖੜੇ ਹੋ ਜਾਓ ਕਿ ਤੁਸੀਂ ਪੰਥ ਅੱਗੇ ਆਉਣਾ ਚਾਹੁੰਦੇ ਹੋ, ਜੇ ਨਹੀਂ ਆਉਣਾ ਚਾਹੁੰਦੇ ਤੇ ਤੁਸੀਂ ਘਰੇ ਵੜ ਜਾਓ ਜਨਾਨੀਆਂ ਬਣ ਕੇ। ਤੁਸੀਂ ਇਹ ਫੜਿਆ ਹੋਇਆ ਕਿ ਬਈ ਮੈਨੂੰ ਅਰੈਸਟ ਕਰ ਸਕਦੇ ਹੋ, ਤੁਸੀਂ ਆਪਣੀ ਗੱਲ ਤੇ ਖੜੇ ਹੋ? ਮੈਂ ਆਪਣੀ ਗੱਲ ਤੇ ਜੀ 100% ਖੜਾ, ਅੱਜ ਵੀ ਖੜਾ ਤੇ ਕੱਲ ਵੀ ਖੜੇ ਰਹਿਣਗੇ ਜਦ ਤੱਕ ਭਾਈ ਸਾਹਿਬ ਬਾਹਰ ਨਹੀਂ ਆਉਂਦੇ। ਅਸੀਂ ਆਪਣੀ ਇਸੇ ਗੱਲ ਤੇ ਖੜੇ ਹਾਂ। ਠੀਕ ਹੈ, ਕੀ ਪਲੈਨਿੰਗ ਕੀ ਹੈ ਹੁਣ? ਥੋੜਾ ਜਿਹਾ ਜਾਣਨਾ ਚਾਹਾਂਗੇ, ਏਜੰਡਾ ਕੀ ਰਹੇਗਾ ਇਸ ਵਾਰ? ਏਜੰਡਾ ਇਹ ਹੈ ਜੀ, ਏਜੰਡਾ ਸਾਡਾ ਇੱਕੋ ਹੀ ਹੈ ਕਿ ਜਿੰਨੇ ਵੀ ਬੰਦੀ ਸਿੰਘ ਨੇ, ਚਾਹੇ ਇੱਥੇ ਆ, ਚਾਹੇ ਪੰਜਾਬ ਦੀ ਜੇਲ੍ਹਾਂ, ਚਾਹੇ ਕਿਤੇ ਵੀ ਜੇਲ੍ਹਾਂ ਦੇ ਵਿੱਚ ਹੈਗੇ ਨੇ, ਉਹ ਸਾਰੇ ਹੀ ਸਿੰਘਾਂ ਨੂੰ ਰਿਹਾ ਕੀਤਾ ਜਾਵੇ। ਕਿਉਂਕਿ ਅੱਧੇ ਇੱਦਾਂ ਦੇ ਸਿੰਘ ਨੇ ਜਿਹੜੇ ਆਪਣੀ ਸਜ਼ਾਵਾਂ ਭੁਗਤ ਚੁੱਕੇ ਨੇ, ਪਰ ਫਿਰ ਵੀ ਉਹਨਾਂ ਨੂੰ ਕਿਉਂ ਨਜਾਇਜ਼ ਜੇਲ੍ਹਾਂ 'ਚ ਡੱਕਿਆ ਗਿਆ, ਜਿਨ੍ਹਾਂ ਦੇ ਕੇਸ ਵੀ ਬਰੀ ਹੋ ਗਏ ਨੇ। ਫਿਰ ਐਸਾ ਕੀ ਸੈਂਟਰ ਦਾ, ਐਸਾ ਕੀ ਇਹਨਾਂ ਦਾ ਅਸੀਂ ਕਹਿ ਲਈਏ ਕਿ ਸੰਵਿਧਾਨ ਹੈ ਕਿ ਜਿਹੜਾ ਇਹ ਉਹਦੇ ਖਿਲਾਫ ਹੋ ਗਏ, ਛੱਡ ਨਹੀਂ ਰਹੇ ਉਹਨਾਂ ਨੂੰ। ਠੀਕ ਹੈ, ਬਿਲਕੁਲ। ਭਾਈ ਸਾਹਿਬ ਜੀ, ਆਪ ਜੀ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਰਫ ਆਪ ਜੀ ਨੂੰ ਆਈਓ ਚੈਨਲ ਦੇ ਮਾਧਿਅਮ ਤੋਂ ਦੱਸਣਾ ਚਾਹੁੰਦੇ ਆ ਕਿ ਜਗਤਾਰ ਸਿੰਘ ਹਵਾਰਾ ਜੀ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ। ਸਿਰਫ ਇਸ ਲਈ ਨਹੀਂ ਛੱਡਿਆ ਜਾ ਰਿਹਾ, ਉਹਨਾਂ ਦੇ ਸਿਰ ਤੇ ਪਗੜੀ ਹੈ। ਹੁਣੇ ਮੇਰੇ ਸਾਹਮਣੇ ਖੜੇ ਨੇ, ਉਹਨਾਂ ਨੇ 4 ਮਰਡਰ ਕੀਤੇ ਹੋਏ ਨੇ। ਉਹ ਕਹਿੰਦੇ ਜੀ ਚੂੜੇ ਹੋ ਕੇ ਕਹਿ ਰਹੇ ਨੇ ਸਾਡਾ ਬੰਦਾ ਵਾਪਸ ਆ ਰਿਹਾ, ਉਹਦੀ ਰੀੜ੍ਹ ਦੀ ਹੱਡੀ ਦੇ ਵਿੱਚ ਗੈਪ ਆ ਗਿਆ ਹੈ, ਗੈਪ ਦੇ ਕਰਕੇ ਉਹਨੂੰ ਛੱਡਿਆ ਜਾ ਰਿਹਾ, ਗੈਪ ਦੇ ਕਰਕੇ ਉਹਨੂੰ ਛੱਡਿਆ ਜਾ ਰਿਹਾ। ਔਰ ਸਾਡੇ ਭਾਈ ਸਾਹਿਬ ਦੀ ਰੀੜ੍ਹ ਦੀ ਹੱਡੀ ਦਾ ਇਲਾਜ ਹੀ ਨਹੀਂ ਹੋਇਆ ਅੰਦਰ, ਇਹਨਾਂ ਨੇ ਇਲਾਜ ਹੀ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਨੂੰ ਜੰਜੀਰਾਂ ਦੇ ਵਿੱਚ ਜਕੜ ਕੇ ਬੈਠੇ ਹੋਏ ਨੇ।
ਇਹ ਦੇਖ ਲਓ ਸੰਗਤ ਜੀ, ਮੈਂ ਚਾਹਾਂਗਾ ਕੈਮਰਾਮੈਨ ਵੀਰ ਨੂੰ ਇੱਕ ਵਾਰੀ ਜ਼ਰੂਰ ਜ਼ੂਮ ਕਰਕੇ ਦਿਖਾ ਦੇਣ ਕਿ ਇਹ ਜਿਹੜਾ ਬਿਲਕੁਲ ਜਿਹੜੇ ਸਾਹਮਣੇ ਜਿਹੜੇ ਆ ਨਾ ਖੜੇ ਹੈਗੇ ਆ, ਹੋਰ ਇਹਨਾਂ ਦੇ ਜਿਹੜੇ ਹੈਗੇ ਆ ਕੁਝ ਲੋਕ ਜਿਹੜੇ ਖੜੇ ਨੇ ਨਾ, ਇਹ ਸਾਹਮਣੇ ਮੈਂ ਕਹਾਂਗਾ ਥੋੜਾ ਜਿਹਾ ਜ਼ੂਮ ਕਰਕੇ ਦਿਖਾ ਦੇਣ। ਉਹ ਸਾਹਮਣੇ ਜਿਹੜੇ ਬਾਹਰ ਮੁੰਡੇ ਬੈਠੇ ਆ ਨਾ, ਉਹ ਦਿਖਾ ਦਿਓ ਜਾਂ ਗੇਟ ਤੇ ਦਿਖਾ ਦਿਓ। ਇਹ ਜਿਹੜੇ ਲੋਕ ਖੜੇ ਨੇ, ਔਰ ਉਸ ਤੋਂ ਇਲਾਵਾ ਵੀ ਹੋਰ ਹੈਗੇ ਨੇ, ਜ਼ਰੂਰ ਇਹ ਦਿਖਾਇਆ ਜਾਵੇ ਕਿ ਇਹ ਜਿਹੜੇ ਲੋਕ ਆਏ ਨੇ, ਇਹ ਇਸ ਕਰਕੇ ਆਏ ਨੇ ਇੱਥੇ ਕਿ ਇਹਨਾਂ ਦੇ 3573 ਤੋਂ ਵੱਧ ਕੈਦੀਆਂ ਦੇ ਵਿੱਚ ਇਹਨਾਂ ਦੀ ਵੀ ਜਿਹੜੀ ਲੋਕਾਂ ਦੀ ਰਿਹਾਈ ਹੋ ਰਹੀ ਹੈਗੀ ਆ। ਮੈਂ ਇੱਕ ਵਾਰੀ ਇਹ ਵੀ ਦਿਖਾ ਦੇਣਾ ਚਾਹਾਂਗਾ ਕਿ ਥੋੜਾ ਜਿਹਾ ਤੁਸੀਂ ਇੱਧਰ, ਮੈਂ ਚਾਹਾਂਗਾ ਇੱਕ ਵਾਰੀ ਕੈਮਰਾਮੈਨ ਵੀਰ ਆ ਜਾਵੇ ਤੇ ਇਹ ਵੀ ਜਿਹੜੇ ਵੀਰ ਖੜੇ ਨੇ, ਇਹ ਵੀ ਸ਼ਾਇਦ ਜਿਹੜਾ ਹੈਗਾ ਇਹਨਾਂ ਦੇ ਵੀ कुछ लोगों के शायद उन्होंने रिहाई जी हैगी की जानी है। थोड़ा सा सिर्फ बात करेंगे। आप लोग यहाँ पर आए हैं, किस लिए आएंगे, थोड़ा सा बताएंगे? कोई भी बता दे, आप बता दीजिए, बता दो क्या आए हो, खड़े हो यार? हमारा भाई की पैरोल हुई आज, उसके लिए। आज आपके भाई की पैरोल हुई है? अच्छा, तो कहाँ से थे वो? दिल्ली से? दिल्ली से। ठीक है, क्या चार्ज क्या था? 302 थी, 120 भी थी। अच्छा, 302 और 120। हाँ जी, ठीक है। तो किस बिहाफ पर पैरोल दी गई है उन्हें? वो तो नहीं पता, कोरोना की वजह से दी हो ना। अच्छा, अप्लाई करी थी पहले ही मंजूर हो गई थी। अच्छा, मंजूर हो गई पहली बारी में अप्लाई? हाँ। अच्छा, इससे पहले कभी नहीं हुई थी मंजूर? ली नहीं थी पहले, पर मतलब पहली बारी अप्लाई करी और पहली बारी में मंजूर हो गई। दिक्कत थी, अच्छा, उस वजह से उसको पैरोल मिली है, मेडिकल प्रॉब्लम, उसकी वजह से अब पैरोल मिली है। इलाज हुआ अंदर के बाहर कराएंगे अभी आप? बाहर कराएंगे। अच्छा अच्छा, कितने टाइम से वो थे वैसे? 1.5 साल हो गया। ठीक, आप सभी लोग उन्हीं के लिए आए? चलो ठीक है। संगत जी, ਤੁਹਾਡੇ ਸਾਹਮਣੇ ਹੈਗਾ, ਮੈਂ ਠੀਕ ਹੈ ਵੀਰ ਆਏ ਨੇ, ਇਹਨਾਂ ਦਾ ਪਰਿਵਾਰਕ, ਇਹਨਾਂ ਦੇ ਸੱਜਣ ਨੇ ਤੇ ਇਹਨਾਂ ਦਾ ਪਿਆਰ ਹੈਗਾ ਉਹਨਾਂ ਨੂੰ। ਜੇ ਪੇਰੋਲ ਹੋ ਰਹੀ ਹੈ ਮੈਡੀਕਲ ਗਰਾਊਂਡ ਤੇ, ਅੱਛੀ ਗੱਲ ਹੈ, ਇਲਾਜ ਹੋਣਾ ਚਾਹੀਦਾ ਹੈਗਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਪਰ ਮੈਂ ਇਹੀ ਦਿਖਾਉਣ ਵਾਸਤੇ ਤੁਹਾਨੂੰ ਗਿਆ ਸੀਗਾ ਕਿ ਇੱਥੋਂ ਤੁਸੀਂ ਦੇਖ ਸਕਦੇ ਹੋ, ਇਹ ਹੈਗਾ ਵਿਤਕਰਾ। ਸੰਗਤ ਜੀ, ਇਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਤਿਹਾੜ ਜੇਲ੍ਹ ਦੇ ਬਾਹਰ ਤਾਂਤਾ ਲੱਗਿਆ ਹੋਇਆ ਉਹਨਾਂ ਲੋਕਾਂ ਦਾ ਜਿਹੜੇ ਕਿ 3573, ਇਹ ਜਿਹੜੀ ਗਿਣਤੀ ਮੈਂ ਚਾਹਾਂਗਾ, ਇੱਕ ਕਿਤੇ ਲਿਖੀ ਹੋਈ ਸੀ ਨਾ ਇਹ ਗਿਣਤੀ, ਇੱਕ ਕਿਸੇ ਪਲੇ ਕਾਰਡ ਦੇ ਵਿੱਚ, ਇਹ ਗਿਣਤੀ ਜਿਹੜੀ ਹੈਗੀ ਹੈ ਨਾ, ਇਹ ਗਿਣਤੀ ਦੇ ਵਿੱਚ 302 ਵਾਲੇ ਲੋਕ ਵੀ ਨੇ ਜਿਨ੍ਹਾਂ ਦੇ ਲੋਕ ਪਿੱਛੇ ਖੜੇ ਨੇ। ਮੈਂ ਵਿਰੋਧ ਨਹੀਂ ਕਰਦਾ, ਠੀਕ ਹੈ, ਸਰਕਾਰ ਨੇ ਫੈਸਲਾ ਲਿਆ, ਸੋਚ ਸਮਝ ਕੇ ਕਿਹਾ ਹੋਏਗਾ, ਪਰ ਇਹ 3573 ਦੇ ਵਿੱਚ ਇੱਕ ਗਿਣਤੀ ਕਿਸੇ ਬੰਦੀ ਸਿੰਘ ਦੀ ਨਹੀਂ ਹੈਗੀ, ਇੱਕ ਗਿਣਤੀ ਭਾਈ ਜਗਤਾਰ ਸਿੰਘ ਹਵਾਰਾ ਦੀ ਨਹੀਂ ਹੈਗੀ। ਉਹ ਕਹਿੰਦੇ ਅਸੀਂ 10 ਜਣੇ ਇੱਥੇ ਅਰੈਸਟ ਹੋਣ ਨੂੰ ਤਿਆਰ ਹੈਗੇ ਆ, ਤੇ 3573 ਤਾਂ ਗਵਰਨਮੈਂਟ ਦਾ ਵੀ ਵਧੀਆ ਹੋਏਗਾ, 3563 ਹੋ ਜਾਣਗੇ, ਇਹਨਾਂ ਨੂੰ 10 ਅੰਦਰ ਮਿਲ ਜਾਣਗੇ, ਠੀਕ ਹੈ। ਪਰ ਉਹ ਇੱਕ ਵੀ ਘਟਾਉਣ ਨੂੰ ਭਾਈ ਜਗਤਾਰ ਸਿੰਘ ਹਵਾਰਾ ਹੈ, ਕੋਈ ਵੀ ਬੰਦੇ ਸਿੰਘ ਘਟਾਉਣ ਨੂੰ ਤਿਆਰ ਨਹੀਂ ਨੇ। ਇਹ ਵਿਤਕਰਾ ਬਾਰ-ਬਾਰ ਇਹਨਾਂ ਗੱਲ ਕੀਤੀ ਜਾਂਦੀ ਹੈ ਕਿ ਜਿਹੜੇ ਨਾ ਸਿੰਘ ਨਾ ਐਵੇਂ ਹੀ ਤੱਤੇ ਹੋਏ ਫਿਰਦੇ ਨੇ, ਸਿੰਘ ਐਵੇਂ ਹੀ ਤੱਤੇ ਹੋਏ ਫਿਰਦੇ ਨੇ। ਉਹ ਕਾਰਨ ਦਿਖਾ ਦਿੱਤਾ ਮੈਂ ਤੁਹਾਨੂੰ, ਝੂਠ ਨਹੀਂ ਹੈਗਾ, ਤਿਹਾੜ ਜੇਲ੍ਹ ਪਿੱਛੇ ਹੈਗੀ, ਉਹ ਹੀ ਸਾਹਮਣੇ ਬਿਲਕੁਲ ਦਿਖ ਰਹੀ ਹੈ। ਇੱਥੇ ਜੇ ਜੈਕਾਰਾ ਗਜਾਉਂਦੇ ਆ ਨਾ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਦੇ ਕੰਨਾਂ ਤੱਕ ਪਹੁੰਚਦਾ। ਪਰ ਇਹੀ ਵਿਤਕਰਾ ਹੈਗਾ, ਇਹੀ ਡਿਸਕ੍ਰਿਮੀਨੇਸ਼ਨ ਹੈਗਾ, ਇਹੀ ਇਹ ਬੇਨਤੀ ਕਰ ਰਹੇ ਨੇ, ਸਟਾਪ ਡਿਸਕ੍ਰਿਮੀਨੇਸ਼ਨ। ਜੇ ਉਹਨਾਂ ਲੋਕਾਂ ਦੇ ਕਿਸੇ ਭਰਾ ਸਖਾ ਨੂੰ ਜਿਹੜਾ ਹੈਗਾ ਰਿਹਾਈ ਮਿਲ ਸਕਦੀ ਹੈ, ਜਦ ਕਿ 302 ਦਾ ਮਾਮਲਾ ਹੈਗਾ, ਸੰਗੀਨ ਜੁਰਮ ਹੈਗਾ, ਔਰ ਮੈਡੀਕਲ ਗਰਾਊਂਡ ਤੇ ਦਿੱਤੀ ਜਾ ਰਹੀ ਹੈ, ਪਰ ਭਾਈ ਜਗਤਾਰ ਸਿੰਘ ਹਵਾਰਾ ਜਾਂ ਬੰਦੀ ਸਿੰਘਾਂ ਨੂੰ ਨਹੀਂ ਛੱਡਿਆ ਜਾ ਰਿਹਾ। ਜਦ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਜਿਹੜੇ ਕੇਸ ਸੀਗੇ ਲੈਕ ਆਫ ਐਵੀਡੈਂਸ ਕਰਕੇ ਪਿਛਲੇ ਕਈ ਸਾਲਾਂ ਤੋਂ, ਅੱਜ ਦੇ ਨਹੀਂ ਹੋਏ, 1.5 ਸਾਲ ਪਹਿਲੇ ਤੋਂ ਹੀ ਉਹ ਉਸ ਤੋਂ ਬਰੀ ਹੋ ਚੁੱਕੇ ਹੈ ਲੈਕ ਆਫ ਐਵੀਡੈਂਸ ਕਰਕੇ। ਔਰ ਦੂਸਰੀ ਸਭ ਤੋਂ ਵੱਡੀ ਗੱਲ, ਉਹਨਾਂ ਦਾ ਕੋਈ ਕੇਸ ਹੁਣ ਦਿੱਲੀ ਦੇ ਵਿੱਚ ਨਹੀਂ ਹੈ, ਇਹ ਵੀ ਇਲੀਗਲੀ। ਮੈਂ ਚਾਹਾਂਗਾ ਭਾਈ ਦਲਜੀਤ ਸਿੰਘ ਸਾਡੇ ਨਾਲ ਆ ਜਾਣ, ਭਾਈ ਦਲਜੀਤ ਸਿੰਘ ਨਾਲ ਵੀ ਅਸੀਂ ਇਹ ਗੱਲਬਾਤ ਕਰਾਂਗੇ ਕਿ ਇਹ ਵੀ ਇਲੀਗਲੀ ਉਹਨਾਂ ਨੂੰ ਦਿੱਲੀ ਦੇ ਵਿੱਚ ਰੱਖਿਆ ਜਾ ਰਿਹਾ, ਜਦ ਕਿ ਉਹਨਾਂ ਦੇ ਹੁਣ ਜਿਹੜੇ ਵੀ ਕੇਸ ਕਰੰਟਲੀ ਚੱਲ ਰਹੇ ਨੇ ਉਹ ਦਿੱਲੀ ਦੇ ਨਹੀਂ ਨੇ, ਉਹ ਪੰਜਾਬ ਦੇ ਨੇ। ਮੈਂ ਠੀਕ ਕਹਿ ਰਿਹਾ ਭਾਈ ਸਾਹਿਬ? ਠੀਕ ਕਹਿ ਰਿਹਾ ਨਾ? ਸਾਰੇ ਪੰਜਾਬ ਦੇ ਕੇਸ ਨੇ। ਸੋ ਕਾਇਦੇ ਨਾਲ ਤਾਂ ਉਹਨਾਂ ਨੂੰ ਤਿਹਾੜ ਜੇਲ੍ਹ ਨਹੀਂ, ਪੰਜਾਬ ਦੀ ਕਿਸੇ ਵੀ ਜੇਲ੍ਹ 'ਚ ਸ਼ਿਫਟ ਕੀਤਾ ਜਾਣਾ ਚਾਹੀਦਾ, ਤਾਂ ਕਿ ਉਹਨਾਂ ਦਾ ਪਰਿਵਾਰ ਵੀ ਉਹਨਾਂ ਨੂੰ ਮਿਲ ਸਕੇ, ਸਿੰਘਾਂ ਦੇ ਨਾਲ ਵੀ ਉਹਨਾਂ ਦੀ ਮੁਲਾਕਾਤ ਹੁੰਦੀ ਰਹੇ। ਪਰ ਕਿਉਂ ਤਿਹਾੜ ਜੇਲ੍ਹ 'ਚ ਹੀ ਰੱਖਿਆ ਜਾ ਰਿਹਾ? ਦਲਜੀਤ ਸਿੰਘ ਜੀ ਸਾਡੇ ਨਾਲ ਜੱਥਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਮੌਜੂਦ ਨੇ। ਭਾਈ ਸਾਹਿਬ, ਉਹ ਲੋਕ ਸਾਹਮਣੇ ਖੜੇ ਨੇ ਮੇਰੀ ਅੱਖਾਂ ਦੇ, ਹੋਰ ਉਸ ਤੋਂ ਇਲਾਵਾ ਵੀ ਇੱਥੇ ਖੜੇ ਨੇ,
ਜਿਹੜੇ ਕਹਿੰਦੇ ਕਿ 302 ਦਾ ਮਾਮਲਾ ਸੀ ਸਾਡੇ ਭਰਾ ਤੇ, ਅਸੀਂ ਲੈਣ ਆਇਆ, ਪਹਿਲੀ ਵਾਰੀ ਅਪਲਾਈ ਕੀਤੀ ਪੈਰੋਲ, ਹਾਂਜੀ ਪਹਿਲੀ ਵਾਰੀ ਮੈਡੀਕਲ ਗਰਾਊਂਡ ਤੇ ਮਿਲ ਗਈ, ਭਾਈ ਹਵਾਰਾ ਨੂੰ ਕਿਉਂ ਨਹੀਂ ਮਿਲ ਰਹੀ? ਮੈਂ ਇੱਥੇ ਤੁਹਾਨੂੰ ਉਹੀ ਗੱਲ ਦੱਸਣਾ ਚਾਹਾਂਗਾ ਕਿਉਂਕਿ ਤੁਹਾਡੇ ਆਉਣ ਤੋਂ ਪਹਿਲਾਂ ਅਸੀਂ ਵੀ ਨਾਲ ਡਿਸਕਸ ਕੀਤਾ ਸੀਗਾ ਕਿ ਵੀ ਇੰਨੇ ਸਾਰੇ ਇੱਥੇ ਖੜੇ ਹੋ, ਤੁਸੀਂ ਕਿਉਂ ਖੜੇ ਹੋ? ਇਹਨਾਂ ਦਾ ਇਹ ਸੀਗਾ ਕਿ ਅਸੀਂ ਭਰਾ ਦੀ ਮੈਡੀਕਲ ਪੈਰੋਲ ਲਗਾਈ ਹੈ। ਮੈਡੀਕਲ ਪੈਰੋਲ ਬਿਲਕੁਲ ਇਹਨਾਂ ਨੇ ਉਹੀ ਲਗਾਈ ਹੈ ਕਿ ਉਹਨਾਂ ਦੀ ਰੀੜ ਦੀ ਹੱਡੀ ਦੀ ਪ੍ਰੋਬਲਮ, ਇਹਨਾਂ ਦੇ ਅਗਰ ਤੁਸੀਂ ਪੁੱਛੋਗੇ ਇਹਨਾਂ ਨੇ ਸਾਨੂੰ ਇਹੀ ਕਨਵੇ ਕੀਤਾ ਕਿ ਸਾਡੇ ਭਰਾ ਦੀ ਰੀੜ ਦੀ ਹੱਡੀ ਦੀ ਪ੍ਰੋਬਲਮ ਹੈ, ਉਸ ਮੈਡੀਕਲ ਬੇਸ ਤੇ ਸਾਡੇ ਭਰਾ ਨੂੰ ਪੈਰੋਲ ਮਿਲਦੀ ਪਈ। ਪਹਿਲੀ ਵਾਰੀ ਅਪਲਾਈ ਕੀਤੀ, ਪਹਿਲੀ ਵਾਰੀ ਅਪਲਾਈ ਕੀਤੀ ਹੈ, ਉਹ ਪਹਿਲੀ ਵਾਰ ਜਨਾਂ ਪੈਰੋਲ ਮਿਲ ਗਈ, ਹੁਣ ਲੈਣ ਆਏ ਨੇ ਆਪਣੇ ਬੰਦੇ ਨੂੰ। ਹੁਣ ਇੱਕ ਗੱਲ ਇੱਥੇ ਦੇਖਣ ਵਾਲੀ ਹੈ ਕਿ ਬਈ 26 ਸਾਲ ਤੋਂ ਅਸੀਂ ਰੋ ਰਹੇ ਹਾਂ, ਪਿੱਟ ਰਹੇ ਹਾਂ। 10 ਸਾਲ ਪਹਿਲਾਂ ਸਾਡੇ ਨਾਲ ਸਿੰਘ ਉਹਨੇ ਭੁੱਖ ਹੜਤਾਲ ਵੀ ਕੀਤੀ ਸੀਗੀ ਕਿ ਸਾਡੇ ਇੱਕ ਜਥੇਦਾਰ ਜਗਤਾਰ ਸਿੰਘ ਹਵਾਰੇ ਦੀ ਰੀੜ ਦੀ ਹੱਡੀ ਦੀ ਪ੍ਰੋਬਲਮ ਲਗਾਤਾਰ ਉੱਭਰ ਕੇ ਸਾਹਮਣੇ ਆ ਰਹੀ ਹੈ, ਤੁਸੀਂ ਕਿਉਂ ਨਹੀਂ ਉਹਨੂੰ ਠੀਕ ਕਰ ਰਹੇ ਔਰ ਇਲਾਜ ਕਿਉਂ ਨਹੀਂ ਕੀਤਾ ਜਾ ਰਿਹਾ? ਅੱਜ ਵੀ ਉਹ ਭਾਜੀ ਦੇ ਪੇਪਰਸ ਅੰਦਰ ਔਨ ਰਿਕਾਰਡ ਉਹ ਹੱਲੇ ਵੀ ਟ੍ਰੀਟਮੈਂਟ ਅਧੂਰਾ ਹੈ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਕਹਿ ਰਹੀ ਹੈ ਕਿ ਅਸੀਂ ਕੇਸ ਲੜ ਰਹੇ ਹਾਂ ਜੀ, ਉਹਨਾਂ ਨੂੰ ਮੈਡੀਕਲ ਟ੍ਰੀਟਮੈਂਟ ਦਿਵਾਉਣ ਦਾ। ਮੈਨੂੰ ਇੱਕ ਗੱਲ ਪੁੱਛੀ ਜਾਵੇ, ਦਿੱਲੀ ਸਿੱਖ ਕਮੇਟੀ ਨੂੰ ਸਵਾਲ ਕਰਦਾ ਹਾਂ ਇਸ ਚੀਜ਼ ਵਾਸਤੇ, ਉਹਨਾਂ ਨੂੰ ਬਾਹਰ ਕਢਾਉਣਾ ਜ਼ਰੂਰੀ ਹੈ ਕਿ ਉਹਨਾਂ ਨੂੰ ਅੰਦਰ ਸਹੂਲਤਾਂ ਦੇਣੀਆਂ? ਕੀ ਉਹ ਅੰਦਰ ਸਹੂਲਤਾਂ ਵਾਸਤੇ ਤੁਹਾਨੂੰ ਬੇਨਤੀਆਂ ਕਰ ਰਹੇ ਨੇ ਕਿ ਤੁਸੀਂ ਸਾਨੂੰ ਸਹੂਲਤਾਂ ਦਿਓ, ਜਾਂ ਤੁਹਾਨੂੰ ਇਹ ਕਰਨਾ ਚਾਹੀਦਾ ਕਿ ਸਾਡਾ ਜਥੇਦਾਰ ਅੰਦਰ ਬੰਦ? ਚਲੋ ਤੁਸੀਂ ਜਥੇਦਾਰ ਨਹੀਂ ਵੀ ਮੰਨਦੇ, ਅਸੀਂ ਤੁਹਾਨੂੰ ਇਹ ਵੀ ਨਹੀਂ ਕਹਿੰਦੇ ਜਥੇਦਾਰ ਮੰਨੋ, ਲੇਕਿਨ ਐਟ ਲੀਸਟ ਤੁਸੀਂ ਬਤੌਰ ਸਿੱਖ ਹੋਣ ਦੇ ਨਾਤੇ ਜੋ ਉਹਨਾਂ ਨੇ ਸੇਵਾ ਨਿਭਾਈ ਹੈ ਉਹਨਾਂ ਦਾ ਇੱਕ ਫੁੱਲ ਤੇ ਕਤਾਰਾਂ ਦਾ ਕੁਛ ਤੇ ਉਹਨਾਂ ਨੂੰ ਮੁੱਲ ਪਾ ਦਿਓ, ਕੁਛ ਤੇ ਵਰਥ ਰੱਖੋ ਚੀਜ਼ਾਂ ਦੀ। ਜੇ ਤੁਸੀਂ ਇਹ ਸੋਚੀ ਜਾਓ ਜੀ ਲੋਕਾਂ ਨੂੰ ਇਹ ਬੋੜਾ ਰੋਲਾ ਪਿੱਟਣਾ ਇਹਨਾਂ ਨੇ ਕੀਤਾ ਕਿ ਵੀ ਕਮੇਟੀਆਂ ਨੇ ਅਸੀਂ ਉਹਨਾਂ ਦਾ ਜੀ ਇਲਾਜ ਕਰਾ ਰਹੇ ਹਾਂ, ਪਰ ਅੱਜ ਤੱਕ ਉਹਨਾਂ ਨੇ ਪੁੱਛਿਆ ਜਾਵੇ ਤਾਂ ਉਹਨਾਂ ਦਾ ਇਲਾਜ ਹੀ ਨਹੀਂ ਹੋਇਆ। ਹਾਂ, ਔਨ ਰਿਕਾਰਡ ਪੇਪਰ 'ਚ ਆ ਗਿਆ ਕਿ ਆਪਰੇਸ਼ਨ ਹੋਣਾ ਹੈ। ਇਸ ਤੋਂ ਪਹਿਲੇ ਤਾਂ 8/10 ਦੀ ਸੈੱਲ 'ਚ ਸੀਗੇ ਮੈਨੂੰ ਜਿੱਦਾਂ ਤੱਕ ਮੈਨੂੰ ਪਤਾ। ਹਾਂਜੀ ਹਾਂਜੀ, ਮਤਲਬ ਜਿਸ ਤਰੀਕੇ ਨਾਲ ਉਹਨਾਂ ਨੂੰ ਮੈਂਟਲੀ ਹਰੈਸ ਕੀਤਾ ਜਾ ਰਿਹਾ ਹੈ, ਉਹਨਾਂ ਕੋਲ ਕਿਸੇ ਵੀ ਤਰੀਕੇ ਦਾ ਟੀਵੀ ਨਹੀਂ ਹੈ ਜੋ ਉਹਨਾਂ ਨਾਲ ਬਾਹਰ ਦੇ ਬੰਦਿਆਂ ਨਾਲ ਜੁੜ ਸਕਣ। ਹਾਲਾਂਕਿ ਤੁਸੀਂ ਇੱਕ ਨੋਰਮਲ ਕੈਦੀ ਦੇਖੋ ਜਾਏ ਤੇ ਅੰਦਰ ਨੋਰਮਲ ਕੈਦੀ ਨੂੰ 2-3 ਹਜ਼ਾਰ ਦਾ ਟੀਵੀ ਮਿਲ ਜਾਂਦਾ ਹੈ, ਆਪਣੇ ਇਨਵੈਸਟਮੈਂਟ ਕਰਕੇ ਉਹ ਟੀਵੀ ਲਾ ਸਕਦਾ ਹੈ। ਲੇਕਿਨ ਇਹ ਹੱਕ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਬੰਦੀ ਸਿੰਘਾਂ ਨੂੰ ਨਹੀਂ ਹੈ ਕਿ ਐਟਲੀਸਟ ਇੰਨੀ ਇਨਵੈਸਟਮੈਂਟ ਕਰਕੇ ਅੰਦਰ ਉਹ ਦੁਨੀਆ ਨਾਲ ਰੂਬਰੂ ਹੋ ਸਕਣ ਕਿ ਹਾਂ ਵੀ ਦੁਨੀਆ 'ਚ ਚੱਲ ਕੀ ਰਿਹਾ। ਚਲੋ ਤੁਸੀਂ ਸਾਡੀ ਗੱਲ ਨਾ ਕਰੋ ਜਾਂ ਸਾਡੇ ਬਾਰੇ ਨਾ ਸੋਚੋ ਕਿ ਹਾਂ ਵੀ ਇਹ ਪਹਿਲੀ ਗੱਲ ਤੇ ਇੰਡੀਅਨ ਮੀਡੀਆ ਤੇ ਸਾਡੀ ਗੱਲ ਤੇ ਚੱਕੀ ਨਹੀਂ ਜਾਂਦੀ। ਦੇਖਣਾ ਕੀ ਉਹਨਾਂ ਨੇ ਕਿ ਵੀ ਇੱਕ ਆਮ ਤੌਰ ਤੇ ਦੁਨੀਆ 'ਚ ਵਿਚਰ ਕੀ ਰਿਹਾ, ਇਹ ਉਹ ਤੱਕ ਨਹੀਂ ਦੇਖਿਆ ਜਾ ਰਿਹਾ। ਉਹਨਾਂ ਨੂੰ ਇਕੱਲਿਆਂ ਛੱਡਿਆ ਜਾ ਰਿਹਾ ਕਿ ਇੱਕ ਬੰਦੇ ਨੂੰ ਕਿਸੇ ਤਰੀਕੇ ਨਾਲ ਮੈਂਟਲ ਹੈਰੈਸਮੈਂਟ ਉੱਤੇ ਲੈਵਲ ਤੇ ਲੈ ਕੇ ਖੜਾ ਕੀਤਾ ਜਾ ਸਕੇ। ਠੀਕ ਹੈ ਦਲਜੀਤ ਸਿੰਘ ਜੀ, ਇਸ ਤੋਂ ਪਹਿਲੇ ਵੀ ਤੁਸੀਂ ਬਹੁਤ ਸੁੰਦਰ ਉਪਰਾਲੇ ਕੀਤੇ। ਸ਼੍ਰੀ ਅਖੰਡ ਪਾਠ ਸਾਹਿਬ ਗੁਰੂ ਸਾਹਿਬ ਦਾ ਕਹਿੰਦੇ ਨਾ ਕਿ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਅਰਦਾਸ ਬੇਨਤੀ ਜੋਧੜੀ ਕੀਤੀ ਗਈ, ਉਹਦਾ ਫਲ ਵੀ ਮਿਲਿਆ। ਭਾਈ ਹਰਨੇਸ਼ ਸਿੰਘ ਭੱਪ ਨੂੰ ਜਿਹੜੀ ਹੈਗੀ ਆ ਜ਼ਮਾਨਤ ਜਿਹੜੀ ਹੈਗੀ ਪੈਰੋਲ ਜਿਹੜੀ ਹੈਗੀ ਆ, ਉਹਨਾਂ ਨੂੰ 28 ਦਿਨਾਂ ਦੀ ਪੈਰੋਲ ਵੀ ਜਿਹੜੀ ਮਿਲੀ ਹੈ ਨਾ। ਤੇ ਉਸ ਤੋਂ ਇਲਾਵਾ ਵੀ ਤੁਸੀਂ ਕੁਝ ਦਿਨਾਂ ਪਹਿਲੇ ਭਾਈ ਜਗਤਾਰ ਸਿੰਘ ਹਵਾਰਾ ਦੇ ਜਨਮ ਦਿਨ ਦੇ ਵਿੱਚ ਉਦੋਂ ਵੀ ਤੁਸੀਂ 17 ਤਰੀਕ ਨੂੰ ਬਹੁਤ ਨਿਵੇਕਲਾ ਉਪਰਾਲਾ ਕੀਤਾ ਕਿ ਪੂਰੀ ਇਹ ਜਿਹੜੀ ਹੈ ਜੇਲ੍ਹ ਰੋਡ ਦੀ ਸੰਗਤ ਜੀ ਕਾਲਚ ਨੇ ਤੁਹਾਨੂੰ ਦਿਖਾਇਆ ਵੀ ਸੀਗਾ ਕਿ ਪੂਰੀ ਇਹ ਰੋਡ ਦੇ ਜੇਲ੍ਹ ਰੋਡ ਦੀ ਪਰਿਕਰਮਾ ਜਿਹੜੀ ਹੈਗੀ ਇਹਨਾਂ ਸਿੰਘਾਂ ਵੱਲੋਂ ਕੀਤੀ ਗਈ ਸੀਗੀ। ਉਦੋਂ ਵੀ ਅਰਦਾਸ ਕੀਤੀ ਗਈ ਸੀ ਤੇ ਕੀ ਉਸ ਦੇ ਨਾਲ ਕੋਈ ਪ੍ਰਸ਼ਾਸਨ ਤੇ ਕੰਨਾਂ ਦੇ ਵਿੱਚ ਕੋਈ ਜੂ ਰਹੇਗੀ, ਕੋਈ ਉਸ ਦੇ ਨਾਲ ਕੋਈ ਹਲਚਲ ਹੋਈ, ਤੁਹਾਨੂੰ ਕੋਈ ਉਸ ਦਾ ਕੋਈ ਪ੍ਰਤੀਕਰਮ ਜਿਹੜਾ ਸਰਕਾਰ ਵੱਲੋਂ ਕੁਝ ਮਿਲਿਆ? ਪ੍ਰਤੀਕਰਨ ਦੀ ਗੱਲ ਅਗਰ ਕੀਤੀ ਜਾਏ ਜਾਂ ਉਹਨਾਂ ਵੱਲੋਂ ਰਿਵਰਟ ਦੀ ਗੱਲ ਕੀਤੀ ਜਾਏ ਤੇ ਅਸੀਂ ਉਹਨਾਂ ਦੇ ਸੀਐਮ ਦਾ ਰਿਵਰਟ ਦਾ ਮੇਲ ਕਰ ਰਹੇ ਹਾਂ ਕਿਉਂਕਿ ਅਸੀਂ ਉਹਨਾਂ ਨੂੰ ਅਪਰੋਕਸੀਮੇਟਲੀ 1 ਮਹੀਨੇ ਤੋਂ ਉੱਪਰ ਹੋ ਚੁੱਕਾ ਹੈ। 22 ਅਪ੍ਰੈਲ ਦੇ ਆਸ-ਪਾਸ ਅਸੀਂ ਉਹਨਾਂ ਨੂੰ ਮੇਲ ਕੀਤੀ ਸੀਗੀ ਕਿ ਵੀ ਸਾਡੇ ਜਥੇਦਾਰ ਜੀ ਅੰਦਰ ਨੇ, ਉਹਨਾਂ 'ਚ ਪ੍ਰੋਬਲਮ ਆ ਰਹੀ ਹੈ, ਬੰਦੀ ਸਿੰਘ ਜਿਹੜੇ ਅੰਦਰ ਹਨ ਉਹਨਾਂ ਦੀ ਇਸ ਜੋ ਪੈਂਡੇਮਿਕ ਚੱਲ ਰਿਹਾ ਹੈ ਕੋਵਿਡ-19 ਉਸ ਦੇ ਅਕੋਰਡਿੰਗ ਤੁਸੀਂ ਸਾਨੂੰ ਪੈਰੋਲ ਦਿਓ 60 ਦਿਨਾਂ ਦੀ। ਇੱਕ ਗੱਲ ਮੈਂ ਤੁਹਾਡੇ ਚੈਨਲ ਥਰੂ ਸਾਰੇ ਸੰਗਤ ਨੂੰ ਦੱਸਣਾ ਚਾਹਨਾ, ਦਿੱਲੀ ਜੇਲ੍ਹ ਮੈਨੂਅਲ ਇੱਕ ਬੁੱਕ ਲਿਖੀ ਹੋਈ ਹੈ, ਵਕੀਲਾਂ ਦੀ ਬੁੱਕ ਹੈ, ਉਹਦੇ ਵਿੱਚ ਚੈਪਟਰ 13 ਹੈ। ਚੈਪਟਰ 13 ਪੇਜ ਨੰਬਰ 65 ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਕਿ ਗਵਰਨਮੈਂਟ ਦੇ ਰੂਲ ਕੀ ਹੁੰਦੇ ਨੇ ਦਿੱਲੀ ਦੇ ਜੇਲ੍ਹ ਨੂੰ ਲੈ ਕੇ ਜਾਂ ਪਰਟੀਕੂਲਰ ਸਿਟੀ ਜਾਂ ਸਟੇਟ ਦੀ ਜੇਲ੍ਹ ਨੂੰ ਲੈ ਕੇ। ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਗਵਰਨਮੈਂਟ ਕੈਨ ਗਿਵ ਪੈਰੋਲ ਟੂ ਦ ਪੋਲੀਟੀਕਲ ਸਿਕ ਪ੍ਰਿਜ਼ਨਰ। ਔਰ ਜੋ ਵੀ ਕੋਈ ਹੋਰ ਹੈ, ਮੈਂ ਪੋਲੀਟੀਕਲ ਸਿਕ ਪ੍ਰਿਜ਼ਨਰ ਦੀ ਗੱਲ, ਕਿਸੇ ਵੀ ਪ੍ਰਿਜ਼ਨਰ ਦੀ ਪੈਰੋਲ ਦੀ ਗੱਲਬਾਤ ਦਾ ਰੂਲ ਗਵਰਨਮੈਂਟ ਸਟੇਟ ਗਵਰਨਮੈਂਟ ਬਣਾ ਸਕਦੀ ਹੈ। 3 ਸਾਲ ਜਿਸ ਬੰਦੇ ਨੂੰ ਜੇਲ੍ਹ ਦੇ ਅੰਦਰ ਹੋ ਜਾਂਦੇ ਹਨ ਉਸ ਨੂੰ 60 ਦਿਨ ਦੀ ਪੈਰੋਲ ਦੇਣ ਦਾ ਇੱਕ ਲਾਅ ਹੈ। ਇਹ ਆਈਪੀਸੀ ਦੀ ਮੈਂ ਗੱਲ ਕਰ ਰਿਹਾ, ਕੋਈ ਸਾਡੇ ਇੱਥੇ ਦੀ ਲਾਅ ਦੀ ਗੱਲ ਨਹੀਂ ਕਰ ਰਿਹਾ, ਮੈਂ ਇੰਡੀਅਨ ਲਾਅ ਦੀ ਗੱਲ ਕਰ ਰਿਹਾ ਵਾਂ। 60 ਦਿਨ ਦੀ ਪੈਰੋਲ ਹੈ, ਲੇਕਿਨ ਉਸ ਬੰਦੇ ਨੂੰ 26 ਸਾਲ ਹੋ ਗਏ, ਕੋਈ ਇੱਕ ਵੀ ਗਿਣਤੀ ਦਿਖਾ ਦਿਆ ਜੇ ਜਿੱਥੇ ਉਹਨੂੰ ਪੈਰੋਲ ਭਾਵੇਂ 2 ਦਿਨ ਦੀ ਮਿਲੀ ਹੋਵੇ। ਕਹਿਣ ਦਾ ਮਤਲਬ ਹੈ ਕਿ ਇੱਥੇ ਡਿਸਕ੍ਰਿਮੀਨੇਸ਼ਨ ਜੋ ਕੀਤਾ ਜਾ ਰਿਹਾ, ਅਸੀਂ ਉਹ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਜੋ ਡਿਸਕ੍ਰਿਮੀਨੇਸ਼ਨ ਤੁਸੀਂ ਸਿੱਖ ਕਮਿਊਨਿਟੀ ਨਾਲ ਕਰ ਰਹੇ ਹੋ ਉਹ ਬੰਦ ਕਰੋ। ਉਹ ਸਿੱਖ ਕਮਿਊਨਿਟੀ ਦੇ ਜਿਹਨੇ ਸਿੱਖ ਪੋਲੀਟੀਕਲ ਪ੍ਰਿਜ਼ਨਰ ਹੈਗੇ ਨੇ ਉਹਨਾਂ ਨੂੰ ਤੁਸੀਂ ਬਾਹਰ ਕੱਢੋ।
ਦੇਖੋ ਇਸ ਦੇ ਨਾਲ ਤੁਸੀਂ ਸਿਰਫ ਲੰਗਰ ਖਵਾਉਣ ਵਾਸਤੇ ਸਿੱਖ ਬਣ ਨਹੀਂ ਜੰਮਿਆ। ਅੱਜ ਮੈਂ ਆਪਣੀ ਸਿੱਖ ਕਮਿਊਨਿਟੀ ਨੂੰ ਵੀ ਇਹ ਗੱਲ ਕਹਿਣਾ ਚਾਹਾਂਗਾ ਕਿ ਸਾਰੇ ਅੱਜ ਦੀ ਡੇਟ ਦੇ ਅੰਦਰ, ਬੁਰਾ ਨਾ ਮੰਨਣਾ ਮੇਰੀ ਗੱਲ ਦਾ, ਇਹ ਕੌੜਾ ਸੱਚ ਹੈ, ਸਾਰੇ ਅੱਜ ਦੀ ਡੇਟ ਦੇ ਅੰਦਰ ਭਾਈ ਕਨ੍ਹਈਆ ਦੀ ਵਾਂਗੂ ਸੇਵਾ ਕਰਨਾ ਚਾਹੁੰਦੇ ਨੇ, ਕਿਸੇ ਦੁਸ਼ਮਣ ਨੂੰ ਵੀ ਲੰਗਰ ਖਵਾਉਣਾ ਹੈ। ਲੇਕਿਨ ਕੋਈ ਵੀ ਗਰਜਾ ਸਿੰਘ ਬੋਤਾ ਸਿੰਘ ਨਹੀਂ ਬਣਨਾ ਚਾਹੁੰਦਾ ਕਿ ਸਿੱਖ ਅੱਜ ਵੀ ਜਿਉਂਦਾ ਨੇ, ਆਪਣੇ ਹੱਕਾਂ ਵਾਸਤੇ ਖੜੇ ਨੇ। ਕਿ ਸਿੱਖਾਂ ਨੂੰ ਕਹਿਣਾ ਸੀ, ਮੁਗਲਾਂ ਨੇ ਕਿਹਾ ਵੀ ਸਿੱਖ ਖਤਮ ਹੋ ਗਏ, ਤੇ ਗਰਜਾ ਸਿੰਘ ਬੋਤਾ ਸਿੰਘ ਖੜ ਗਏ ਸੀਗੇ ਵੀ ਸਿੱਖ ਹੱਲੇ ਜਿਉਂਦੇ ਨੇ ਚੁੰਗੀ ਲਾ ਕੇ। ਪਰ ਅੱਜ ਅਸੀਂ ਸਾਰੇ ਕਨ੍ਹਈਆ ਬਣਨਾ ਚਾਹੁੰਦੇ ਆ ਕਿ ਭਾਈ ਕਨ੍ਹਈਆ ਜੀ ਵਾਂਗੂ ਅਸੀਂ ਬਸ ਸੇਵਾ ਕਰਦੇ ਰਹੀਏ, ਸਾਨੂੰ ਫਲ ਨਾਲ ਮਤਲਬ ਨਹੀਂ। ਲੇਕਿਨ 52 ਹੁਕਮਾਂ ਦੀ ਅਗਰ ਗੱਲ ਕੀਤੀ ਜਾਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਉਹਦੇ ਵਿੱਚ ਇਹ ਹੁਕਮ ਵੀ ਆਂਦਾ ਹੈ ਕਿ ਸੱਚ ਲਈ ਖੜਨਾ ਸਿੱਖੋ। ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀਰ ਦਲਜੀਤ ਸਿੰਘ ਜੀ, ਉਹ ਜੋ ਇੱਥੇ ਮੌਜੂਦ ਸੀ। ਔਰ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ, ਤੁਸੀਂ ਦੇਖੋਗੇ, ਮੈਂ ਥੋੜਾ ਚਾਹਾਂਗਾ ਕਿ ਹੈਰਾਨ ਹੋ ਜਾਓਗੇ। ਛੋਟੇ ਛੋਟੇ ਬੱਚੇ ਇੱਥੇ ਮੌਜੂਦ ਨੇ। ਇਹ ਦੋ ਨੌਜਵਾਨ ਜਿਹੜੇ ਮੈਨੂੰ ਲੱਗਦਾ ਜਿਨ੍ਹਾਂ ਦੀ 5-7 ਸਾਲ ਇਸ ਵੀਰ ਦੀ ਸ਼ਾਇਦ ਉਮਰ ਹੋਏਗੀ, ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਬੱਚੇ ਕੀ ਨਾਮ ਹੈ ਆਪ ਜੀ ਦਾ? ਬਲਵੀਰ ਸਿੰਘ। ਕਿੰਨੀ ਉਮਰ ਹੈ ਆਪ ਜੀ ਦੀ? ਕਿੰਨੇ ਸਾਲ ਦੇ ਹੋ? 6 ਸਾਲ ਦੇ। ਕੀ ਬਾਤ ਹੈ। ਆਪ ਜੀ ਦਾ ਕੀ ਨਾਮ ਹੈ ਬੱਚੇ? ਕਰਨ ਸਿੰਘ। ਹਾਂਜੀ, ਆਪ ਜੀ ਦੀ ਕਿੰਨੀ ਉਮਰ ਹੈ? 12 ਸਾਲ। 12 ਸਾਲ। ਇਹ ਛੋਟੇ ਛੋਟੇ ਜਿਹੜੇ ਦੋ ਬੱਚੇ ਦੇਖ ਸਕਦੇ ਹੋ ਕਿ ਇਹ ਪ੍ਰੋਟੈਸਟ ਕਰ ਰਹੇ ਨੇ। ਪਰ ਮੈਨੂੰ ਲੱਗਦਾ ਕਿ ਅਸੀਂ ਜਿਹੜੇ ਹਜੇ ਤੱਕ ਨਾ ਸਿਆਣੇ ਹੋਏ ਆ ਨਾ ਨਿਆਣੇ ਹੋਏ ਆ, ਪਤਾ ਨਹੀਂ ਕਿਹੜੀ ਗਿਣਤੀ 'ਚ ਖੜੇ ਆ। ਇਹ ਨਿਆਣਿਆਂ ਨੂੰ ਵੀ ਸਮਝ ਆ ਗਈ ਆ ਕਿ ਬਈ ਕਿਸ ਤਰੀਕੇ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਹੈਗੀ। ਆਓ ਇਸ ਵੀਰ ਨਾਲ ਹੀ ਪੁੱਛਦੇ ਹੈਗੇ ਆਪਾਂ ਇੱਥੇ ਕਿਉਂ ਖੜਿਆ। ਮੇਰੇ ਵੀਰ ਪਤਾ ਤੁਹਾਨੂੰ? ਜਥੇਦਾਰ ਵਾਰਾ ਸਿੰਘ ਜੀ ਨੂੰ ਰਿਹਾ ਕਰਵਾਉਣੇ। ਕੀ ਬਾਤ ਹੈ। ਦੇਖ ਲਓ, ਇਹ ਛੋਟੇ ਛੋਟੇ ਬੱਚਿਆਂ ਨੂੰ ਵੀ ਪਤਾ ਹੈ ਕਿ ਵੀ ਆਪਾਂ ਇੱਥੇ ਖੜੇ ਕਿਉਂ ਆ। ਐ ਨਹੀਂ ਕਿ ਐਵੇਂ ਫੜ ਕੇ ਫੜਾਏ ਹੋਏ ਨੇ। ਸੋ ਸੰਗਤ ਜੀ, ਉਹੀ ਬੇਨਤੀ ਹੈ ਕਿ ਆਪਾਂ ਕਦੋਂ ਸਿਆਣੇ ਹੋਵਾਂਗੇ। ਨਿੱਕੇ ਨਿੱਕੇ ਨਿਆਣੇ ਸਿਆਣੇ ਹੋ ਗਏ ਆ, ਪਰ ਅਸੀਂ ਅਜੇ ਸਿਆਣੇ ਨਹੀਂ ਹੋਈ ਜਾ ਰਹੇ। ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਦੋ ਕਾਨੂੰਨਾਂ ਦੀ ਗੱਲ ਇੱਥੇ ਹੁੰਦੀ ਪਈ ਹੈਗੀ ਆ। ਭਾਈ ਦਲਜੀਤ ਸਿੰਘ ਹੋਰਾਂ ਨੇ ਦੱਸਿਆ ਕਿ ਜੇਲ੍ਹ ਮੈਨੂਅਲ ਉਹਨਾਂ ਨੇ ਪੜ੍ਹਾਈ ਆ, ਪਰ ਉਸ ਦੇ ਬਾਵਜੂਦ ਵੀ ਹੈ ਰਿਹਾਈ ਜਿਹੜੀ ਹੈਗੀ ਹੈ ਸਿੰਘਾਂ ਨੂੰ ਨਹੀਂ ਦਿੱਤੀ ਜਾ ਰਹੀ। ਲਗਾਤਾਰ ਕੋਈ ਹੋਰ ਜੇ ਕੋਈ ਮੇਰਾ ਵੀਰ ਗੱਲਬਾਤ ਕਰਨਾ ਚਾਹੁੰਦਾ ਤੇ ਆਪਣਾ ਸੁਨੇਹਾ ਦੇਣਾ ਚਾਹੁੰਦਾ ਤੇ ਬਿਲਕੁਲ ਦੇ ਸਕਦਾ ਹੈਗਾ, ਤੇ ਕਿਉਂਕਿ ਬਿਲਕੁਲ ਖੁੱਲਾ ਸੱਦਾ ਹੈਗਾ। ਹਾਂਜੀ ਵੀਰ ਜੀ, ਕੀ ਨਾਮ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਕਵਲਜੀਤ ਸਿੰਘ ਕੀ ਕਹਿਣਾ ਚਾਹੋਗੇ ਜੀ। ਅੱਜ ਇਹੀ ਕਹਿਣਾ ਚਾਹੁੰਦੇ ਆ, ਜਿਹੜੇ ਸਾਡੇ ਸਾਰੇ ਇੱਥੇ ਸਿੱਖ ਵੀਰ ਜਿਹੜੇ ਇਕੱਠੇ ਹੋਏ ਆ ਅੱਜ ਦੀ, ਦੇਖ ਸਕਦੇ ਹੋ ਆਪ ਜੀ, ਭਾਵੇਂ ਗਿਣਤੀ 50-100 ਦੀ ਹੈ, ਲੇਕਿਨ ਜਜ਼ਬਾ ਪੂਰਾ ਇੰਨਾ ਜੇ, ਜਜ਼ਬਾ ਪੂਰਾ ਰੱਖਦੇ ਆ। ਅੱਜ ਅਸੀਂ ਇਕੱਠੇ ਹੋਏ ਹਾਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਰਿਹਾਈ ਲਈ, ਜਿਹੜੇ ਦਿੱਲੀ ਸਰਕਾਰ ਨੇ ਪਿੱਛੇ ਜੇ 3573 ਜਿਹੜੇ ਕੈਦੀ ਛੱਡੇ ਹਨ। ਜਿੱਦਾਂ ਜੀ ਆਪ ਜੀ ਨੇ ਕਿਹਾ ਸੀ ਕਿ ਉੱਥੇ ਜਿਹੜੇ ਹੈਗੇ ਨੇ ਉਹ 302 ਵਾਲੇ ਵੀ ਨੇ, 307 ਵਾਲੇ ਵੀ ਨੇ, ਰੇਪ ਵਾਲੇ ਵੀ ਨੇ, ਸਾਰੇ ਹੈਗੇ ਨੇ, ਔਰ ਸਭ ਨੂੰ ਪੈਰੋਲ ਮਿਲੀ ਹੈ। ਔਰ ਉਹਨਾਂ ਜਿਹੜੇ ਮੇਰੇ ਆਪ ਜੀ ਨੇ ਥੋੜੀ ਦੇਰ ਪਹਿਲਾਂ ਵਿਖਾਇਆ ਕਿ ਇਹ ਪਿੱਛੇ ਜਿਹੜੇ ਖੜੇ ਹੈਗੇ ਨੇ, ਉਹਨਾਂ ਦਾ 302 ਦਾ ਇੱਕ ਬੰਦਾ ਹੈਗਾ ਅੰਦਰ, ਜਿਹੜਾ ਮਤਲਬ ਉੱਤੇ 302 ਦਾ ਮੁਕੱਦਮਾ, ਤੇ ਉਹਨੂੰ ਮਤਲਬ ਪਹਿਲੀ ਯਾਚਿਕਾ ਪਾ ਕੇ ਉਹਨਾਂ ਨੂੰ ਪਹਿਲੀ ਯਾਚਿਕਾ ਦੀ ਪੈਰੋਲ ਮਿਲੀ ਹੈ। ਤੇ ਅਸੀਂ ਇੱਥੋਂ ਸਮਝਦੇ ਹਾਂ ਕਿ ਸਾਡੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ 26 ਸਾਲ ਹੋ ਗਏ। 26 ਸਾਲ ਦੇ ਵਿੱਚ ਅਸੀਂ ਕਿੰਨੀਆਂ ਯਾਚਿਕਾ ਪਾ ਚੁੱਕੇ ਹਾਂ, ਕਿੰਨੇ ਧਰਨੇ ਲਾ ਚੁੱਕੇ ਹਾਂ, ਕਿੰਨੇ ਰੋਸ ਪ੍ਰਦਰਸ਼ਨ ਕਰ ਚੁੱਕੇ ਹਾਂ, ਕਿੰਨੇ ਸੜਕਾਂ ਤੇ ਉਤਰ ਚੁੱਕੇ ਹਾਂ, ਗਰਾਊਂਡ ਲੈਵਲ ਤੱਕ ਆ ਚੁੱਕੇ ਹਾਂ, ਇੰਟਰਨੈਸ਼ਨਲ ਮੀਡੀਆ ਤੱਕ ਸਾਡੀ ਆਵਾਜ਼ ਪਹੁੰਚ ਚੁੱਕੀ ਹੈ। ਬਾਹਰ ਦੀਆਂ ਸਰਕਾਰਾਂ ਮੰਨ ਗਈਆਂ ਨੇ, ਪਰ ਇੰਡੀਅਨ ਜਿਹੜਾ ਮੀਡੀਆ ਹੈਗਾ, ਇੰਡੀਅਨ ਸਰਕਾਰ ਉਹ ਨਹੀਂ ਮੰਨ ਰਹੀਆਂ। ਮੈਂ ਇਹੀ ਜਾਣਨਾ ਚਾਹੁੰਦਾ ਕਿ ਜਿਹੜੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਨੇ, ਉਹਨਾਂ ਨਾਲ ਆਖਰ ਜਿਹੜੀ ਸਰਕਾਰ ਦੀ ਉਹ ਕੀ ਦੁਸ਼ਮਣੀ ਹੈ? ਜਾਂ ਤਾਂ ਦੁਸ਼ਮਣੀ ਹੈ ਸਾਡੇ ਸਿਰ ਤੇ ਪੱਗ ਹੈ, ਜਾਂ ਅਸੀਂ ਸਿੱਖ ਹਾਂ। ਫਿਰ ਕਹਿੰਦੇ ਨੇ ਜੇ ਅਸੀਂ ਹਥਿਆਰ ਚੁੱਕੀਏ ਤਾਂ ਸਾਨੂੰ ਵੱਖਵਾਦੀ ਕਹਿੰਦੇ ਨੇ, ਅੱਤਵਾਦੀ ਕਹਿੰਦੇ ਨੇ। ਠੀਕ ਹੈ ਜੀ। ਤੇ ਇੱਕ ਮੈਂ ਇੱਥੇ ਅਪੀਲ ਕਰਨਾ ਚਾਹੁੰਦਾ, ਜਿਹੜੀ ਆਪ ਜੀ ਦੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਮੇਰੀ ਇਹ ਸਿੱਖ ਕੌਮ ਜਿਹੜੀ ਸੁਣ ਰਹੀ ਹੈ, ਤੇ ਉਹਨਾਂ ਨੂੰ ਇੱਕ ਮੈਂ ਅਪੀਲ ਕਰਨਾ ਚਾਹੁੰਦਾ, ਜਿਹੜੇ ਨਗਰ ਕੀਰਤਨਾਂ 'ਚ ਅਸੀਂ ਵੇਖਦਾ ਕਿੰਨਾ ਇਕੱਠ ਹੁੰਦਾ ਸਾਡੀ ਸਿੱਖ ਕੌਮ ਦਾ, ਜਾਂ ਨਗਰ ਕੀਰਤਨਾਂ ਦੀ ਗੱਲ ਲਾ ਲਓ, ਕੀਰਤਨ ਦਰਬਾਰਾਂ ਦੀ, ਮਾਫੀ ਚਾਹੁੰਦਾ, ਸੱਚ ਕੋੜ ਹੈ। ਉਹ ਸਿੱਖ ਕੌਮ ਸਾਡੀ ਇਸ ਵੇਲੇ ਜਿਹੜੀ ਇਸ ਮੁੱਦੇ ਤੇ ਉਹ ਕਿੱਥੇ ਗੈਪ ਹੋ ਜਾਂਦੀ ਹੈ, ਕਿੱਥੇ ਜਾਂਦੀ ਹੈ, ਮੈਂ ਮਾਫੀ ਚਾਹੁੰਦਾ ਇਹ ਲਫ਼ਜ਼ ਵਰਤ ਰਿਹਾ, ਲੇਕਿਨ ਸੱਚ ਕੋੜ ਹੈ। ਉਹ ਸਾਡੀ ਸਿੱਖ ਕੌਮ ਕਿੱਥੇ ਚਲੇ ਜਾਂਦੀ ਹੈ। ਅਸੀਂ ਚਲੋ ਪੋਲੀਟੀਕਲ ਜਿਹੜੇ ਹੈਗੇ ਨੇ ਲੀਡਰ, ਉਹਨਾਂ ਤੇ ਅਸੀਂ ਉਮੀਦ ਨਹੀਂ ਰੱਖ ਸਕਦੇ, ਕਿਉਂਕਿ ਉਹਨਾਂ ਨੇ ਅੱਜ ਤੱਕ ਕੀਤਾ ਵੀ ਨਹੀਂ। ਕਿੰਨੀਆਂ ਸਰਕਾਰਾਂ ਆਈਆਂ ਦਿੱਲੀ 'ਚ, ਕਿੰਨੀਆਂ ਗਈਆਂ, ਕਿੰਨੀਆਂ ਸੈਂਟਰ 'ਚ ਆਈਆਂ, ਕਿੰਨੀਆਂ ਗਈਆਂ। ਸਿੱਖਾਂ ਨੂੰ ਜਿਹੜਾ ਖਾਸ ਕਰ ਇਨਸਾਫ ਨਹੀਂ ਦਿੱਤਾ ਜਾਂਦਾ। ਸਾਡੇ ਨਾਲ ਇੱਕ ਵਿਤਕਰਾ ਕੀਤਾ ਜਾਂਦਾ। ਆਖਰ ਕਿਉਂ? ਇਹ ਸਵਾਲ ਪੁੱਛਣਾ ਚਾਹੁੰਦੇ ਹਾਂ। ਜਿਹੜੇ 26 ਸਾਲ ਹੋ ਗਏ, ਇਹ ਕਰੋਨਾ ਮਹਾਮਾਰੀ ਚੱਲ ਰਹੀ ਹੈ, 2 ਮਹੀਨੇ ਹੋ ਗਏ ਅਸੀਂ ਸਾਡੇ ਘਰਾਂ 'ਚ ਬਿਨਾਂ ਕੰਮ ਕਾਰ ਤੋਂ, 2 ਮਹੀਨੇ ਅਸੀਂ ਆਪਣੇ ਘਰਾਂ 'ਚ ਨਹੀਂ ਰਹਿ ਸਕਦੇ। ਅੱਜ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ 26 ਸਾਲ ਹੋ ਗਏ, ਔਰ ਉਹਨਾਂ ਦੇ ਚਿਹਰੇ ਤੇ ਜਰਾ ਵੀ ਮਾਸੂਮੀਅਤ ਨਹੀਂ, ਜਿੱਦਾਂ ਕਿ
ਜਿਹੜੇ ਮੁਲਾਕਾਤੀ ਸਿੰਘ ਨੇ ਉਹਨਾਂ ਤੋਂ ਸੁਣਨ ਨੂੰ ਮਿਲਦਾ ਹੈ। ਉਹਨਾਂ ਦੇ ਚਿਹਰੇ ਤੇ ਜਰਾ ਵੀ ਮਾਸੂਮੀਅਤ ਨਹੀਂ, ਉਹਨਾਂ ਦੇ ਚਿਹਰੇ ਤੇ ਸਦਾ ਹੱਸ ਹੈ। ਪਰ ਉਹ ਅੰਦਰ ਬੈਠੇ ਸੋਚ ਰਹੇ ਹੋਣਗੇ ਕਿ ਮੇਰੀ ਸਿੱਖ ਕੌਮ ਕੁਝ ਕੰਮ ਕਰ ਰਹੀ ਹੈ, ਲੇਕਿਨ ਮੈਂ ਮਾਫੀ ਚਾਹੁੰਦਾ ਇੱਥੇ ਤਾਂ ਸਾਡੇ ਕੁਝ ਕਰ ਹੀ ਨਹੀਂ ਰਹੇ। ਜਿਹੜੇ ਲੀਡਰ ਨੇ ਉਹਨਾਂ ਨੂੰ ਕੁਰਸੀਆਂ ਪਿਆਰੀਆਂ, ਉਹ ਚਾਹੁੰਦੇ ਨੇ ਹਵਾਰਾ ਜੀ ਬਾਹਰ ਆ ਜਾਣ, ਉਹਨਾਂ ਦੀਆਂ ਕੁਰਸੀਆਂ ਟੁੱਟ ਜਾਣਗੀਆਂ। ਤੇ ਮੈਂ ਕਹਿਣਾ ਚਾਹੁੰਦਾ ਕਿ ਜਿਹੜੇ ਮੇਰੀ ਸਿੱਖ ਕੌਮ, ਜਿਹੜੇ ਆਪ ਜੀ ਵੇਖ ਸਕਦੇ ਹੋ, ਜਿਹੜੀ 50-100 ਦੀ ਗਿਣਤੀ ਹੈ, ਇਹ ਕਿਸੇ ਪੈਸੇ ਨਾਲ ਨਹੀਂ ਆਈ, ਇਹ ਕਿਸੇ ਪੋਲੀਟੀਕਲ ਪਾਰਟੀ ਨਾਲ ਇਸ਼ੂ ਨਹੀਂ ਰੱਖਦੀ ਜਾਂ ਕਿਸੇ ਜਥੇਬੰਦੀ ਨਾਲ ਨਹੀਂ ਆਈ। ਅਸੀਂ ਸਾਰੇ ਸੰਗਤੀ ਰੂਪ 'ਚ ਆਏ ਹਾਂ ਇੱਥੇ, ਔਰ ਸਾਰੇ ਸੰਗਤੀ ਰੂਪ 'ਚ ਅਰਦਾਸ ਕਰਦੇ ਹਾਂ ਔਰ ਬੇਨਤੀ ਕਰਦੇ ਹਾਂ, ਔਰ ਅਸੀਂ ਸਰਕਾਰ ਨੂੰ ਇਹ ਮੰਗ ਕਰਦੇ ਹਾਂ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਜਲਦ ਰਿਹਾਈ ਕਰਨ। ਤੇ ਬਸ ਇਹੀ ਕਹਿਣਾ ਚਾਹੁੰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਮੰਗ ਉਹੀ ਹੈ ਕਿ ਰਿਹਾਈ ਕੀਤੀ ਜਾਵੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ। ਹੋਰ ਸਿੰਘ ਇੱਥੇ ਮੌਜੂਦ ਨੇ, ਗੱਲਬਾਤ ਕਰਾਂਗੇ। ਵੀਰ ਜੀ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਦੇ ਬਾਰੇ ਹੀ ਗੱਲ ਕਰਾਂਗੇ ਕਿਉਂਕਿ ਭਾਈ ਸਾਹਿਬ ਦੀ ਰਿਹਾਈ ਵਾਸਤੇ ਅਸੀਂ ਇਕੱਠੇ ਹੋਏ ਹਾਂ ਸਾਰੇ। ਭਾਈ ਸਾਹਿਬ ਇੰਨੇ ਲੰਬੇ ਚਿਰਾਂ ਤੋਂ ਜੇਲ੍ਹ ਦੇ ਵਿੱਚ ਡੱਕੇ ਹੋਏ ਨੇ ਗੌਰਮੈਂਟ ਨੇ। ਅਸੀਂ ਕਹਿੰਦੇ ਕਿ ਸਿਰਫ ਗਿਣਤੀਪੁਰ ਸਿੱਖਾਂ ਦੀ ਆਵਾਜ਼ ਹੈਗੀ ਹੈ ਜਿਹੜੇ ਭਾਈ ਸਾਹਿਬ ਦੀ ਰਿਹਾਈ ਵਾਸਤੇ ਆਵਾਜ਼ ਚੱਕਦੇ ਨੇ। ਜਿਹੜੀ ਕਮੇਟੀਆਂ ਨੇ ਜਾਂ ਹੋਰ ਜਿਹੜੀ ਜਥੇਬੰਦੀਆਂ ਨੇ ਉਹ ਆਵਾਜ਼ ਕਿਉਂ ਨਹੀਂ ਚੱਕਦੀਆਂ? ਸਭ ਤੋਂ ਵੱਡੀ ਨਾਕਾਮਗੀ ਹੈ ਸਾਡੀ ਕੌਮ ਦੀ ਕਿ ਅਸੀਂ ਆਪਣੇ ਪੰਥ, ਆਪਣੇ ਨਿਸ਼ਾਨ ਸਾਹਿਬ ਥੱਲੇ ਨਹੀਂ ਖੜੇ ਹੁੰਦੇ। ਬੇਨਤੀ ਆਈ ਹੋ ਕਿ ਆਪਣੇ ਨਿਸ਼ਾਨ ਸਾਹਿਬ ਦੇ ਥੱਲੇ ਖੜੇ ਹੋ ਤੇ ਆਪਣੇ ਭਾਈ ਸਾਹਿਬ ਦੀ ਰਿਹਾਈ ਕਰਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਸੰਗਤ ਜੀ, ਲਗਾਤਾਰ ਹੋਰ ਵੀ ਲੋਕਾਂ ਦੇ ਨਾਲ ਤੁਹਾਡੀ ਅਸੀਂ ਗੱਲਬਾਤ ਕਰਾਂਗੇ। ਜੀ ਸੰਗਤ ਜੀ, ਲਗਾਤਾਰ ਸੰਗਤਾਂ ਨਾਲ ਅਸੀਂ ਗੱਲਬਾਤ ਕਰਦੇ ਪਏ ਹੈਗੇ ਆ। ਸਾਡੇ ਨਾਲ ਸਰਦਾਰ ਚਮਨ ਸਿੰਘ ਜੀ ਸਾਹਿਬਪੁਰਾ, ਜੋ ਕਿ ਮੈਂਬਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਔਰ ਜਗ ਆਸਰਾ ਗੁਰੂ ਓਟ ਪਾਰਟੀ ਤੋਂ ਜਿਹੜੀ ਨਵੀਂ ਪਾਰਟੀ ਹੈ ਉਸ ਦੇ ਨੁਮਾਇੰਦੇ ਵਜੋਂ ਇੱਥੇ ਪਹੁੰਚੇ ਨੇ। ਚਮਨ ਸਿੰਘ ਜੀ, ਗੁਰਫਤਿਹ ਦੀ ਸਾਂਝ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੇ ਵੀ ਪਿਛਲੇ ਦਿਨੀ ਵੀ ਅਕਾਲ ਚੰਦ ਦੇ ਤੁਹਾਡੇ ਨਾਲ ਇੰਟਰਵਿਊ ਹੋਈ ਸੀਗੀ ਤੇ ਇਹ ਅੱਛੀ ਗੱਲ ਹੈ ਕਿ ਜੋ ਕਿ ਪੰਥਕ ਪਾਰਟੀਆਂ ਵੀ ਇਸ ਮਸਲੇ ਦੇ ਵਿੱਚ ਚੁੱਕਦੀਆਂ ਪਈਆਂ ਹੈਗੀਆਂ ਔਰ ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਵਾਸਤੇ ਆਪਣੀ ਗੱਲ ਲੈ ਕੇ ਆ ਰਹੀ ਹੈ। ਪਰ ਤੁਹਾਡੇ ਤੋਂ ਜਾਣਨਾ ਚਾਹਾਂਗੇ, ਸ਼ੁਕਰ ਹੈ ਕਿ ਚਲੋ ਠੀਕ ਹੈ, ਕਿਸੇ ਪੰਥਕ ਪਾਰਟੀ ਨੇ ਗੱਲ ਤਾਂ ਕੀਤੀ, ਹਾਮੀ ਤਾਂ ਭਰੀ, ਪਰ ਇਕੱਲੇ ਹਾਮੀ ਭਰਨ ਨਾਲ ਗੱਲ ਹੋ ਰਹੀ ਹੈ। ਤੁਹਾਡੇ ਵੱਲੋਂ ਪ੍ਰੈਕਟੀਕਲੀ ਕਾਰਜ ਕੀ ਕੀਤੇ ਜਾ ਰਹੇ ਆ? ਮੈਂ ਪਹਿਲੇ ਇੱਕ ਗੱਲ ਤੁਹਾਨੂੰ ਕਲੀਅਰ ਕਰਨਾ ਚਾਹੁੰਦਾ ਕਿ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਬੰਦੀ ਛੋੜ ਦਿਵਸ ਤੇ ਅਸੀਂ 2 ਸਾਲ ਲਗਾਤਾਰ ਇੱਥੇ ਜਾਗੋ ਪਾਰਟੀ ਵੱਲੋਂ ਜਥੇਦਾਰ ਮਨਜੀਤ ਸਿੰਘ ਜੀ ਦੀ ਅਗਵਾਈ ਹੇਠ ਅਰਦਾਸ ਸਮਾਗਮ ਰੱਖਿਆ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਔਰ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਵਾਸਤੇ ਅਸੀਂ ਅਪੀਲਾਂ ਕੀਤੀਆਂ ਸੀ। ਪਹਿਲਾਂ ਤਾਂ ਅਕਾਲਪੁਰ ਤੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਔਰ ਦੂਸਰਾ ਅਸੀਂ ਗੌਰਮੈਂਟ ਨੂੰ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ। ਅੱਜ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਪੈਰੋਲ ਦੀ ਗੱਲ ਹੈਗੀ ਆ ਉਹ ਹੋਣੀ ਚਾਹੀਦੀ ਹੈ। ਇਸ ਵਾਸਤੇ ਇਹ ਇੱਕ ਨਵਾਂ ਨਹੀਂ ਹੈ ਕਿ ਅਸੀਂ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਹੱਕ 'ਚ ਆਵਾਜ਼ਾਂ ਨਹੀਂ ਚੱਕੀਆਂ। ਪਹਿਲਾ ਮੈਂਬਰ ਦਿੱਲੀ ਕਮੇਟੀ ਦਾ ਦਾਸ ਹੈਗਾ ਜਿਹਨੇ ਅੱਜ ਤੋਂ 3-4 ਸਾਲ ਪਹਿਲੇ ਭਾਈ ਜਗਤਾਰ ਸਿੰਘ ਹਵਾਰਾ ਦੇ ਹੱਕ ਵਿੱਚ ਧਰਨਾ ਮਾਰਿਆ ਸੀ ਜਦੋਂ ਰੀੜ੍ਹ ਦੀ ਹੱਡੀ ਦੇ ਉਹਨਾਂ ਦੇ ਪੇਨ ਸੀਗੀ। ਔਰ ਉਸ ਵਕਤ ਵੀ ਸਾਰੀ ਦਿੱਲੀ ਦੀ ਪੁਲਿਸ ਜਿਹੜੀ ਸੀਗੀ ਉਹ ਸੋਚ ਰਹੀ ਸੀ ਕਿ ਇਹ ਕੌਣ ਹੈ ਜਿਹੜੇ ਲੋਕ ਹੈਗੇ ਆ ਜਿਹੜੇ ਉਹਨਾਂ ਦੇ ਹੱਕ 'ਚ ਧਰਨਾ ਮਾਰਿਆ ਗਿਆ। ਕਿਹੜੇ ਸੰਨ ਦੀ ਗੱਲ? ਮੈਨੂੰ ਕਲੀਅਰ 3 ਸਾਲ ਪਹਿਲਾਂ ਉਦੋਂ ਭਾਈ ਗੁਰਬਖਸ਼ ਸਿੰਘ ਵੀ ਆਏ ਸੀ। ਮੇਰੇ ਕੋਲ ਸਾਰੇ ਸਬੂਤ, ਜਦੋਂ ਤੁਸੀਂ ਮੈਨੂੰ ਬੁਲਾਓਗੇ ਦੁਬਾਰਾ ਮੈਂ ਉਹ ਤੁਹਾਡੀ ਫੋਟੋਆਂ ਵੀ ਲੈ ਕੇ ਆਊਂਗਾ। ਤੇ ਜਦੋਂ ਅਸੀਂ ਧਰਨਾ ਮਾਰਿਆ ਸੀ, ਮੋਮਬੱਤੀ ਕੈਂਡਲ ਮਾਰਚ ਵੀ ਕੱਢਿਆ ਸੀ ਅਸੀਂ ਤਿਲਕ ਵਿਹਾਰ ਦੇ ਵਿੱਚ। ਤੇ ਉਸ ਤੋਂ ਇਲਾਵਾ ਆਪ ਮੈਂ ਦਿੱਲੀ ਕਮੇਟੀ ਗੁਰਦੁਆਰਾ ਕਮੇਟੀ ਦਾ ਮੈਂਬਰ ਹੋਣ ਦੇ ਨਾਤੇ ਜਦੋਂ ਅਸੀਂ ਲੰਗਰ ਲੈ ਕੇ ਜਾਂਦੇ ਸੀਗੇ ਅੰਦਰ ਗੁਰਪੁਰਬ ਮਨਾਉਣ ਵਾਸਤੇ, ਤਾਂ ਉਸ ਵਕਤ ਮੈਂ ਬੜੀ ਵਾਰੀ ਮੌਕਾ ਮਿਲਿਆ 2.5 ਘੰਟੇ ਲਗਾਤਾਰ ਜਥੇਦਾਰ ਹਵਾਰਾ ਸਿੰਘ ਹਵਾਰਾ ਜੀ ਹੋਣਾ ਨਾਲ ਬੈਠ ਕੇ ਬੜੀ ਮੁਲਾਕਾਤਾਂ ਹੋਈਆਂ, ਉਹ ਬੜੀ ਗੱਲ ਚਰਚਾ ਹੋਈ, ਪੰਥਕ ਵਿਚਾਰ ਹੋਏ। ਮੁਲਾਕਾਤਾਂ ਹੋਈਆਂ ਤੁਹਾਡੀਆਂ? ਮੇਰੇ ਪਰਸਨਲ ਤੌਰ ਤੇ ਮੈਂ 6 ਵਾਰੀ ਮਿਲਿਆ ਉਹਨਾਂ ਨੂੰ, ਔਰ ਮੈਂ ਸਮਝਦਾ ਕਿ ਮੈਨੂੰ ਪਰਸਨਲ ਤੌਰ ਤੇ ਜਾਣਦਾ, ਮੇਰਾ ਨਾਮ ਆ ਔਰ ਉਹਦਾ ਨਾਂ ਕੀ ਆ। ਉਸ ਤੋਂ ਇਲਾਵਾ ਜੋ ਉਹਨਾਂ ਨੇ ਮੁਲਾਕਾਤਾਂ ਇੱਥੇ ਤਿਹਾੜ ਜੇਲ੍ਹ 'ਚ ਵੀ ਹੁੰਦੇ ਰਹੀਆਂ। ਉਸ ਤੋਂ ਇਲਾਵਾ ਮੈਂ ਉਹਨਾਂ ਦੀ ਤਰੀਕ ਤੇ ਜਾਂਦਾ ਰਿਹਾ, ਔਰ ਮਤਲਬ ਇਹ ਨਹੀਂ ਆ ਕਿ ਖਾਲੀ ਐਵੇਂ ਹੀ ਹੈ ਕਿ ਅਸੀਂ ਸਾਡੀ ਮਿੱਤਰਤਾ ਭਾਈਵਾਲੀ ਔਰ ਸਾਡੇ ਦੋਸਤ ਵੀ ਹੈਗੇ ਆ ਔਰ ਜਥੇਦਾਰ ਵੀ ਹੈਗੇ ਆ। ਔਰ ਮੈਂ ਸਮਝਦਾ ਕਿ ਅੱਜ ਹੀ ਨਹੀਂ ਆਵਾਜ਼ ਮੇਰੇ ਚੱਕਦੇ ਆ ਰਹੇ। ਅੱਜ ਆਪਣਾ ਫਰਜ਼ ਸਮਝ ਮੈਂ ਇੱਥੇ ਆ ਅਰਦਾਸ ਸਮਾਗਮ ਰੱਖਾ। ਪਹਿਲੋਂ ਸਿੰਘਾਂ ਨੇ ਅਖੰਡ ਪਾਠ ਰੱਖਿਆ ਸੀ, ਉਹਦੇ 'ਚ ਮੈਂ ਖੁਦ ਜਾ ਕੇ ਰੋਲ ਵੀ ਲਗਾਈ ਹੈ, ਪਾਠ ਵੀ ਕੀਤਾ। ਉਸ ਤੋਂ ਬਾਅਦ ਜਾ ਕੇ ਉਹਦਾ ਨਾਂ ਜਿਹੜਾ ਅਖੰਡ ਪਾਠ ਸਾਹਿਬ ਰੱਖਿਆ ਸੀ ਉਸਦੇ ਵਿੱਚ ਤੁਸੀਂ ਹਾਜ਼ਰੀ ਲਵਾਈ ਹੈ? ਸ੍ਰੀ ਅਖੰਡ ਪਾਠ ਸਾਹਿਬ 'ਚ ਮੈਂ ਖੁਦ ਜਾ ਕੇ ਰੋਲ ਲਗਾਈ ਹੈ। ਔਰ ਰਾਮ ਧਨਾਸਰੀ ਮਹੱਲਾ ਦੇ ਵਿੱਚ ਜਿਹੜਾ ਉਹ ਸ਼ਬਦ ਸੀਗੇ ਉਹਦਾ ਜਿਹੜਾ ਪਾਠ ਕੀਤਾ।
ਔਰ ਮੈਂ ਸਮਝਦਾ ਕਿ ਬੜਾ ਵਧੀਆ ਮੌਕਾ ਸੀ। ਚਲੋ ਇਹ ਵੀ ਇੱਕ ਚੰਗੀ ਗੱਲ ਹੈ ਕਿ ਦਿੱਲੀ ਕਮੇਟੀ ਦੇ ਮੈਂਬਰ ਜਿਹੜੇ ਹੈਗੇ ਇਕੱਲੇ ਰਾਜਨੀਤਿਕ ਤੌਰ ਤੇ ਨਹੀਂ, ਚਮਨ ਸਿੰਘ ਅਰੀ ਕਹਿ ਰਹੇ ਕਿ ਜਿਹੜਾ ਇਹਨਾਂ ਸਿੰਘਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜੋ ਪਾਠ ਰੱਖਿਆ ਸੀ ਸ਼੍ਰੀ ਅਖੰਡ ਪਾਠ ਸਾਹਿਬ, ਜਿਹੜਾ ਕੁਝ ਦਿਨਾਂ ਪਹਿਲੇ ਅਸੀਂ ਤੁਹਾਨੂੰ ਦਿਖਾਇਆ ਵੀ ਆ, ਜੋ ਕਿ 10-11 ਤਰੀਕ ਨੂੰ ਰੱਖਿਆ ਗਿਆ ਸੀਗਾ, ਉਸ ਦੇ ਵਿੱਚ ਉਹਨਾਂ ਨੇ ਹਾਜ਼ਰੀ ਵੀ ਭਰੀ ਔਰ ਮੱਥਾ ਹੀ ਨਹੀਂ ਟੇਕਿਆ। ਗੁਰਬਾਣੀ ਦੇ ਵੀ ਪਾਠ ਜਿਹੜੇ ਹੈਗੇ ਉਹਦੇ ਵਿੱਚ ਕਿਤੇ, ਕਿਉਂਕਿ ਸਿੰਘਾਂ ਵੱਲੋਂ ਰਲ ਮਿਲ ਕੇ ਕੀਤਾ ਜਾ ਰਿਹਾ ਹੈ। ਚਮਨ ਸਿੰਘ ਜੀ, ਤੁਹਾਡੇ ਇਹਨਾਂ ਪਰਸਨਲ ਲੈਵਲ ਤੇ ਤੁਸੀਂ ਜਿਸ ਤਰੀਕੇ ਜੋ ਇਨੀਸ਼ੀਏਟਿਵ ਲੈ ਰਹੇ, ਅਸੀਂ ਉਹਦੀ ਸਰਾਹਾ ਕਰਦੇ ਹਾਂ, ਪਰ ਤੁਹਾਨੂੰ ਕਿਉਂ ਲੱਗਦਾ ਕਿ ਬਾਰ-ਬਾਰ ਜਿਹੜਾ ਹੈਗਾ ਰਿਹਾਈ ਕਰਨ ਵਾਸਤੇ ਅਰਦਾਸਾਂ ਕੀਤੀਆਂ ਜਾ ਰਹੀਆਂ? ਇੱਕ ਪਾਸੇ ਦਿੱਲੀ ਸਰਕਾਰ 3573 ਕੈਦੀਆਂ ਨੂੰ ਛੱਡਦੀ ਆ ਤੇ ਦੂਜੇ ਪਾਸੇ ਜਗਤਾਰ ਸਿੰਘ ਹਵਾਰਾ ਤੋਂ ਇਹਨਾਂ ਖਤਰਾ ਕਿਉਂ ਮਹਿਸੂਸ ਹੋ ਰਿਹਾ? ਕਿਉਂ ਨਹੀਂ ਛੱਡ ਰਹੀ ਜਗਤਾਰ ਸਿੰਘ ਹਵਾਰਾ ਨੂੰ? ਜਾਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਛੱਡਣ ਵਾਸਤੇ ਤੁਸੀਂ ਵੀ ਤਾਂ ਕੋਈ ਆਪਣੀ ਕੁਰਬਾਨੀ ਦੇਣ ਵਾਸਤੇ ਆਓ। ਇਹ ਯੂਥ ਨੂੰ ਤਾਂ ਤੁਸੀਂ ਅੱਗੇ ਕਰ ਦਿੰਦੇ ਹੈਗੇ ਹੋ, ਤੁਸੀਂ ਆਪਣੇ ਨਿੱਜੀ ਤੌਰ ਤੇ ਕੀ ਕਰਨਾ ਚਾਹੋਗੇ? ਇਹ ਤੁਸੀਂ ਇਸ ਗੱਲ ਦਾ ਜਵਾਬ ਦਿਓ ਕਿ ਕੀ ਕੌਮੀ ਲੀਡਰ ਸਿਰਫ ਯੂਥ ਨੂੰ ਹੀ ਅੱਗੇ ਕਰੀ ਜਾਣਗੇ ਚੱਕਣ ਵਾਸਤੇ ਜਾਂ ਸ਼ਹੀਦੀਆਂ ਪਵਾਉਣ ਵਾਸਤੇ? ਤੁਸੀਂ ਲੀਡਰ ਹੋ, ਤੁਸੀਂ ਇਲੈਕਟਿਡ ਮੈਂਬਰ ਹੋ, ਆਪਣੇ ਤੌਰ ਤੇ ਤੁਸੀਂ ਕੀ ਕਰ ਸਕਦੇ ਹੋ? ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਜਿੱਥੇ ਤੱਕ ਅਖੰਡ ਪਾਠ ਦੀ ਗੱਲ ਸੀ, ਉੱਥੇ ਤੱਕ ਅਸੀਂ ਹਰ ਮੂਵਮੈਂਟ ਤੇ, ਜਦੋਂ ਹੁਣ 17 ਤਰੀਕ ਨੂੰ ਜਨਮ ਦਿਨ ਸੀ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ, ਸਭ ਤੋਂ ਪਹਿਲੇ ਮੈਂ ਆਪਣੀ ਪੋਸਟ ਪਾਈ ਆ ਉਹ ਪਕੜ ਕੇ ਕਿ ਉਹਨਾਂ ਨੂੰ ਮਿਲਣਾ ਚਾਹੀਦੀ, ਪਰੋਲ ਮਿਲਣੀ ਚਾਹੀਦੀ ਹੈ। ਮੈਂ ਸਮਝਦਾ ਕਿ ਜਿੱਥੇ ਹਿੰਦੁਸਤਾਨ ਦੀ ਗੌਰਮੈਂਟ ਇੱਕ ਕਰੋਨਾ COVID-19 ਦੇ ਵਿਚਕਾਰ ਹੈ, ਜਿੱਥੇ ਖਤਰਾ ਹੈ ਸਾਰੇ ਲੋਕਾਂ ਨੂੰ, ਉੱਥੇ ਡਕੈਤਾਂ ਨੂੰ, ਚੋਰਾਂ ਨੂੰ, ਚੈਨ ਸਕੇਚਰਾਂ ਨੂੰ, ਬਲਾਤਕਾਰੀਆਂ ਨੂੰ ਪਰੋਲਾਂ ਦੇ ਰਹੀ ਹੈ ਔਰ ਪਰੋਲਾਂ ਦੇ ਕੇ ਉਹਨਾਂ ਨੂੰ ਆਪਣੇ ਘਰ ਭੇਜ ਰਹੀ। ਤੁਸੀਂ ਆਪਣੇ ਘਰ ਜਾ ਕੇ ਕੁਆਰੰਟਾਈਨ ਹੋ ਜਾਓ। ਔਰ ਉੱਥੇ ਬੰਦੀ ਸਿੰਘਾਂ ਨੂੰ, ਜਿਸ ਕੌਮ ਨੇ ਇਸ ਦੇਸ਼ ਨੂੰ ਖੜਾ ਕੀਤਾ ਹੋਵੇ, ਜਿਸ ਕੌਮ ਨੇ ਇਸ ਦੇਸ਼ ਨੂੰ ਆਜ਼ਾਦ ਕਰਾਇਆ ਹੋਵੇ ਔਰ 85% ਕੁਰਬਾਨੀਆਂ ਦਿੱਤੀਆਂ ਹੋਣ ਔਰ ਇਸ ਕੌਮ ਨਾਲ ਹਮੇਸ਼ਾ ਧੱਕਾ ਹੋਇਆ ਹੋਵੇ, ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਵਿੱਚ ਬਿਆਨ ਸਿੰਘ, ਸਰਦਾਰ ਸ਼ੰਕਰ ਰੇ ਤੇ ਰਵੇਰੋ ਵਰਗਿਆਂ ਨੇ ਪੰਜਾਬ 'ਚ ਲੱਖਾਂ ਲੋਕਾਂ ਨੂੰ ਕਤਲ ਕੀਤਾ ਹੋਵੇ, ਔਰ ਜੇ ਸਾਡੇ ਸਿੰਘ ਰੋਹ 'ਚ ਆਣ ਕੇ, ਗੁੱਸੇ 'ਚ ਆਣ ਕੇ ਜੇ ਉਹਨਾਂ ਦੀਆਂ ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ ਹੋਵੇ, ਜੇ ਉਹਨਾਂ ਦੇ ਬਜ਼ੁਰਗਾਂ ਨੂੰ ਪੱਗ ਰੋਲੀ ਹੋਵੇ, ਜੇ ਬੱਚਿਆਂ ਨੂੰ ਕੋ ਕੇ ਮਾਰਿਆ ਹੋਵੇ ਜਾਂ ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ ਹੋਵੇ, ਉਹਨਾਂ ਲੋਕਾਂ ਨੂੰ ਸਜ਼ਾ ਦੇਣੀ, ਮੈਂ ਸਮਝਦਾ ਕਿ ਕੌਮ ਨੇ ਪਹਿਲਾਂ ਸਜ਼ਾ ਦਿੱਤੀਆਂ ਗਈਆਂ। ਉਹ ਚਾਹੇ ਨਾਦਰ ਸ਼ਾਹ ਸੀ, ਚਾਹੇ ਉਹ ਅਬਦਾਲੀ ਸੀ, ਚਾਹੇ ਉਹ ਇੰਦਰਾ ਗਾਂਧੀ ਸੀ, ਚਾਹੇ ਦਰਬਾਰੇ ਵਰਗੇ ਸੀ, ਹੋਰ ਕਈਆਂ ਨੂੰ ਸਜ਼ਾਵਾਂ ਦਿੱਤੀਆਂ ਕੌਮ ਨੇ। ਪਰ ਮੈਂ ਸਮਝਦਾ ਕਿ ਜੇ ਅੱਜ ਸਿੰਘਾਂ ਨੇ ਤਾਂ, ਪਰ ਅਸੀਂ ਇਹ ਨਹੀਂ ਕਹਿੰਦੇ ਕਿ ਤੁਸੀਂ ਰਿਹਾ ਕਰ ਦਿਓ, ਅਸੀਂ ਕਹਿੰਦੇ ਕਾਨੂੰਨੀ ਤੌਰ ਤੇ ਜੋ ਕਾਰਵਾਈ ਆ ਉਹ ਚੱਲਦੀ ਰਹੇ। ਕਈ ਬਹੁਤ ਸਾਰੇ ਕੇਸ ਤਾਂ ਨਜਾਇਜ਼ ਹੀ ਪਾਏ ਹੋਇਆ ਔਰ ਬਹੁਤ ਸਾਰੇ ਕੇਸਾਂ 'ਚ ਜਗਤਾਰ ਸਿੰਘ ਹਵਾਰਾ ਬਰੀ ਹੋ ਚੁੱਕਿਆ ਹੈਗਾ। 2-4 ਕੇਸ, 1-2 ਕੇਸ ਬਚੇ ਹੋਣੇ ਆ, ਕਈ 100 ਕੇਸ ਪਾਏ ਸੀਗੇ। ਦੇ ਬਾਬ ਤੇ ਹੈ ਹੀ ਨਹੀਂ, ਕੁਛ ਸਬੂਤ ਮਿਲੇ ਹੀ ਨਹੀਂ। ਔਰ ਦੂਸਰੀ ਗੱਲ, ਜਿਹੜੀ ਗੱਲ ਤੁਸੀਂ ਮੇਰੇ ਨਾਲ ਕੀਤੀ ਸੀ, ਮੈਂ ਸਮਝਦਾ ਕਿ ਦਿੱਲੀ ਗਵਰਨਮੈਂਟ ਨੇ ਬੜੇ ਵਾਅਦੇ ਕੀਤੇ ਸੀ ਕਿ ਦਿੱਲੀ 'ਚ ਸਿੱਖਾਂ ਦਾ ਮਾਣ ਰੱਖਿਆ ਜਾਏਗਾ। ਅੱਜ ਸਿੱਖ ਰੋਡ ਰਹੇ ਸੜਕਾਂ ਦੇ ਉੱਤੇ, ਤੁਸੀਂ ਦੇਖਿਆ ਕਿੱਦਾਂ ਅਰਦਾਸਾਂ ਜੇਲ੍ਹ ਦੇ ਬਾਹਰ ਹੋ ਰਹੀਆਂ, ਕਿਵੇਂ ਉਹਨਾਂ ਨੇ ਕਿਹਾ 84 ਦੇ ਕਾਤਲਾਂ ਨੂੰ ਅਸੀਂ ਅੰਦਰ ਕਰਾਂਗੇ। ਹਾਈ ਕੋਰਟ ਨੇ ਅੰਦਰ ਕੀਤਾ ਇਹਨੂੰ, ਸੱਜਣ ਕੁਮਾਰ ਨੂੰ। ਟੈਂਡਰ ਹਜੇ ਹੀ ਬਚਿਆ ਪਿਆ ਗਾ। ਔਰ ਕਿਸ ਤਰੀਕੇ ਨਾਲ ਉਹਨੇ ਕਿਹਾ ਸੀ ਕਿ ਸਿੱਖਾਂ ਨੂੰ ਮਾਨ ਸਕਾ ਦੇਗਾ। ਮੈਂ ਸਮਝਦਾ ਜਿੱਥੋਂ ਤੁਸੀਂ ਗੱਲ ਕੀਤੀ ਕਿ ਨੌਜਵਾਨਾਂ ਨੂੰ ਕਦ ਤੱਕ ਸੜਕਾਂ ਤੇ ਰੋਲੋਗੇ ਕੋਈ ਲੀਡਰ, ਮੈਂ ਆਪਣੇ ਆਪ ਨੂੰ ਆਗੂ ਨਹੀਂ ਸਮਝਦਾ। ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿ ਅਸੀਂ ਪਿੱਛੇ ਖੜੇ ਹੋਈਏ, ਇਹ ਕੌਮ ਦੇ ਨੌਜਵਾਨ ਅੱਗੇ ਆਣ। ਪਰ ਫਿਰ ਵੀ ਮੈਂ ਇਹ ਗੱਲ ਕਹਿਣਾ ਕਿ ਜੇ ਦਿੱਲੀ ਸਰਕਾਰ ਜਿਹੜੀ ਛੱਡ ਸਕਦੀ, ਜਿਨ੍ਹਾਂ ਨੇ 3573 ਕੈਦੀਆਂ ਨੂੰ ਰਿਹਾ ਕੀਤਾ, ਜੇ ਉਹਨੂੰ ਜਗਤਾਰ ਸਿੰਘ ਹਵਾਰਾ ਤੇ ਬੰਦੀ ਸਿੰਘਾਂ ਤੋਂ ਕੋਈ ਖਤਰਾ, ਤਾਂ ਫਿਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਐਜ ਏ ਜ਼ਮਾਨਤ ਜਥੇਦਾਰ ਜਗਤਾਰ ਸਿੰਘ ਹਵਾਰਾ ਜਦ ਤੱਕ ਪਰੋਲ ਆ 2 ਮਹੀਨੇ, 4 ਮਹੀਨੇ, 6 ਮਹੀਨੇ, ਤਦ ਤੱਕ ਅਸੀਂ 5 ਸਿੰਘ ਮੇਰੇ ਸਮੇਤ, ਪਹਿਲਾ ਨਾਮ ਮੇਰਾ ਹੋਏਗਾ, 5 ਸਿੰਘ ਅਸੀਂ ਐਜ ਏ ਜ਼ਮਾਨਤ ਤਿਹਾੜ ਜੇਲ੍ਹ 'ਚ ਰਹਿਣ ਨੂੰ ਤਿਆਰ। ਜਦ ਤੱਕ ਜਗਤਾਰ ਸਿੰਘ ਹਵਾਰਾ ਬਾਹਰ ਰਹਿਣਗੇ ਤਦ ਤੱਕ ਅਸੀਂ ਅੰਦਰ ਰਵਾਂਗੇ। ਔਰ ਇਹ ਸਾਡੀ ਇਹ ਵਾਅਦਾ, ਇਹ ਅਸੀਂ ਪਰਮਾਤਮਾ ਨੂੰ, ਮੈਂ ਖੁਦ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝਦਾ। ਮੈਂ ਪਰਮਾਤਮਾ, ਗੁਰੂ ਸਾਹਿਬ ਨੂੰ, ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹ ਗੱਲ ਕਹਿ ਰਿਹਾ ਕਿ ਜੇ ਇਹਨਾਂ ਨੂੰ ਜ਼ਿਆਦਾ ਖਤਰਾ ਤੇ ਅਸੀਂ ਆਪ ਉਹਨੇ ਚਿਰ ਤਿਹਾੜ ਜੇਲ੍ਹ 'ਚ ਰਹਿਣ ਨੂੰ। ਬਹੁਤ ਵੱਡੀ ਗੱਲ ਕਰ ਰਹੇ ਹੋ ਚਮਨ ਸਿੰਘ ਜੀ ਤੁਸੀਂ। ਇੱਕ ਗੱਲ ਸਮਝ ਲਓ ਕਿ ਕਹਿੰਦੇ ਆ ਕਿ ਸੇਵਾ ਕਰਨੀ ਜ਼ਿੰਦਗੀ ਬੜੀ ਔਖੀ, ਗੱਲਾਂ ਕਰਨੀਆਂ ਬਹੁਤ ਸਖਾਲੀਆਂ ਨੇ। ਜਿਨ੍ਹਾਂ ਇਹਨਾਂ ਰਾਹਾਂ ਤੇ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ। ਅਸੀਂ ਵੀ ਉਸ ਕੌਮ ਦਾ ਹਿੱਸਾ ਹੈ ਜਿਹੜੀ ਕੌਮ ਦੇ ਗੁਰੂ ਦੇ ਬੱਚਿਆਂ ਨੇ ਨੀਹਾਂ 'ਚ ਖੜੇ ਹੋ ਗਏ। ਚਮਕੌਰ 10 ਲੱਖ ਫੌਜ ਨਾਲ ਟੱਕਰ ਲੈ ਲਿਆ, ਜਿਹਦੇ ਸਿੰਘਾਂ ਨੇ ਬੰਦ ਕਟਾਤੇ, ਜੇ ਖੋਪੜੀਆਂ ਲਵਾਤੀਆਂ,
ਔਰ ਅਸੀਂ ਉਹਨਾਂ ਨੂੰ ਯਾਦ ਕਰਦੇ ਆ। ਜੇ ਅੱਜ ਸਰਦਾਰ ਚਮਨ ਸਿੰਘ ਨੇ ਇਹ ਗੱਲ ਕਹੀ ਹੈ ਕਿ ਅੰਦਰ ਰਹਿਣ ਨੂੰ ਤਿਆਰ ਆ, ਤਾਂ ਫਿਰ ਏਜੰਸੀਆਂ ਦੇ ਜਿਹੜੇ ਲੋਕ ਆ ਉਹ ਸੁਣ ਲੈਣ ਕਿ ਅਸੀਂ ਅੰਦਰ ਰਹਿਣ ਨੂੰ ਤਿਆਰ ਆ। ਇਹ ਸਭ ਤੋਂ ਪਹਿਲਾਂ ਮੈਂ ਅੰਦਰ ਹੋਊਂਗਾ, ਉਸ ਤੋਂ ਬਾਅਦ 5 ਸਿੰਘ 4 ਸਿੰਘ ਹੋਰ ਨਾਲ ਹੋਣਗੇ, ਉਹ ਤਿਆਰ ਹੋਣਗੇ। ਇਸ ਕਰਕੇ ਮੈਂ ਇਹ ਆਪਣੇ ਹੋਸ਼ੋ ਹਵਾ 'ਚ ਇਹ ਨਹੀਂ ਹੈ ਕਿ ਕੋਈ ਦਵਾ 'ਚ ਹੋਸ਼ੋ ਹਵਾ 'ਚ ਗੱਲ ਕਰ ਰਿਹਾ ਕਿ ਐਜ ਏ ਜ਼ਮਾਨਤ ਅਸੀਂ 5 ਸਿੰਘ ਰਹਿਣ ਨੂੰ ਤਿਆਰ ਆ। ਸਭ ਤੋਂ ਪਹਿਲਾਂ ਨਾਮ ਮੇਰਾ ਹੋਗਾ, ਬਾਕੀ 5 ਹੋਰ ਹੋਣਗੇ। ਮੇਰੀ ਇਹੀ ਬੇਨਤੀ ਆ, ਇਹ ਕੋਈ ਸਰਦਾਰ ਪਰਸਨਲ ਜਗਤਾਰ ਸਿੰਘ ਹਵਾਰਾ ਵਾਸਤੇ ਨਹੀਂ ਆ, ਇਹ ਪੂਰੀ ਕੌਮ ਦੇ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਆਪਣਾ ਬੰਦੀ ਸਿੰਘ ਆ, ਔਰ ਖਾਸ ਤੌਰ ਤੇ ਜਗਤਾਰ ਸਿੰਘ ਹਵਾਰਾ ਜਿਹੜੇ ਹੈਗੇ ਆ ਉਹਨਾਂ ਵਾਸਤੇ ਕਿ ਉਹਨਾਂ ਨੂੰ ਰਿਹਾ ਕਰੋ। ਅਸੀਂ ਉਹਦੇ ਨਾਲ 5 ਰਹਿ ਗਏ, ਜਗਤਾਰ ਸਿੰਘ ਹਵਾਰਾ ਨੂੰ ਵੀ ਰਿਹਾ ਕਰਦੇ ਆ ਤੇ ਅਸੀਂ 5 ਸਿੰਘ ਅੰਦਰ ਰਹਿਣ ਨੂੰ ਤਿਆਰ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਮਨ ਸਿੰਘ ਮੌਜੂਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਤੇ ਜਗ ਆਸਰਾ ਗੁਰੂ ਔਰ ਜਾਗੋ ਪਾਰਟੀ ਜੋ ਕਿ ਮਨਜੀਤ ਸਿੰਘ ਜੀਕੇ ਦੇ ਪ੍ਰਧਾਨਗੀ ਹੇਠ ਚੱਲਦੀ ਹੈ, ਉਹਨਾਂ ਨੇ ਇੱਕ ਬਹੁਤ ਵੱਡਾ ਇੱਕ ਬਿਆਨ ਦਿੱਤਾ ਕਿ ਭਾਈ ਜਗਤਾਰ ਸਿੰਘ ਹਵਾਰਾ ਨੂੰ ਛੱਡ ਦਿਓ, ਬਦਲੇ 'ਚ ਮੇਰੇ ਸਮੇਤ 5 ਸਿੰਘਾਂ ਨੂੰ ਤੁਸੀਂ ਜ਼ਮਾਨਤ ਦੇ ਤੌਰ 'ਚ ਤਿਹਾੜ ਜੇਲ੍ਹ 'ਚ ਰੱਖ ਲਓ। ਤੇ ਬਹੁਤ ਵੱਡੀ ਗੱਲ ਹੈਗੀ। ਸਿਰਫ ਆਖਰੀ ਹਾਂ ਜਾਂ ਨਾ ਦੇ ਵਿੱਚ ਗੱਲ ਕਰਾਂਗੇ ਕਿ ਕੀ ਆਪਣੀ ਗੱਲ ਤੇ ਤੁਸੀਂ ਖੜੇ ਹੋਵੋਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੋ ਜਿਹਾ ਮੌਕਾ? ਮੈਂ ਪਹਿਲਾਂ ਹੀ ਗੱਲ ਕਹੀ ਹੈ ਕਿ ਅਸੀਂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਿੰਘ ਹੈ, ਅਸੀਂ ਕਿਸੇ ਲੁੱਚੀ ਪੁੱਟੀ ਦੇ ਸਿੰਘ ਨਹੀਂ ਆ, ਅਸੀਂ ਕਿਸੇ ਤਿਲਕਧਾਰੀ ਦੇ ਸਿੰਘ ਨਹੀਂ ਆ, ਅਸੀਂ ਉਸ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਹੈ ਸਿੰਘ ਹੈਗੇ ਆ ਜਿਨ੍ਹਾਂ ਨੇ ਆਪਣੇ ਕੋਲ ਨਿਭਾਇਆ। ਇਸ ਵਾਸਤੇ ਅਸੀਂ ਹਰ ਆਪਣਾ ਵਾਅਦਾ ਪੂਰਾ ਕਰਨ ਨੂੰ ਤਿਆਰ ਹੈਗਾ, ਆਪਣੀ ਗੱਲ ਤੇ ਖੜੇ ਹੋਵਾਂਗੇ ਔਰ ਤਕੜੇ ਹੋ ਕੇ ਖੜੇ ਹੋਵਾਂਗੇ। ਬਿਲਕੁਲ ਚਮਨ ਸਿੰਘ ਹਰਾ ਨੇ ਗੱਲ ਕਹੀ ਹੈ ਕਿ ਆਪਣੀ ਗੱਲ ਤੇ ਖੜੇ ਨੇ, ਭਾਵੇਂ ਜਿੱਦਾਂ ਦਾ ਵੀ ਮਾਹੌਲ ਹੋਏਗਾ, ਜੋ ਉਹਨਾਂ ਨੇ ਵਾਅਦਾ ਕੀਤਾ ਉਹਦੇ ਉੱਪਰ ਖੜੇ ਰਹਿਣਗੇ। ਮੈਨੂੰ ਲੱਗਦਾ ਕਿ ਇਹ ਜਿੰਦਾ ਦਿਲੀ ਜੇ ਅੱਜ ਦੇ ਮੌਜੂਦਾ ਲੀਡਰਾਂ ਦੇ ਵਿੱਚ ਮੈਨੂੰ ਲੱਗਦਾ ਸਾਰਿਆਂ ਦੇ ਵਿੱਚ ਹੋਣੀ ਚਾਹੀਦੀ। ਚਲੋ ਠੀਕ ਆ, ਇੱਕ ਦਿੱਲੀ ਸਿੱਖ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਇੱਕ ਏਡੀ ਵੱਡਾ ਜੋ ਐਲਾਨ ਕੀਤਾ ਹੈਗਾ। ਆਓ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਦੇ ਹਾਂ। ਜੀ ਸੰਗਤ ਜੀ, ਜਿੱਥੇ ਸਿੰਘਾਂ ਨਾਲ ਗੱਲਬਾਤ ਕੀਤੀ ਸੀ, ਹਲੂਣੇ ਦਿੱਤੇ ਗਏ ਸੀ ਕਿ ਪੰਥਕ ਪਾਰਟੀਆਂ ਕਿੱਥੇ ਆ, ਤੇ ਉਹਨਾਂ ਵਿੱਚੋਂ ਕੁਝ ਜੋ ਲੀਡਰ ਆਏ ਵੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ, ਜੋ ਕਿ ਜਾਗੋ ਪਾਰਟੀ ਦੇ ਜਿਹੜੇ ਨੁਮਾਇੰਦੇ ਸੀਗੇ, ਚਮਨ ਸਿੰਘ ਉਹ ਵੀ ਆਏ। ਇੱਥੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯਾਨੀ ਸਰਨਾ ਧੜੇ ਦੇ ਜਿਹੜੇ ਨੁਮਾਇੰਦੇ ਉਹ ਵੀ ਇੱਥੇ ਪਹੁੰਚੇ ਨੇ, ਔਰ ਭਾਈ ਜਗਤਾਰ ਸਿੰਘ ਹਵਾਰਾ ਦੀ ਜੋ ਕਿ ਰਿਹਾਈ ਵਾਸਤੇ ਉਹ ਵੀ ਜੋਦੜੀਆਂ ਕਰ ਰਹੇ ਨੇ। ਆਓ ਗੱਲਬਾਤ ਕਰਦੇ ਹਾਂ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜੋ ਯੂਥ ਦੇ ਪ੍ਰਧਾਨ ਰਮਨਦੀਪ ਸਿੰਘ ਸੋਨੂ ਮੌਜੂਦ ਨੇ ਔਰ ਸਾਰੀ ਸੰਗਤਾਂ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਵੀਰ ਜੀ, ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਭਾਈ ਅਸੀਂ ਜਗਤਾਰ ਸਿੰਘ ਹਵਾਰਾ ਜੀ ਦੀ ਗੱਲ ਕਰੀਏ ਤੇ ਸਿੱਖ ਕੌਮ ਵੱਲੋਂ ਸਰਬੱਤ ਖਾਲਸਾ ਦੇ ਵਿੱਚ ਇਹਨਾਂ ਨੂੰ ਥਾਪਿਆ ਗਿਆ ਸੀਗਾ। ਇਹਦੇ ਵਿੱਚ ਸਾਰੀ ਸਿੱਖ ਕੌਮ ਦੀ ਸਹਿਮਤੀ ਸੀਗੀ ਤੇ ਇਹਨਾਂ ਦਾ ਬਹੁਤ ਹੀ ਵੱਡਾ ਮਾਣ ਤੇ ਸਤਿਕਾਰ ਹੈ। ਤੇ ਅੱਜ ਸੰਸਾਰ ਭਰ ਵਿੱਚ ਵਸਦੇ ਹਰ ਗੁਰੂ ਨਾਨਕ ਨਾਮ ਲੈਵਾ ਸਿੱਖ ਦਾ ਇਹ ਫਰਜ਼ ਬਣਦਾ ਹੈ ਕਿ ਇਹਨਾਂ ਦੀ ਰਿਹਾਈ ਦੇ ਲਈ, ਕਿਉਂਕਿ ਹਿਊਮਨ ਰਾਈਟਸ ਦੀ ਵਾਇਲੇਸ਼ਨ ਹੈ, ਇਹਨਾਂ ਨੂੰ ਜੇ ਦਿੱਲੀ ਦੀ ਸਰਕਾਰ ਸਿਰਫ ਦਿੱਲੀ ਦੀ 3573 ਬੰਦੇ ਰਿਹਾ ਕਰ ਸਕਦੀ ਹੈ, ਪੰਜਾਬ 'ਚ ਲਗਭਗ 6000 ਦੇ ਕਰੀਬ ਬੰਦੇ ਹੋਰ ਇਹਨਾਂ ਨੇ ਰਿਹਾ ਕਰਦੇ, ਹਰ ਸਟੇਟ ਆਪਣੇ ਬੰਦੇ ਰਿਹਾ ਕਰ ਰਹੀ ਹੈ। ਤੇ ਇਹ ਤਾਂ ਸਿੱਖ ਕੌਮ ਉਹ ਹੈ ਜਿਹਨੂੰ ਸੰਸਾਰ ਭਰ ਦੇ ਜਿਹੜੇ ਤਾਕਤਵਰ ਦੇਸ਼ ਮੰਨੇ ਜਾਂਦੇ ਆ, ਭਾਵੇਂ ਅਮਰੀਕਾ ਹੈ, ਉੱਥੇ ਦੇ ਰਾਸ਼ਟਰਪਤੀ ਟਰੰਪ ਨੇ ਸਾਰੀਆਂ ਸਿੱਖ ਸੰਸਥਾਵਾਂ ਗੁਰਦੁਆਰਿਆਂ ਨਿਊਯਾਰਕ ਦੇ ਵਿੱਚ ਅਪੀਲ ਕੀਤੀ ਵੀ ਤੁਸੀਂ ਅੱਗੇ ਆਓ ਤੇ ਜਿਹੜੇ ਉੱਥੇ ਬੇਘਰ ਲੋਕ ਹੋਏ ਆ ਜਾਂ ਬਿਮਾਰੀ ਨਾਲ ਜੂਝ ਰਹੇ ਆ ਉੱਥੇ ਆ ਕੇ ਸੇਵਾ ਕਰੋ। ਉਸ ਤੋਂ ਬਾਅਦ ਜੇ ਅਸੀਂ ਯੂਕੇ ਦੀ ਗੱਲ ਕਰੀਏ, ਉੱਥੇ ਦੀ ਕੁਈਨ ਐਲਿਜ਼ਾਬੈਥ ਉਹ ਹੌਂਸਲੋ ਗੁਰਦੁਆਰੇ ਗਏ, ਉਹਨਾਂ ਨੇ ਹੱਥੀਂ ਸੇਵਾ ਕੀਤੀ, ਸਿੱਖ ਕੌਮ ਦੀ ਸਭ ਤੋਂ ਵੱਡੀ ਸਰਾਹਨਾ ਕੀਤੀ। ਯੂਰਪ ਦੀ ਗੱਲ ਕਰੀਏ, ਜਿਹੜੇ ਮਰਜ਼ੀ ਦੇਸ਼ ਦੀ ਆਪਾਂ ਗੱਲ ਕਰੀਏ, ਮਲੇਸ਼ੀਆ, ਸਿੰਗਾਪੁਰ, ਜਿੱਥੇ ਮਰਜ਼ੀ, ਹਿੰਦੁਸਤਾਨ ਦੀ ਗੱਲ ਕਰੀਏ ਤੇ ਜਿੱਥੇ ਕਿੱਥੇ ਵੀ ਕਦੀ ਕੋਈ ਬਾੜ ਆਈ, ਭੂਕੰਪ ਆਇਆ, ਕੋਈ ਤਰਾਸਦੀ ਆਈ, ਮਹਾਮਾਰੀ ਆਈ, ਸਿੱਖ ਕੌਮ ਨੇ ਸਭ ਤੋਂ ਅੱਗੇ ਵੱਧ ਚੜ ਕੇ ਹਿੰਦੁਸਤਾਨ ਦੇ ਹਰ ਕੋਈ ਧਰਮ ਨਹੀਂ ਦੇਖਿਆ, ਕੋਈ ਜਾਤ ਨਹੀਂ ਦੇਖੀ। ਇਹ ਸਾਡਾ ਵੰਡ ਛਕਣਾ ਤੇ ਕਿਰਤ ਕਰਨੀ ਤੇ ਨਾਮ ਜਪਣ ਦੀ ਜਿਹੜੀ ਪਰੰਪਰਾ ਸੀਗੀ, ਇਹਦੇ ਅਧੀਨ ਉਹਨਾਂ ਨੇ ਹਰ ਤਰ੍ਹਾਂ ਦੀ ਸੇਵਾ ਕੀਤੀ। ਹਿੰਦੁਸਤਾਨ ਦੇ ਵਿੱਚ ਹਰ ਜਿਹੜੇ ਭੁੱਖੇ ਬੰਦੇ ਸੀਗੇ, ਜਿਨ੍ਹਾਂ ਨੂੰ 2 ਵਕਤ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ ਸੀ, ਉਹਨਾਂ ਲਈ ਲੰਗਰ ਲਾਏ, ਰਸਦਾਂ ਦਾ ਪ੍ਰਬੰਧ ਕੀਤਾ, ਖੂਨਦਾਨ। ਹੁਣ ਦਿੱਲੀ ਦੇ ਸਾਰੇ ਹਸਪਤਾਲਾਂ ਵਿੱਚ ਖੂਨ ਦੀ ਬਹੁਤ ਜ਼ਿਆਦਾ ਕਮੀ ਹੈ, ਖੂਨਦਾਨ ਦੇ ਕੈਂਪ ਵੀ ਸਿੱਖਾਂ ਨੇ ਸਭ ਤੋਂ ਵੱਧ ਲਾਏ, ਖੂਨਦਾਨ ਕੀਤਾ। ਉਸ ਤੋਂ ਬਾਅਦ ਸੈਨੀਟਾਈਜੇਸ਼ਨ ਸੇਵਾ, ਜਿਹੜੀ ਮਰਜ਼ੀ ਸੇਵਾ ਉਹ ਸਿੱਖ ਕੌਮ ਨੇ ਕੀਤੀ ਹੈ। ਤੇ ਇਹ ਸਿੱਖ ਕੌਮ ਦੀ ਸਰਵੋੱਚ ਜਿਹੜੀ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਹੈ, ਤੇ ਪੂਰੀ ਕੌਮ ਵੱਲੋਂ ਥਾਪੇ ਜਥੇਦਾਰ ਹੈਗੇ ਆ, ਤੇ ਪੂਰੀ ਕੌਮ ਦਾ ਇਹ ਫਰਜ਼ ਬਣਦਾ ਹੈ ਕਿ ਅੱਗੇ ਆਣ। ਸਰਕਾਰ ਨੂੰ ਇਹ ਆਪ ਹੀ ਚਾਹੀਦਾ ਕਿ ਸਿੱਖ ਕੌਮ ਜਿਹੜੀ ਇੰਨੀ ਸੇਵਾ, ਇੰਨਾ ਸਭ ਕੁਝ ਕਰ ਰਹੀ ਹੈ, ਸੰਸਾਰ ਦੇ ਵਿੱਚ ਇਹਦੀ ਮਾਨਤਾ ਹੋ ਰਹੀ ਹੈ, ਤੇ ਉਹਦਾ ਕੀਦਾ ਇਹੀ ਹੋਏਗਾ ਹਿੰਦੁਸਤਾਨ ਦੀ ਸਰਕਾਰ ਲਈ ਕਿ ਉਹਨਾਂ ਨੂੰ ਆਪ ਚਾਹੀਦਾ ਕਿ ਜਥੇਦਾਰ ਹਵਾਰਾ ਸਾਹਿਬ ਨੂੰ ਰਿਹਾ ਕਰਨ ਤੇ ਸਿੱਖ ਕੌਮ ਨੂੰ ਜਿਹੜਾ
ਇਹ ਬਹੁਤ ਵੱਡੀ ਉਹਨਾਂ ਦੀ ਸਰਕਾਰ ਦੀ ਦੇਣ ਹੋਈ। ਤੁਸੀਂ ਕਹਿ ਰਹੇ ਹੋ ਕਿ ਸਰਬੱਤ ਖਾਲਸਾ ਵੱਲੋਂ ਚੁਣੇ ਜਥੇਦਾਰ ਨੇ, ਹਾਲਾਂਕਿ ਕਈ ਲੋਕ ਉਹਨਾਂ ਨੂੰ ਮੰਨਦੇ ਨਹੀਂ ਮੰਨਦੇ, ਇਹ ਤੁਹਾਡਾ ਆਪਣਾ ਨਿੱਜੀ ਬਿਆਨ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਦੇ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਵੀ ਤੁਸੀਂ ਇਹ ਜ਼ਿੰਮੇਦਾਰਾਨਾ ਬਿਆਨ ਦੇ ਰਹੇ ਹੋ? ਇਹ ਭਾਈ ਸਾਹਿਬ ਜੋ ਮੰਨੇ ਜਾਂ ਨਾ ਮੰਨੇ, ਪਰ ਸਰਬੱਤ ਖਾਲਸਾ ਵੱਲੋਂ ਜਥੇਦਾਰ ਤਾਂ ਉਹੀ ਹੁੰਦੇ ਸੀ ਜਿਹੜੇ ਸਰਬੱਤ ਖਾਲਸਾ ਥਾਪਦੇ ਸੀ। ਨਹੀਂ, ਮੈਂ ਉਹੀ ਕਹਿ ਰਿਹਾ ਕਿ ਇਹ ਤੁਹਾਡਾ ਨਿੱਜੀ ਬਿਆਨ ਹੈ ਜਾਂ ਪਾਰਟੀ ਦੇ ਨੁਮਾਇੰਦੇ ਤੌਰ ਤੇ ਤੁਸੀਂ ਇਹ ਬਿਆਨ ਦੇ ਰਹੇ ਹੋ? ਇਹ ਮੇਰਾ ਨਿੱਜੀ ਵੀ ਸਮਝ ਲਓ ਤੇ ਪਾਰਟੀ ਦੇ ਵੀ ਸਮਝ ਲਓ, ਜਿੱਦਾਂ ਮਰਜ਼ੀ ਸਮਝ ਲਓ, ਆਪਾਂ ਇਹਨਾਂ ਨੂੰ ਰਿਸ਼ਤੇਦਾਰ ਮੰਨਦੇ ਹਾਂ। ਠੀਕ ਹੈ ਰਮਨਦੀਪ ਸਿੰਘ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਦੇਖ ਰਹੇ ਹੋ ਕਿ ਯੂਥ ਇੱਥੇ ਖੜਾ ਹੈਗਾ ਭਾਈ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਰਿਹਾਈ ਵਾਸਤੇ। ਕਈ ਦਿਨਾਂ ਤੋਂ ਉਹਨਾਂ ਨੇ ਪਹਿਲੇ ਸ਼੍ਰੀ ਅਖੰਡ ਪਾਠ ਸਾਹਿਬ ਵੀ ਰਖਾਏ ਸੀਗੇ, ਫਿਰ ਜੇਲ੍ਹ ਦੀ ਪਰਿਕਰਮਾ ਵੀ ਕੀਤੀ, ਉਹਦੇ ਵਿੱਚ ਵੀ ਤੁਹਾਡੇ ਕੁਝ ਨੁਮਾਇੰਦੇ ਵੀ ਆਏ ਸੀਗੇ। ਤੇ ਪਰ ਕਿਉਂ ਲੱਗਦਾ ਹੈ ਕਿ ਅਨਸੁਣੀ ਕਿਉਂ ਕੀਤੀ ਜਾ ਰਹੀ ਹੈ, ਜੋ ਆਵਾਜ਼ਾਂ ਜਿਹੜੀ ਹੈ ਇਹਦੇ ਟਾਈਮ ਤੋਂ ਬੁਲੰਦ ਕੀਤੀ ਜਾ ਰਹੀਆਂ? ਇੱਥੇ ਸਾਹਮਣੇ ਹੀ ਜਿਹੜਾ ਹੈਗਾ ਨਾ, ਮੈਂ ਦੇਖ ਰਿਹਾ ਸੀਗਾ ਕਿ ਕੁਝ ਲੋਕ ਆਏ ਹੋਏ ਸੀਗੇ ਜਿਹੜੇ, ਕਿਉਂਕਿ 3573 ਜਿਹੜੇ ਕੈਦੀ ਜਿਹੜੇ ਰਿਹਾ ਕੀਤੇ ਜਾ ਰਹੇ, 3573 ਕੈਦੀ ਜਿਹੜੇ ਰਿਹਾ ਕੀਤੇ ਜਾ ਰਹੇ ਤਿਹਾੜ ਜੇਲ੍ਹ ਤੋਂ ਕਰੋਨਾ ਵਾਇਰਸ ਦੇ ਚੱਲਦੇ ਆ। ਉੱਥੇ ਇੱਕ ਗੈਰ ਸਿੱਖ ਜੋ ਕਿ ਇੱਕ ਗਰੁੱਪ ਖੜਾ ਸੀਗਾ, ਜਿਸ ਦੇ ਵਿੱਚ ਉਹਨਾਂ ਦੇ ਬੰਦੇ ਨੇ 4 ਕਤਲ ਕੀਤੇ ਸੀਗੇ, 302 ਦਾ ਕੇਸ ਸੀਗਾ। ਸਿਰਫ ਪਹਿਲੀ ਵਾਰੀ ਪੇਰੋਲ ਅਪਲਾਈ ਕੀਤੀ, ਪੈਰੋਲ ਤੇ ਉਹ ਪਹਿਲੀ ਵਾਰੀ ਦੇ ਵਿੱਚ ਹੀ ਕਲੀਅਰ ਹੋ ਗਈ। ਕਰੋਨਾ ਵਾਇਰਸ ਦੇ ਚੱਲਦਿਆਂ ਵੀ ਤੇ ਹੈ ਹੀ। ਦੂਸਰਾ ਕਹਿੰਦੇ ਕਿ ਮੈਡੀਕਲ ਗਰਾਊਂਡਸ ਦੇ ਉੱਪਰ ਕੋਈ ਗੈਪ ਸੀਗਾ ਉਹਨਾਂ ਦੇ ਰੀੜ ਦੀ ਹੱਡੀ ਦੇ ਵਿੱਚ, ਉਹਨਾਂ ਨੂੰ ਪੈਰੋਲ ਮਿਲ ਜਾਂਦੀ ਹੈ। ਭਾਈ ਜਗਤਾਰ ਸਿੰਘ ਹਵਾਰਾ ਪਿਛਲੇ ਕਈ ਟਾਈਮ ਤੋਂ ਆਪਣੀ ਰੀੜ ਦੀ ਹੱਡੀ ਦੀ ਸਮੱਸਿਆ ਲੈ ਕੇ ਜੂਝ ਰਹੇ ਨੇ। ਇਲਾਜ ਹੋਣਾ ਤਾਂ ਦੂਰ ਦੀ ਗੱਲ ਹੈ, ਮਤਲਬ ਰਿਹਾ ਹੋਣਾ ਤਾਂ ਦੂਰ ਦੀ ਗੱਲ ਹੈ, ਇਲਾਜ ਵੀ ਨਹੀਂ ਕੀਤਾ ਜਾ ਰਿਹਾ। ਹਿੰਦੁਸਤਾਨ ਦੇ ਵਿੱਚ ਕਾਫੀ ਸਮੇਂ ਦਾ ਮਤਲਬ ਅਸੀਂ ਗੱਲ ਕਰੀਏ ਤੇ 50 ਲਗਭਗ ਪਿਛਲੇ 4-5 ਦਹਾਕਿਆਂ ਤੋਂ ਹੀ ਸਿੱਖ ਕੌਮ ਦੇ ਨਾਲ ਹਮੇਸ਼ਾ ਧੱਕਾ ਹੋ ਰਿਹਾ ਹੈ, ਹਿਊਮਨ ਰਾਈਟਸ ਦੀ ਵਾਇਲੇਸ਼ਨ ਹੋ ਰਹੀ ਹੈ ਔਰ ਇਹਨਾਂ ਨੂੰ ਕਦੀ ਵੀ ਇਨਸਾਫ ਸਾਡੀ ਕੌਮ ਨੂੰ ਨਹੀਂ ਮਿਲਿਆ। ਤੇ ਅਸੀਂ ਇਹੀ ਇਹਨਾਂ ਨੂੰ ਅਪੀਲ ਕਰਦੇ ਹਾਂ ਵੀ ਜਿੱਦਾਂ ਹੁਣ ਜਥੇਦਾਰ ਹਵਾਰਾ ਜੀ ਦੀ ਗੱਲ ਕਰੀਏ, ਸੰਸਾਰ ਭਰ ਵਿੱਚ ਵਸਦੇ ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਨੂੰ, ਹਰ ਇਨਸਾਫ ਪਰਸਤ ਬੰਦੇ ਨੂੰ ਇਹ ਚਾਹੀਦਾ ਹੈ ਉਹ ਇੰਸਟਾਗ੍ਰਾਮ ਰਾਹੀਂ, ਈਮੇਲ ਰਾਹੀਂ ਹਿੰਦੁਸਤਾਨ ਦੇ ਚੀਫ ਜਸਟਿਸ, ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਨ ਕਿ ਨੈਤਿਕਤਾ ਦੇ ਆਧਾਰ ਤੇ ਸਿੱਖ ਕੌਮ ਨੇ ਜਿਹੜਾ ਇੰਨੀ ਸੇਵਾ ਕੀਤੀ, ਇੰਨਾ ਸਾਰਾ ਕੁਝ ਕੀਤਾ ਔਰ ਇਹ ਇਹਨਾਂ ਦਾ ਜਥੇਦਾਰ ਜੀ ਦਾ ਹੱਕ ਵੀ ਬਣਦਾ ਹੈ। ਇਹ ਇਹਨਾਂ ਨੂੰ ਜਿਹੜੀ ਸਜ਼ਾ ਸੀਗੀ ਆਲਰੇਡੀ ਇਹ ਆਪਣੀ ਸਜ਼ਾ ਸਾਰੀ ਪੂਰੀ ਕਰ ਚੁੱਕੇ ਨੇ। ਤੇ ਅਸੀਂ ਇਹੀ ਅਪੀਲ ਕਰਦੇ ਹਾਂ ਸੰਸਾਰ ਭਰ ਦੇ, ਹਿੰਦੁਸਤਾਨ ਦੀ ਸਰਕਾਰ ਨੂੰ ਵੀ ਅਪੀਲ ਕਰਦੇ ਹਾਂ ਕਿ ਇਹ ਫੈਸਲਾ ਇਹਨਾਂ ਨੂੰ ਲੈਣਾ ਚਾਹੀਦਾ ਤੇ ਜਥੇਦਾਰ ਜਿਹੜੇ ਸਿੱਖ ਕੌਮ ਦੇ ਮਨਾਂ ਦੀ, ਇਹ ਦਿਲਾਂ ਦੀ ਧੜਕਣ ਹੈ, ਨੌਜਵਾਨਾਂ ਦੀ, ਕਿ ਹਰ ਬੰਦੇ ਦੀ, ਹਰ ਗੁਰੂ ਨਾਨਕ ਨਾਮ ਲੇਵਾ ਸਿੱਖ ਦੀ ਜਿਹੜੇ ਜਥੇਦਾਰ ਹਵਾਰਾ ਜੀ, ਕਿਉਂਕਿ ਇਹਨਾਂ ਦੀ ਕੁਰਬਾਨੀ ਕੌਮ ਲਈ ਹੈ, ਆਪਣੇ ਲਈ ਨਹੀਂ ਹੈ ਜਿਹੜੀ ਇਹਨਾਂ ਨੇ ਕੁਰਬਾਨੀ ਦਿੱਤੀ। ਉਸ ਤੋਂ ਬਾਅਦ ਵੀ ਇਹਨਾਂ ਨਾਲ ਕੀਤਾ ਜਾ ਰਿਹਾ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਹਰ ਕੀਮਤ ਤੇ। ਧੰਨਵਾਦ ਕਰਦੇ ਹਾਂ। ਗੁਰਪ੍ਰੀਤ ਸਿੰਘ ਰਿੰਟਾ ਵੀਰ ਜੀ ਇੱਥੇ ਮੌਜੂਦ ਨੇ। ਵੀਰ ਜੀ ਕੀ ਕਹਿਣਾ? ਕੌਮਾਂ ਜੱਗ ਤੇ ਉਹੀਓ ਜਿਉਂਦੀਆਂ ਨੇ ਜਿਨ੍ਹਾਂ ਕੌਮਾਂ ਨੂੰ ਮਰਨ ਦਾ ਝੱਲ ਪੈ ਜੇ, ਪਵੇਗਾ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜੇ ਤੇ ਭਾਵੇਂ ਕੱਲ ਪੈ ਜੇ। ਅਸੀਂ ਦਿੱਲੀ ਦੀ ਸਰਕਾਰ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਜਿਵੇਂ ਸਾਰੇ ਬੰਦਿਆਂ ਨੂੰ ਰਿਹਾ ਕੀਤਾ ਜਾਵੇ, ਸਿੱਖ ਕੌਮ ਦੇ ਜਥੇਦਾਰ ਨੇ ਜਗਤਾਰ ਸਿੰਘ ਹਵਾਰਾ ਜੀ, ਇਹਨਾਂ ਨੂੰ ਵੀ ਛੇਤੀ ਛੇਤੀ ਰਿਹਾ ਕੀਤਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਵੀਰ ਅਮਰੀਕ ਸਿੰਘ ਵਿਕਾਸਪੁਰੀ ਤੋਂ ਮੌਜੂਦ ਨੇ, ਜੋ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਨੁਮਾਇੰਦੇ ਨੇ ਔਰ ਇੱਕ ਗੁਰੂ ਘਰ ਦੇ ਜੋ ਕਿ ਉਹ ਮੀਤ ਪ੍ਰਧਾਨ ਦੀ ਹੋਈ ਆ ਮੈਂਬਰ ਪ੍ਰਬੰਧਕੀ ਕਮੇਟੀ ਦੇ ਵਿੱਚ ਵੀ ਉੱਥੇ ਮੌਜੂਦ ਨੇ। ਵੀਰ ਜੀ ਕੀ ਕਹਿਣਾ ਚਾਹੋਗੇ ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਨੂੰ ਲੈ ਕੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ? ਸਿੰਘ ਇੱਥੇ ਲਗਾਤਾਰ ਮੋਰਚੇ ਲਾ ਰਹੇ ਨੇ, ਸੁਣਵਾਈ ਨਹੀਂ ਹੋ ਰਹੀ, ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਕਹਿਣਾ ਕੀ ਹੈ, ਸੁਣਨਾ ਕੀ ਹੈ। ਕਹਿਣਾ ਤਾਂ ਇੱਕੋ ਗੱਲ ਹੈ ਕਿ ਉਹਨਾਂ ਦੀ ਰਿਹਾਈ ਕਰਾਓ ਔਰ ਜਿਹੜਾ ਮੌਜੂਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਜਿਹੜੇ ਪ੍ਰਧਾਨ ਨੇ, ਉਹ ਵੀ ਇਸ ਟਾਈਮ ਉਹਨਾਂ ਦੀ ਸਾਠਗਾਠ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਉਹਨਾਂ ਨਾਲ ਹੈ। ਉਹਨਾਂ ਨੂੰ ਵੀ ਚਾਹੀਦਾ ਕਿ ਉਹ ਉਹਨਾਂ ਤੇ ਪ੍ਰੈਸ਼ਰ ਪਾਵਨ ਤੇ ਉਹ ਇਹਨਾਂ ਨੂੰ ਹਵਾਲਾ ਜੀ ਨੂੰ ਰਿਹਾ ਕਰਾਵਨ। ਅਤੇ ਜਿੰਨੇ ਵੀ ਸਿੱਖ ਹੋਰ ਵੀ ਜਿਹੜੇ ਕੈਦ ਨੇ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ, ਉਹਨਾਂ ਨੂੰ ਵੀ ਜਲਦੀ ਤੋਂ ਜਲਦੀ ਰਿਹਾ ਕਰਾਇਆ ਜਾਵੇ। ਠੀਕ ਹੈ। ਅਮਰੀਕ ਸਿੰਘ ਵਿਕਾਸਪੁਰੀ ਸਾਡੇ ਨਾਲ ਮੌਜੂਦ ਸੀ, ਉਹਨਾਂ ਨੇ ਵੀ ਇਹੀ ਕਿਹਾ ਕਿ ਰਿਹਾਈ ਹੋਣੀ ਚਾਹੀਦੀ ਹੈ। ਲਗਾਤਾਰ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੰਗ ਕੀਤੀ ਜਾ ਰਹੀ ਹੈ। ਅਕਾਲ ਚੈਨਲ ਟੀਮ ਤੁਹਾਨੂੰ ਲਗਾਤਾਰ ਰਿਪੋਰਟਿੰਗ ਕਰ ਰਹੀ ਹੈਗੀ ਹੈ। ਅਸੀਂ ਮੌਜੂਦ ਹੈਗੇ ਇਸ ਟਾਈਮ ਤਿਹਾੜ ਜੇਲ੍ਹ ਦੇ ਬਾਹਰ। ਸਾਹਮਣੇ ਹੀ ਸੰਗਤ ਜੀ, ਮੈਂ ਕਹਾਂਗਾ ਕੈਮਰਾਮੈਨ ਵੀਰ ਨੂੰ ਜ਼ੂਮ ਕਰਕੇ ਦਿਖਾਇਆ ਜਾਵੇ। ਤਿਹਾੜ ਜੇਲ੍ਹ ਸਾਫ਼-ਸਾਫ਼ ਲਿਖਿਆ ਕੇਂਦਰੀय ਕਾਰਾਗਾਰ ਤਿਹਾੜ, ਦਿੱਲੀ ਸਰਕਾਰ, ਸੰਖਿਆ 1 3 5 6 7 8 9। ਤਿਹਾੜ ਜੇਲ੍ਹ ਤੇ ਬਾਹਰ ਤੋਂ ਅਸੀਂ ਰਿਪੋਰਟਿੰਗ ਕਰਦੇ ਪਏ ਹੈਗੇ ਆ, ਲਗਾਤਾਰ ਤੁਹਾਨੂੰ ਜੋੜ ਰਹੇ ਹੈਗੇ ਆ।
ਕਿ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅੱਜ ਇੱਥੇ ਅਰਦਾਸ ਕੀਤੀ ਗਈ ਸੀਗੀ। ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਵਾਸਤੇ ਅਰਦਾਸ ਕੀਤੀ ਗਈ ਸੀ। ਇਸੇ ਤਰੀਕੇ ਜੋ ਵੀ ਅਪਡੇਟ ਹੋਏਗੀ ਉਹਦੇ ਨਾਲ ਤੁਹਾਨੂੰ ਜੋੜਦੇ ਰਵਾਂਗੇ। ਦੇਖਦੇ ਰਹੋ ਅਕਾਲ ਚੈਨਲ। ਕੈਮਰਾਮੈਨ ਕਰਨ ਸਿੰਘ ਦੇ ਨਾਲ ਦਾਸ ਗੁਰਪ੍ਰੀਤ ਸਿੰਘ ਪੂਰੀ ਦਿੱਲੀ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।